ਰੀਸੈਂਟ ਦੇ ਵਿੱਚ ਨਾ ਆਪਾਂ ਬਹੁਤ ਹੀ ਇੰਪੋਰਟੈਂਟ ਦਿਵਸ ਮਨਾ ਕੇ ਹਟੇ ਹਾਂ। ਪੰਚਾਇਤੀ ਦਿਵਸ ਮਨਾ ਕੇ ਹਟੇ ਹਾਂ। ਕੋਈ ਦੱਸ ਸਕਦਾ ਕਿ ਪੰਚਾਇਤੀ ਦਿਵਸ ਕਿਹੜੇ ਦਿਨ ਸੀਗਾ? ਬਹੁਤ ਹੀ ਇੰਪੋਰਟੈਂਟ ਦਿਨ ਆ ਭਾਰਤ ਦੇ ਸੰਵਿਧਾਨ ਦੇ ਵਿੱਚ ਪੰਚਾਇਤੀ ਦਿਵਸ, ਪੰਚਾਇਤੀ ਰਾਜ ਡੇ। ਕਦੋਂ ਆਪਾਂ ਪੰਚਾਇਤੀ ਦਿਵਸ ਮਨਾਇਆ ਤਾਂ ਸਾਥੀਓ 24 ਅਪ੍ਰੈਲ ਦਾ ਦਿਨ ਪੰਚਾਇਤੀ ਦਿਵਸ ਤੌਰ 'ਤੇ ਕੀ ਮਨਾਇਆ ਜਾਂਦਾ, ਧਿਆਨ ਰੱਖਣਾ। ਤਾਂ ਤੁਸੀਂ ਦੇਖਿਆ ਹੋਣਾ ਕਿ ਵੱਡੇ ਪੱਧਰ 'ਤੇ ਪਿੰਡਾਂ ਦੇ ਵਿੱਚ ਇਕੱਠ ਹੋਏ ਸੀਗੇ। ਇਕੱਠਾਂ ਦੇ ਵਿੱਚ ਗ੍ਰਾਮ ਸਭਾਵਾਂ ਦੀਆਂ ਮੀਟਿੰਗਾਂ ਕਰਾਈਆਂ ਗਈਆਂ ਸੀਗੀਆਂ। ਸਰਕਾਰ ਦੀ ਕਮਾਈ ਗੌਰਮੈਂਟ ਸੀ ਐਪ, ਉਹ ਐਪ ਦੇ ਵਿੱਚ ਬੰਦਨ ਇਕੱਠੇ ਕਰਕੇ ਕੀ ਅਟੈਚ ਕੀਤਾ ਗਿਆ ਸੀ। ਅਸਲ ਵਿੱਚ ਪੰਚਾਇਤਾਂ ਜਿਹੜੀਆਂ ਆਪਣੀਆਂ ਅੱਜ ਦੀਆਂ ਹੈਗੀਆਂ ਨੇ, ਸਿਸਟਮ ਬਣਿਆ ਕਿ ਹੇਠਾਂ ਪਿੰਡਾਂ 'ਚ ਹੋਣਗੀਆਂ ਪੰਚਾਇਤਾਂ ਹੋਣਗੀਆਂ। ਕੁਝ ਪਿੰਡਾਂ ਨੂੰ ਜੋੜ ਕੇ ਕੀ ਬਣਾਈ ਜਾਊਗੀ? ਬਲਾਕ ਸੰਮਤੀ। ਅਤੇ ਬਲਾਕ ਨੂੰ ਜੋੜ ਕੇ ਕੀ ਬਣਾਇਆ ਜਾਊਗਾ? ਜ਼ਿਲ੍ਹਾ ਪ੍ਰੀਸ਼ਦ ਬਣਾਈ ਜਾਊ। 3 ਸਿਸਟਮ ਲੱਗੇ ਹੋਏ ਨੇ। ਜਦੋਂ ਪੰਚਾਇਤਾਂ ਦੀ ਗੱਲ ਕਰਦੇ ਹਾਂ ਆਪਾਂ, ਪੰਚਾਇਤ, ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ। ਇਹ ਜਿਹੜਾ ਸਾਰਾ ਸਿਸਟਮ ਆ ਇਹ 24 ਅਪ੍ਰੈਲ 1993 ਨੂੰ, ਧਿਆਨ ਰੱਖਣਾ, 73ਵੀਂ ਸੋਧ ਰਾਹੀਂ ਲਾਗੂ ਕੀਤਾ ਗਿਆ ਸੀ। 73rd ਸੋਧ ਕੀਤੀ ਗਈ ਸੰਵਿਧਾਨ ਦੇ ਵਿੱਚ। ਜਿਹੜਾ ਅੱਜ ਦਾ ਸਿਸਟਮ ਆ ਉਹ ਕੀ ਆ ਬਣਾਇਆ ਗਿਆ ਸੀਗਾ, ਉਹਨੂੰ ਯਾਦ ਕਰਦਿਆਂ ਅਸੀਂ ਇਹਨੂੰ ਕੀ ਮਨਾਉਂਦੇ ਹਾਂ? 24 ਅਪ੍ਰੈਲ ਨੂੰ ਪੰਚਾਇਤੀ ਰਾਜ ਡੇ ਦੇ ਤੌਰ 'ਤੇ ਮਨਾਉਂਦੇ। ਲਿਖੋ ਕਾਪੀਆਂ ਦੀ। ਸ਼ਾਇਦ ਪਹਿਲਾਂ ਵੀ ਗੱਲ ਕੀਤੀ ਹੋਵੇ, ਭਾਰਤ ਵਿੱਚ ਨਾ ਇੱਕ ਨਵਾਂ ਸਿਸਟਮ ਖੇਲੋ ਇੰਡੀਆ ਗੇਮਸ ਕਰਾਈਆਂ ਜਾਂਦੀਆਂ ਨੇ ਹਰ ਸਾਲ। ਖੇਲੋ ਇੰਡੀਆ ਗੇਮਸ ਬਹੁਤ ਇੰਪੋਰਟੈਂਟ ਹੈ। ਇਹ ਖੇਲੋ ਇੰਡੀਆ ਗੇਮਸ ਸਾਡੇ ਭਾਰਤ ਵਿੱਚ ਖੇਲੋ ਇੰਡੀਆ ਗੇਮਸ ਹੁੰਦੀਆਂ ਨੇ ਹਰ ਸਾਲ। ਜਿਹੜੇ ਬੱਚੇ ਕੋਈ ਕਾਲਜ 'ਚ ਪੜ੍ਹਦਾ ਜਾਂ ਸਕੂਲ ਲੈਵਲ 'ਤੇ, ਤਾਂ ਉਹਨਾਂ ਸਕੂਲ ਲੈਵਲ 'ਤੇ ਕਾਲਜ 'ਚ ਪੜ੍ਹ ਰਹੇ ਨੇ ਸਟੂਡੈਂਟਸ, ਤਾਂ ਉਹਨਾਂ ਦੇ ਵਿੱਚ ਅਲੱਗ-ਅਲੱਗ ਜਿਵੇਂ ਓਲੰਪਿਕ ਗੇਮਾਂ ਹੁੰਦੀਆਂ ਨੇ, ਉਵੇਂ ਭਾਰਤ ਵਿੱਚ ਹਰ ਸਾਲ ਕੀ ਨੇ ਗੇਮਸ ਕਰਾਈਆਂ ਜਾਂਦੀਆਂ ਨੇ। ਜਿਹੜਾ ਬੱਚਾ ਇਹ 'ਚੋਂ ਗੋਲਡ ਮੈਡਲ ਲੈ ਕੇ ਜਾਂਦਾ ਹੈਗਾ ਤਾਂ ਉਹਨੂੰ ਕੀ ਕਰਦੇ ਨੇ, 4 ਸਾਲਾਂ ਲਈ ਸਰਕਾਰੀ ਤੌਰ 'ਤੇ ਸਕੀਮ ਚੱਲ ਰਹੀ ਹੈ। 5 ਲੱਖ ਰੁਪਇਆ ਖਰਚਾ ਕਰਨਾ ਸੀ। ਹਰ ਸਾਲ 5 ਲੱਖ ਰੁਪਏ ਖਰਚਾ ਕਰਨਗੇ। ਭਾਵ ਇੱਕ ਤਰੀਕੇ ਨਾਲ 20 ਲੱਖ ਰੁਪਇਆ ਉਹਦਾ ਖਰਚਾ ਕਰੂ ਕੌਣ? ਗਵਰਨਮੈਂਟ ਆਫ ਇੰਡੀਆ। ਜਿਹੜਾ ਸਟੂਡੈਂਟ ਬਹੁਤ ਵਧੀਆ ਉਹ ਗੇਮਸ ਦੇ ਵਿੱਚ, ਸਮਝੇ ਗੱਲ ਨੂੰ, ਤਾਂ ਕਿ ਉਹ ਓਲੰਪਿਕ ਤੱਕ ਜਾ ਸਕੇ, ਤਾਂ ਕਿ ਉਹ ਵੱਡੇ ਮੈਡਲ ਕੀ ਲੈ ਸਕੇ। ਤਾਂ ਬਹੁਤ ਵਧੀਆ ਸਿਸਟਮ ਆ ਖੇਲੋ ਇੰਡੀਆ ਗੇਮਸ ਦਾ। ਹਰ ਸਾਲ ਟੂਰਨਾਮੈਂਟ ਹੁੰਦੇ ਨੇ। ਕੁਐਸਚਨ ਹੈ ਕਿ ਇਸ ਸਾਲ ਜਿਹੜਾ ਟੂਰਨਾਮੈਂਟ ਉਹ ਕਿੱਥੇ ਹੋ ਰਿਹਾ ਹੈਗਾ, ਸਮਝੇ ਗੱਲ ਨੂੰ। ਤਾਂ ਖੇਲੋ ਇੰਡੀਆ ਗੇਮਸ ਇਸ ਸਾਲ ਦੀਆਂ ਹੋ ਰਹੀਆਂ ਨੇ, ਉਹ ਹੋ ਰਹੀਆਂ ਨੇ ਬੰਗਲੌਰ ਦੇ ਵਿੱਚ। ਖੇਲੋ ਇੰਡੀਆ ਗੇਮਸ ਬਹੁਤ ਹੀ ਨਵਾਂ ਇਨੀਸ਼ੀਏਟਿਵ ਹੈ ਗਵਰਨਮੈਂਟ ਆਫ ਇੰਡੀਆ ਦਾ। ਕਿੱਥੇ ਹੋ ਰਹੀਆਂ ਨੇ? ਬੰਗਲੌਰ 'ਚ ਹੋ ਰਹੀਆਂ ਨੇ। ਸਾਥੀਓ ਬੰਗਲੌਰ ਬਹੁਤ ਤਕੜਾ ਸ਼ਹਿਰ ਆ। ਕਿਹਦਾ? ਕਰਨਾਟਕਾ ਦਾ। ਤਾਂ ਕਰਨਾਟਕਾ ਦੇ ਸ਼ਹਿਰ ਬੰਗਲੌਰ ਦੇ ਵਿੱਚ ਕੀ ਹੋ ਰਹੀਆਂ ਨੇ? ਗੇਮਸ ਹੋ ਰਹੀਆਂ ਨੇ। ਕਿਹੜੀਆਂ? ਖੇਲੋ ਇੰਡੀਆ ਗੇਮਸ। ਅਤੇ ਇਹਦਾ ਇਨੀਸ਼ੀਏਟਿਵ ਕੀ ਹੈ ਕਿ ਜਿਹੜਾ ਬੱਚਾ ਬਹੁਤ ਵਧੀਆ ਖੇਡੂਗਾ ਉਹਨੂੰ ਅੱਗੇ ਲੈ ਕੇ ਜਾਊ ਸਰਕਾਰ, ਅਤੇ ਉਹਦੇ ਰੁਪਈਆ ਲਾ ਕੇ ਉਹਨੂੰ ਏਸ਼ੀਅਨ ਗੇਮਾਂ, ਉਹਨੂੰ ਓਲੰਪਿਕਸ ਤੱਕ ਕੀ ਆ ਹੈਲਪ ਕੌਣ ਕਰੂਗੀ? ਗਵਰਨਮੈਂਟ ਆਫ ਇੰਡੀਆ ਕਰੂ, ਤਾਂ ਕਿ ਆਪਣੇ ਓਲੰਪਿਕ ਦੇ ਵਿੱਚ ਮੈਡਲ ਹੋ ਸਕਣ, ਵੱਧ ਸਕਣ। ਨਾਲ ਇਹ ਵੀ ਨਾਲ ਉਹਨੂੰ ਉਂਝ ਵੀ ਰੁਪਏ ਦਿੰਦੀ ਆ ਉਹ ਮੰਥਲੀ। ਜਿਵੇਂ ਆਪਾਂ ਸਕੋਲਰਸ਼ਿਪ ਲੱਗਦੀ ਹੈ ਨਾ, ਸਕੋਲਰਸ਼ਿਪ ਲੱਗ ਜਾਂਦੀ ਹੈ ਬੱਚੇ ਦੀ 10-12 ਹਜ਼ਾਰ ਰੁਪਏ ਨੂੰ ਡਾਈਟ ਦਾ, ਉਹਨੂੰ ਹਰ ਮਹੀਨੇ ਦਿੱਤਾ ਜਾਂਦਾ ਇਹਦੇ ਵਿੱਚ। ਜਿਹੜਾ ਬੰਦਾ ਵਧੀਆ ਪ੍ਰਦਰਸ਼ਨ ਕਰਦਾ। ਅੱਗੇ ਚੱਲਦੇ ਹਾਂ। ਅੱਗੇ ਅਸੀਂ ਦੇਖਦੇ ਹਾਂ ਕਿ ਇੱਕ ਨਾ ਅੱਜ ਤੋਂ 2-3-4 ਸਾਲ ਪਹਿਲਾਂ ਦੀ ਗੱਲ ਆ। ਇੱਕ ਸਾਡੇ ਨਾਲ, ਚਲੋ ਪਹਿਲਾਂ ਗੱਲ ਕਰਦੇ ਹਾਂ ਗੱਲ ਦੀ। ਇੱਕ ਕੈਂਪੇਨ ਚਲਾਈ ਗਈ ਇੱਕ ਦੇਸ਼ ਦੁਆਰਾ, ਇੰਡੀਆ ਆਊਟ ਕੈਂਪੇਨ। ਇੰਡੀਆ ਆਊਟ ਕੈਂਪੇਨ। ਇੰਡੀਆ ਆਊਟ ਕੈਂਪੇਨ ਕੀ ਸੀ ਕਿ ਇੱਕ ਦੇਸ਼ ਕਹਿੰਦਾ ਕਿ ਸਾਡੇ ਕੰਮਾਂ ਦੇ ਵਿੱਚ ਭਾਰਤ ਕਾਫੀ ਦਖਲਅੰਦਾਜ਼ੀ ਕਰਦਾ। ਭਾਰਤ ਦੀਆਂ ਬਹੁਤ ਸਾਰੀਆਂ ਫੈਕਟਰੀਆਂ ਨੇ ਉੱਥੇ, ਜਾਂ ਭਾਰਤ ਆ ਤਾਂ ਦਬਦਬਾ ਵਧਾ ਰਿਹਾ। ਅੱਜ ਤੋਂ 4-5 ਸਾਲ ਪਹਿਲਾਂ ਦੀ ਗੱਲ, ਸਮਝੀ ਗੱਲ ਨੂੰ। ਤਾਂ ਉੱਥੇ ਇੱਕ ਨਵਾਂ ਰਾਸ਼ਟਰਪਤੀ ਬਣਿਆ। ਰਾਸ਼ਟਰਪਤੀ ਨੇ ਕਿਹਾ ਕਿ ਅਸੀਂ ਭਾਰਤ ਨੂੰ ਕੀ ਕੱਢਾਂਗੇ? ਆਪਣੇ ਦੇਸ਼ ਤੋਂ ਕੀ ਕਰਾਂਗੇ? ਬਾਹਰ ਕੱਢਾਂਗੇ। ਭਾਰਤ ਦੀਆਂ ਕੰਪਨੀਆਂ, ਭਾਰਤ ਦੀਆਂ ਫੈਕਟਰੀਆਂ, ਕੋਈ ਭਾਰਤੀ ਬੰਦਾ ਹੋਊਗਾ ਅਸੀਂ ਉਹਨੂੰ ਅਲਾਓ ਨਹੀਂ ਕਰਾਂਗੇ ਦੇਸ਼ ਦੇ ਵਿੱਚ। ਕਿਹਨੂੰ ਅਲਾਓ ਕਰਾਂਗੇ? ਚਾਈਨਾ ਨੂੰ ਕੀ ਕਰਾਂਗੇ? ਅਲਾਓ ਕਰਾਂਗੇ। ਤਾਂ ਕੈਂਪੇਨ ਚਲਾਈ ਚਾਈਨਾ ਇਨ ਇੰਡੀਆ ਆਊਟ, ਕਿ ਭਾਰਤ ਦਾ ਕੋਈ ਸਮਾਨ ਨਹੀਂ ਖਰੀਦਦੇ, ਭਾਰਤ ਦਾ ਕੋਈ ਕੰਮ ਨਹੀਂ ਕਰਦੇ, ਜਸਟ ਚਾਈਨਾ ਤੋਂ ਅਸੀਂ ਕੀ ਕਰਾਂਗੇ? ਸਮਾਨ ਖਰੀਦਾਂਗੇ। ਚਾਈਨਾ ਨੂੰ ਕੀ ਕਰਾਂਗੇ? ਹੈਲਪ ਕਰਾਂਗੇ। ਕਿਉਂ? ਜਿਹੜਾ ਉੱਥੇ ਰਾਸ਼ਟਰਪਤੀ ਚੁਣਿਆ ਗਿਆ ਸੀਗਾ ਉਹ ਪ੍ਰੋ ਚਾਈਨੀਜ਼ ਸੀਗਾ। ਪਰੰਤੂ ਰੀਸੈਂਟ ਦੇ ਵਿੱਚ ਹੁਣ ਫੇਰ ਵੋਟਾਂ ਪਈਆਂ। ਹੁਣ ਜਿਹੜਾ ਉੱਥੇ ਰਾਸ਼ਟਰਪਤੀ ਆਇਆ ਉਹ ਭਾਵ ਕਿਹੜਾ ਆਇਆ? ਪਹਿਲਾਂ ਵਾਲਾ ਪ੍ਰੋ ਇੰਡੀਅਨ ਆ ਗਿਆ। ਉਹਨੇ ਫਿਰ ਕਿਹਾ ਕਿ ਨਹੀਂ, ਅਸੀਂ ਪ੍ਰੋਪਰਲੀ ਇੰਡੀਆ ਦੀਆਂ ਸਮਾਨ ਕੀ ਕਰਾਂਗੇ? ਲੈ ਕੇ ਖਰੀਦਾਂਗੇ। ਜਿਹੜੀ ਕੈਂਪੇਨ ਚਲਾਈ ਗਈ ਸੀ ਇੰਡੀਆ ਆਊਟ ਕੈਂਪੇਨ, ਇਹਨੂੰ ਅਸੀਂ ਕੀ ਕਰ ਰਹੇ ਹਾਂ? ਪੂਰਨ ਤੌਰ 'ਤੇ ਬੰਦ ਕਰ ਰਹੇ ਹਾਂ। ਕੁਐਸਚਨ ਵੀ ਕਿਹੜਾ ਦੇਸ਼ ਆ? ਅਸੀਂ ਦੇਖਦੇ ਹਾਂ ਦੇਸ਼ ਆ ਮਾਲਦੀਵਸ। ਭਾਰਤ ਦੇ ਬਹੁਤ ਕੋਲ ਨਾਂ ਲੱਗਦਾ, ਕੇਰਲਾ ਦੇ ਨਾਲ ਲੱਗਦਾ ਦੇਸ਼ ਕੀ ਆ? ਮਾਲਦੀਵਸ।
ਉਹਦੇ ਦੁਆਰਾ ਇੰਡੀਆ ਆਊਟ ਕੈਂਪੇਨ ਕਰ ਚੁੱਕੀ ਆ ਬੰਦ। ਲਿਖੋ ਕਾਪੀ ਤੇ, ਲਿਖੋ ਮਾਲਦੀਵਸ ਦੇਸ਼ ਦੁਆਰਾ, ਮਾਲਦੀਵਸ ਦੇਸ਼ ਦੁਆਰਾ, हाँ मालदीव देश का नाम है, मालदीव देश द्वारा इंडिया आउट कैंपेन, मालदीव देश द्वारा इंडिया आउट कैंपेन, इंडिया आउट कैंपेन चलाई। दस तो भी कहते ना अटैच है, तुम याद रखो। अगे लिखो साथियों, रीसेंट दे विच आपां एक होर दिन वर्ल्ड मलेरिया डे भी मनाते हैं, वर्ल्ड मलेरिया, क्योंकि मलेरिया भी एक बहुत भयानक बीमारी है, बहुत ज़्यादा मौतां मलेरिया के नाल की आ होंदियां। एक ध्यान रखना कि मलेरिया बीमारी आ, तुहानूं पता की पता कि मान लो धरती आ, धरती के इधरले 23.5 डिग्री से किहड़ी रेखा आउंदी है, कर्क रेखा आउंदी है, कर्क रेखा आउंदी है। 23.5 डिग्री दक्षिण दे विच किहड़ी रेखा आउंदी है, मकर रेखा आउंदी है। ते धरती दे बिल्कुल विचाले किहड़ी रेखा गई, 0 डिग्री भूमध्य रेखा। तीन रेखावां रखणियां ने, कर्क रेखा, मकर रेखा ते किहड़ी भूमध्य रेखा। साथियों जिहड़ी मच्छर आ ना वो आ एरिया 'च हुंदा, मच्छर जिहड़ा मिलदा दुनिया 'च आ एरिया 'च मिलदा। ਇਹਦੇ ਉੱਪਰ ਜਾਵਾਂਗੇ ਕੈਨੇਡਾ चले जाओ, उत्थे कੈਨੇਡਾ 'ਚ कोई मच्छर नहीं है, ध्यान रखना, मक्खी कोई नहीं होंदी कੈਨੇਡਾ ਦੇ ਵਿੱਚ। यानी ये प्रॉब्लम ने जिमें कि मलेरिया की प्रॉब्लम होगी, तो ये प्रॉब्लम सिर्फ आ एरिया के लोगों में हुई है, तां करके जिहड़ा मलेरिया बीमारी है, एक मच्छर आ, उसका नाम की आ, किहड़ी बीमारी तो किहड़े मच्छर तो हुंदा गा, किहड़े तो ਇਹਦਾ नाम है एनोफिलीज। ध्यान रखना क्वेश्चन आऊगी मलेरिया बीमारी किहड़े मच्छर तो हुंदी है, तो उसका नाम है एनोफिलीज। मच्छर ने किस्मां ने, वो चो एनोफिलीज जिहड़ा मच्छर आ वो की करदा है, मलेरिया बीमारी की करदा, फैलाउंदा। समझे गल नूं? तां सब तो ज़्यादा केस दुनिया दे विच मलेरिया दे साथियों कित्थे आउंदे ने, तां किहदे विच आउंदे ने, भारत विच आउंदे ने। भारत विच मलेरिया सब तो ज़्यादा की केसिस आउंदे ने। आ गर्मियां आ गईयां, हुण गर्मी तुसीं देखोगे दिल्ली दे विच खास करके हर साल देखा करो, आ जून के महीने भरे रहंदे ने हस्पताल, प्रॉब्लम कोई मलेरिया की प्रॉब्लम दसदा। दैट मीनस असीं इहनूं खत्म करने लई वर्ल्ड पद्धर ते, कोई बाकी देशों भी केस ने पर इंडिया च गिनती की है ज़्यादा। क्वेश्चन ये आऊ कि मलेरिया डे किहड़े दिन मनाया जाता साथियों, ਇਹਦਾ दिन हैगा 25 अप्रैल। 25 अप्रैल ਨੂੰ वर्ल्ड मलेरिया डे मनाया जाता। ते अगली गल, ये मलेरिया बीमारी की खोज करने वाला बंदा रोनाल्ड रॉस, नाम याद रखना, रोनाल्ड रॉस द्वारा मलेरिया बीमारी लभी गई सी, तो उस दिन का जन्मदिन होंदा, ਉਹਦੇ ਨਾਂ ਤੇ दैट इज की मनाने वर्ल्ड मलेरिया डे। हाँ रोनाल्ड रॉस, एनोफिलीज। ये भी ध्यान रखो भी नरक मादा तो मादा फीमेल, फीमेल एनोफिलीज साथियों की फैलाउंदी है मलेरिया बीमारी। गुड, अगे बढ़िए। अगला भी क्वेश्चन बहुत वधिया, बहुत पेपरां च आउंदा साथियों। अजकल ना हरेक देश जिहड़े तकड़े देश ने बड़े, जिमें कि अमेरिका हो गया जां रशिया हो गया, चीन हो गया, अपने अपने देश ना हर एक मीटिंग बुलाਉਂਦੇ ਹੁੰਦੇ ने। एक मीटिंग बुलाਉਂਦੇ ने जिथे गल्लां, जिथे सारे देशों के बंदे पहुँचते हैं, गल होंदी है कि विश्व के विचकार असीं किवें चलना, विश्व नूं किवें सही करना, विश्व की प्रॉब्लम्स आ रही ने, उन्होंने की करते हैं, डिस्कस करते हैं। समझे गल नूं? हरेक देश के घर एक यही कोई मीटिंग होंदी। पहला भारत नहीं सी हुंदी, भारत विच हुण एक मीटिंग होण लगी आ। क्वेश्चन हो भी किहड़ी मीटिंग भारत करदा दुनिया नाल, उहनूं कहंदे ने रायसीना डायलॉग। बहुत वधिया क्वेश्चन आ, बहुत पेपरां च आया। किहड़ी मीटिंग करदा है रायसीना डायलॉग। रायसीना डायलॉग की है, एक मीटिंग होंदी है जिहदे विच दुनिया के वक्रे प्रधानमंत्री, राष्ट्रपति जां कोई भी एनवायरमेंट वाले हो गए, अजकल जिवें रशिया यूक्रेन की लड़ाई चल रही है वो तो प्लैन करने वाले भी की होगा दुनिया का, जां फिर कोरोना बीमारी चल रही है, कोरोना के उपर एक बड़े पद्धर से मीटिंग्स होंदियां ने। भारत उन्होंने करन लग्या इस साल 7वीं 7th रायसीना डायलॉग की मीटिंग हुई है, 7वीं हुई है। हर साल होंदी है, इस बार 7वीं हुई है, 7 साल हो गए इन्होंने कर देनी मीटिंग है ना। क्वेश्चन है भी मीटिंग कित्थे होंदियां ने, भारत एक ही थां ते मीटिंग होंदियां ने। यही क्वेश्चन बनता मीटिंग होंदी कित्थे आ साथियों, नवीं दिल्ली दे विच।
ਨਿਊ ਦਿੱਲੀ ਦੇ ਵਿੱਚ ਕੀ ਹੁੰਦੀ ਆ ਮੀਟਿੰਗ ਰਾਇਸੀਨਾ ਡਾਇਲੋਗ ਦੀ, ਕੀ ਹਰ ਸਾਲ ਕੀਤੀ ਜਾਂਦੀ ਹੈ। ਇਹ ਮੀਟਿੰਗ ਹੁਣੇ ਹੋ ਕੇ ਹਟੀ ਆ, ਜਿਹਦੇ ਵਿੱਚ ਤੁਸੀਂ ਦੇਖਿਆ ਹੋਣਾ ਸਾਡੇ ਵਿਦੇਸ਼ ਮੰਤਰੀ ਕੌਣ ਨੇ, ਭਾਰਤ ਦੇ ਵਿਦੇਸ਼ ਮੰਤਰੀ ਕੌਣ ਨੇ, ਹੂ ਇਜ਼ ਦਾ ਫੋਰਨ ਮਿਨਿਸਟਰ ਆਫ ਇੰਡੀਆ, ਭਾਰਤ ਦੇ ਵਿਦੇਸ਼ ਮੰਤਰੀ ਨੇ ਐਸ ਜੈ ਸ਼ੰਕਰ, ਨਾਮ ਯਾਦ ਰੱਖਣਾ, ਬਹੁਤ ਤਕੜਾ ਬੰਦਾ ਹੈ। ਐਸ ਜੈ ਸ਼ੰਕਰ ਭਾਰਤ ਦੇ ਕਿਹਨੇ ਵਿਦੇਸ਼ ਮੰਤਰੀ ਨੇ। ਜੇ ਤੁਸੀਂ ਥੋੜ੍ਹਾ ਜਿਹਾ ਅਟੈਚ ਹੋ ਤਾਂ ਇਹਨਾਂ ਨੇ ਕਾਫੀ ਤਕੜੇ ਬਿਆਨ ਦਿੱਤੇ ਨੇ ਵੈਸਟ ਦੇ ਖਿਲਾਫ। ਪਹਿਲੀ ਵਾਰੀ ਹੋਇਆ ਕਿ ਅਸੀਂ ਯੂਰਪੀਅਨ ਕੰਟਰੀ ਦੇ ਅਗੇਂਸਟ ਬੋਲ ਰਹੇ ਹਾਂ, ਰਸ਼ੀਆ ਦੀ ਹੈਲਪ ਕਰ ਰਹੇ ਹਾਂ। ਤਾਂ ਇਹਨਾਂ ਦੇ ਬਿਆਨ ਕਾਫੀ ਵੱਡੇ ਪੱਧਰ 'ਤੇ ਕੀ ਨੇ, ਫੇਸਬੁੱਕ 'ਤੇ, ਯੂਟਿਊਬ 'ਤੇ ਕਿ ਵਾਰ-ਵਾਰ ਸਾਹਮਣੇ ਆ ਰਹੇ ਨੇ, ਤਾਂ ਕਰਕੇ ਇੰਪੋਰਟੈਂਸ ਹੋ ਜਾਂਦਾ। ਕਿਉਂਕਿ ਜਿਹੜੇ ਇਹਨਾਂ ਨੇ ਬਿਆਨ ਦਿੱਤੇ ਨੇ ਸਾਡੇ ਵਿਦੇਸ਼ ਮੰਤਰੀ ਨੇ, ਉਹ ਕਿੱਥੇ ਦਿੱਤੇ ਨੇ, ਰਾਇਸੀਨਾ ਡਾਇਲੋਗ ਦੇ ਵਿੱਚ ਹੀ ਦਿੱਤੇ ਨੇ। ਤੁਹਾਨੂੰ ਪਤਾ ਹੋਣਾ ਰੌਲਾ ਕੀ ਚੱਲ ਰਿਹਾ, ਜਿਹੜੇ ਵੈਸਟਰਨ ਕੰਟਰੀਜ਼ ਨੇ, ਭਾਵੇਂ ਅਮਰੀਕਾ, ਇੰਗਲੈਂਡ, ਇਹ ਸਾਰੇ ਦੇਸ਼ 30 ਦੇਸ਼ ਨੇ ਇਹ ਨਾਟੋ ਦੇ, ਇਹ ਸਾਰੇ ਕਹਿ ਰਹੇ ਨੇ ਕਿ ਤੁਸੀਂ ਰੂਸ ਤੋਂ ਕੀ ਨਾ ਖਰੀਦੋ, ਤੇਲ ਨਾ ਖਰੀਦੋ। ਭਾਵ ਰੂਸ ਦਾ ਵਿਰੋਧ ਕਰੋ। ਰੂਸ ਨੇ ਕਿਹਤੇ ਹਮਲਾ ਕੀਤਾ, ਯੂਕਰੇਨ 'ਤੇ ਹਮਲਾ ਕੀਤਾ, ਤਾਂ ਤੁਸੀਂ ਵਿਰੋਧ ਕਰੋ ਵੱਡੇ ਪੱਧਰ 'ਤੇ ਕਿਹਦਾ, ਰੂਸ ਦਾ। ਅਤੇ ਇਹਨਾਂ ਦੇਸ਼ਾਂ ਨੇ ਕੀਤਾ, ਬੈਨ ਕਰਤਾ ਵੀ ਕੋਈ ਵੀ ਸਮਾਨ ਅਸੀਂ ਰੂਸ ਤੋਂ ਕੀ ਆ ਖਰੀਦਾਂਗੇ ਨਹੀਂ। ਕਿਹੜੇ ਦੇਸ਼ਾਂ ਨੇ, ਆਹ ਦੇਸ਼ਾਂ ਨੇ। ਤਾਂ ਜਦੋਂ ਬੈਨ ਕਰਤਾ ਤਾਂ ਰੂਸ ਨੇ ਕਿਹਾ ਕਿ ਮੈਂ ਜੇ, ਕਿਉਂਕਿ ਰੂਸ ਸਭ ਤੋਂ ਵੱਡਾ ਦੇਸ਼ ਆ ਕਿਹਦੇ ਵਿਚਕਾਰ, ਪੈਟਰੋਲੀਅਮ 'ਚ। ਧਿਆਨ ਰੱਖਣਾ, ਰੂਸ 'ਚ ਬਹੁਤ ਪੈਟਰੋਲ, CNG ਗੈਸ, ਡੀਜ਼ਲ, ਇਹ ਬਹੁਤ ਵੱਡੇ ਪੱਧਰ 'ਤੇ ਪੈਦਾ ਹੁੰਦਾ। ਇਹਨਾਂ ਦੇਸ਼ਾਂ ਨੇ ਬੰਦ ਕਰਤਾ ਵੀ ਭਾਈ ਅਸੀਂ ਨਹੀਂ ਖਰੀਦਦੇ। ਤੁਸੀਂ ਕੀ ਕਰਤਾ, ਯੂਕਰੇਨ 'ਤੇ ਕੀ ਕਰਤਾ, ਹਮਲਾ ਕਰਤਾ। ਤਾਂ ਇਹਨੇ ਭਾਰਤ ਨੂੰ ਕਿਹਾ, ਕਿਉਂਕਿ ਭਾਰਤ ਦੂਜੇ ਨੰਬਰ ਤੇ ਸਭ ਤੋਂ ਵੱਡਾ ਆਯਾਤਕ ਆ। ਆਯਾਤਕ ਆ ਕਿਹਦਾ, ਆਹ ਸਮਾਨ ਦਾ। ਪਹਿਲੇ ਨੰਬਰ 'ਤੇ ਕੌਣ ਹੈਗਾ, ਚੀਨ। ਸਭ ਤੋਂ ਜ਼ਿਆਦਾ ਉਹ ਸਮਾਨ ਖਰੀਦਦਾ ਹੈ, ਪੈਟਰੋਲ, CNG, ਡੀਜ਼ਲ। ਦੂਜੇ ਨੰਬਰ ਦੁਨੀਆ 'ਚ ਕੌਣ ਹੈਗਾ, ਭਾਰਤ। ਤਾਂ ਭਾਰਤ ਨੂੰ ਕਹਿਤਾ ਵੀ ਜੇ ਤੁਸੀਂ ਖਰੀਦਣਾ ਚਾਹੁੰਦੇ ਹੋ ਤੁਸੀਂ ਖਰੀਦ ਲਓ, ਮੈਂ ਤੁਹਾਨੂੰ 30% ਡਿਸਕਾਊਂਟ 'ਤੇ ਕੀ ਦੇ ਦੂੰਗਾ, ਆਪਦਾ ਪੈਟਰੋਲ ਵੇਚ ਦੂੰਗਾ। ਜਿੰਨਾ ਅੱਜ ਮਾਰਕੀਟ ਵੈਲਿਊ ਆ, ਜਿੰਨਾ ਮਰਜ਼ੀ ਇਕੱਠਾ ਕਰ ਲਓ, 30% 'ਤੇ ਮੈਂ ਘਾਟੇ ਦੇ ਵਿੱਚੋਂ। ਤਾਂ ਭਾਰਤ ਨੇ ਸਾਥੀਓ ਕੀ ਕਰਤੀ ਸੀਗੀ, ਹਾਂ ਕਰਤੀ ਸੀ ਕਿ ਹਾਂ ਅਸੀਂ ਤੁਹਾਡੇ ਤੋਂ ਪੈਟਰੋਲ ਖਰੀਦਣਾ ਚਾਹੁੰਦੇ। ਤਾਂ ਹੁਣ ਉਹ ਕਹਿੰਦੇ, ਇਹਨਾਂ ਦੇਸ਼ਾਂ ਨੇ ਕਿਹਾ ਵੀ ਅਸੀਂ ਤਾਂ ਜਾਣ ਕੇ ਪ੍ਰਤੀਬੰਧ ਲਾ ਰਹੇ ਹਾਂ, ਬੈਨ ਕਰ ਰਹੇ ਹਾਂ, ਤਾਂ ਕਿ ਰੂਸ 'ਤੇ ਕੀ ਪ੍ਰੈਸ਼ਰ ਪਵੇ, ਇਹ ਗੱਲ ਕਰ ਅਤੇ ਉਹ ਲੜਾਈ ਹਟੇ। ਪਰ ਤੁਸੀਂ ਜਿਹੜਾ ਪ੍ਰੈਸ਼ਰ ਅਸੀਂ ਬਣਾ ਰਹੇ ਸੀਗੇ, ਤੁਸੀਂ ਪੈਟਰੋਲ ਖਰੀਦ ਕੇ ਉਹ ਪ੍ਰੈਸ਼ਰ ਹੀ ਕਰਤਾ, ਖਤਮ ਕਰਤਾ। ਕਿਉਂਕਿ ਰੁਪਈਆ ਚਾਹੀਦਾ ਦੇਸ਼ ਨੂੰ, ਤਾਂ ਰੁਪਈਆ ਕੌਣ ਦੇ ਦੂਗਾ, ਭਾਰਤ ਦੇ ਦੂਗਾ, ਭਾਰਤ ਦੇ ਦੂਗਾ ਤਾਂ ਪ੍ਰੈਸ਼ਰ ਖਤਮ ਹੋ ਜਾਊਗਾ। ਤਾਂ ਇਹ ਬਹੁਤ ਵਿਰੋਧ ਕਰ ਰਹੇ ਨੇ ਅੱਜ ਕੱਲ੍ਹ। ਪਰ ਸਾਡੇ ਕੁਝ ਆਪਣੇ ਵਿਊਜ਼ ਨੇ। ਅਸੀਂ ਕਹਿ ਰਹੇ ਹਾਂ ਕਿ ਜਿਹੜੀ ਲੜਾਈ ਆ ਉਹ ਤੁਹਾਡੀ ਆ, ਵੈਸਟਰਨ ਅਤੇ ਰਸ਼ੀਅਨ ਲੜਾਈ ਆ। ਤੁਸੀਂ ਇਹਨੂੰ ਪਹਿਲਾਂ ਕਾਫੀ ਦੱਬਿਆ, ਰਸ਼ੀਆ ਨੂੰ ਕਾਫੀ ਦੱਬਿਆ ਵੈਸਟਰਨ ਕੰਟਰੀਜ਼ ਨੇ, ਤਾਂ ਹੀ ਉਹਨੇ ਉਹ ਸਟੈਪ ਚੱਕਿਆ। ਸਮਝੇ ਗੱਲ ਨੂੰ। ਤਾਂ ਉਹ ਕਹਿ ਰਹੇ ਨੇ ਵੀ ਤੁਸੀਂ ਵੀ ਕੋਈ ਬਾਹਲੇ ਸਹੀ ਨਹੀਂ ਹੈਗੇ, ਤੁਹਾਡੀਆਂ ਗਲਤੀਆਂ ਨੇ। ਜੇ ਤੁਸੀਂ ਗਲਤੀਆਂ ਨਾ ਕਰਦੇ, ਰਸ਼ੀਆ ਤੁਹਾਡੇ 'ਤੇ ਕੀ ਨਹੀਂ ਕਰਦਾ, ਹਮਲਾ ਨਹੀਂ ਕਰਦਾ। ਅਤੇ ਸਾਥੀ ਤੁਹਾਨੂੰ ਪਤਾ 1971 ਦੀ ਲੜਾਈ ਹੋਵੇ, 1999 ਦੀ ਲੜਾਈ ਹੋਵੇ, 1948 ਦੀ ਲੜਾਈ ਹੋਵੇ, ਤਿੰਨਾਂ ਲੜਾਈਆਂ ਦੇ ਵਿਚਕਾਰ ਰਸ਼ੀਆ ਨੇ ਸਾਡਾ ਵੱਡੇ ਪੱਧਰ 'ਤੇ ਕੀ ਦਿੱਤਾ ਹੈਗਾ, ਸਾਥ ਦਿੱਤਾ। ਤਾਂ ਭਾਰਤ ਕਹਿ ਰਿਹਾ ਕਿ ਭਾਈ ਜਦੋਂ ਅਸੀਂ ਲੜੇ ਸੀਗੇ ਤਾਂ ਰਸ਼ੀਆ ਨੇ ਸਾਡਾ ਹਮੇਸ਼ਾ ਸਾਥ ਦਿੱਤਾ, ਅਸੀਂ ਅੱਜ ਰਸ਼ੀਆ ਦਾ ਕੀ ਨਹੀਂ ਕਰ ਸਕਦੇ, ਵਿਰੋਧ ਨਹੀਂ ਕਰ ਸਕਦੇ। ਰਸ਼ੀਆ ਸਾਡਾ ਪੁਰਾਣਾ ਬਹੁਤ ਪੱਕਾ ਕੀ ਹੈ, ਮਿੱਤਰ ਰਿਹਾ ਹੋਇਆ। ਤਾਂ ਇਹ ਅੱਜ ਕੱਲ੍ਹ ਰੌਲੇ ਚੱਲ ਰਹੇ। ਤਾਂ ਯਾਰ ਰਾਇਸੀਨਾ ਡਾਇਲੋਗ ਹੋਈ, ਇਹਦੇ 'ਚ ਰਾਹੀ ਚਰਚੇ ਕੀਤੇ ਗਏ, ਜਿਸ 'ਚ ਜੈ ਸ਼ੰਕਰ ਨੇ ਬਹੁਤ ਹਾਰਡ ਵਰਡ ਯੂਜ਼ ਕੀਤੇ ਨੇ ਯੂਰਪੀਅਨ ਕੰਟਰੀਜ਼ ਵਾਸਤੇ। ਪਹਿਲੀ ਵਾਰੀ ਹੋਇਆ ਕਿ ਅਮਰੀਕਾ, ਕਿਉਂਕਿ ਹੁਣ ਤਾਂ ਆਪਾਂ ਕਹਿੰਦੇ ਅਮਰੀਕਾ ਆਪਣੇ ਨਾਲ ਹੈ ਨਾ, ਪਰ ਅਸੀਂ ਅਮਰੀਕਾ ਦੇ ਅਗੇਂਸਟ ਹੋ ਰਹੇ ਹਾਂ, ਰਸ਼ੀਆ ਦੇ ਨਾਲ ਕੀ ਆ, ਅਸੀਂ ਉਹਦੇ ਪੱਖ 'ਚ ਗੱਲ ਕਰ ਰਹੇ ਹਾਂ। ਤਾਂ ਕਰਕੇ ਇਹ ਜਿਹੀਆਂ ਕੁਐਸਚਨ ਕਾਫੀ ਜ਼ਿਆਦਾ ਨਿਊਜ਼ 'ਚ ਆ ਜਾਂਦੇ ਨੇ। ਤਾਂ ਰਾਇਸੀਨਾ ਡਾਇਲੋਗ ਭਾਰਤ ਦੁਆਰਾ ਸਟਾਰਟ ਕੀਤਾ ਗਿਆ ਇੱਕ ਮੀਟਿੰਗ ਆ, 7ਵੀਂ ਹੋਈ ਆ। ਕਿੱਥੇ ਹੋਈ ਆ, ਦਿੱਲੀ ਦੇ ਵਿੱਚ ਹੋਈ। ਤਿੰਨ ਗੱਲਾਂ ਦੇਖੋ, ਕਾਪੀ ਦੇਖ ਲਿਆ। ਵਿਦੇਸ਼ ਮੰਤਰੀ ਨਾਂ ਲਿਖ ਲਿਆ ਆਪਣੇ ਦਾ, ਵਿਦੇਸ਼ ਮੰਤਰੀ ਦਾ ਨਾਂ ਲਿਖ ਲਿਆ, ਐਸ ਜੈ ਸ਼ੰਕਰ। ਸਮਝੀ ਗੱਲ ਨੂੰ। ਅੱਗੇ ਚੱਲਦੇ ਹਾਂ। ਅੱਗੇ ਸਾਥੀਓ ਜਿਹੜਾ ਕੁਐਸਚਨ ਹੈਗਾ, ਉਹ ਕੁਐਸਚਨ ਕੀ ਹੈਗਾ ਕਿ ਰੀਸੈਂਟ ਦੇ ਵਿੱਚ ਨਾ ਬਹੁਤ ਵਧੀਆ ਸਾਡੇ ਨਾ ਇੱਕ ਸਟੇਟ ਆ ਜਿਹਨੂੰ ਭਾਰਤ ਸਰਕਾਰ ਚਾਹੁੰਦੀ ਹੈ ਕਿ ਇਹਨੂੰ ਸਪੇਸ ਹੱਬ ਬਣਾਇਆ ਜਾਵੇ। ਬਹੁਤ ਵਧੀਆ ਕੁਐਸਚਨ ਆ, ਬਹੁਤ ਪੇਪਰਾਂ 'ਚ ਆਊਗਾ ਹੀ ਆਊਗਾ। ਸਪੇਸ ਹੱਬ, ਸਪੇਸ ਹੱਬ ਭਾਵ ਅੱਜ ਕੱਲ੍ਹ ਨਾ ਦੌੜ ਚੱਲ ਪਈ ਦੁਨੀਆ ਦੇਸ਼ਾਂ ਦੇ ਵਿੱਚ ਵੀ ਅਸੀਂ ਸਪੇਸ ਦੇ ਵਿੱਚ ਵੱਧੋ ਵੱਧ ਕੀ ਭੇਜੀਏ, ਸੈਟੇਲਾਈਟ ਭੇਜੀਏ। ਤੁਹਾਨੂੰ ਪਤਾ ਸੈਟੇਲਾਈਟ ਤਾਂ ਹੁਣ ਵੀ ਜਾਂਦੇ ਨੇ ਨਾ ਬਹੁਤ ਜ਼ਿਆਦਾ, ਪਰ ਹੁਣ ਕੌਣ ਭੇਜਦਾ, ਪ੍ਰਾਈਵੇਟ ਬੰਦੇ ਨਹੀਂ ਭੇਜਦੇ। ਹੁਣ ਕੌਣ ਭੇਜਦੀਆਂ ਨੇ, ਸਰਕਾਰਾਂ ਭੇਜਦੀਆਂ। ਸਰਕਾਰ ਕੋਈ ਸੈਟੇਲਾਈਟ ਬਣਾਉਂਦੀ ਆ, ਸੈਟੇਲਾਈਟ ਬਣਾ ਕੇ ਡੈਟ ਇਜ਼ ਕੇ ਬਾਹਰ ਭੇਜਦੀ ਹੈ। ਜਿਵੇਂ ਕਿ ਆਪਣੀ ਸੰਸਥਾ ਕਿਹੜੀ ਆ, ਭਾਰਤ ਦੀ ਸੈਟੇਲਾਈਟ ਬਣਾ ਕੇ ਬਾਹਰ ਭੇਜਦੀ ਆ, ਇਸਰੋ।
ਹੁਣ इसरो कोई प्राइवेट संस्था थोड़ी है, इसरो तो सरकारी संस्था, सरकार रुपया दिंदी आ, सरकार रुपया दे के बाहरले पासे ਉਹੀ सैटेलाइट भेजदी आ ਜਿਹੜੇ कि अपने वास्ते ਜ਼ਰੂਰਤ होण। ਜਿਵੇਂ ਤੁਹਾਨੂੰ ਪਤਾ ਹੋਣਾਗਾ ਇੱਕ ਸੈਟੇਲਾइट ਚੱਲਦਾ ਅੱਜ ਕੱਲ੍ਹ ਸਰਕਾਰੀ ਸਕੂਲਾਂ ਦੇ ਵਿੱਚ ਐਜੂਸੈਟ ਹੈ ਨਾ। ਐਜੂਸੈਟ ਦਾ ਨਾਮ ਸੁਣਿਆ ਸੀ? ਐਜੂਸੈਟ ਕੀ ਹੈਗਾ? ਐਜੂਕੇਸ਼ਨਲ ਸੈਟੇਲਾइट। ਕੀ ਕਰਦੇ ਨੇ, ਕੋਈ ਬੰਦਾ ਬੈਠਾ ਚੰਡੀਗੜ੍ਹ ਦੇ ਵਿੱਚ ਕਰ ਤਾਂ ਸਾਰੇ ਸਕੂਲਾਂ ਨੂੰ ਕੀ ਪੜ੍ਹਾਉਣ ਦਾ ਕੰਮ ਕਰ ਰਿਹਾ ਉਹਦੇ ਰਾਹੀਂ। ਹੁਣ ਕਿਵੇਂ ਗਿਆ ਤਾਂ ਭਾਰਤ ਵਾਲਿਆਂ ਨੇ ਕਿ ਸੈਟੇਲਾइट ਭੇਜਿਆ ਬਾਹਰਲੇ ਪਾਸੇ ਉਹ ਸੈਟੇਲਾइट ਰਾਹੀਂ ਕੀ ਕਰ ਰਹੇ ਨੇ, ਕੰਟਰੋਲ ਕਰ ਰਹੇ ਨੇ। ਉਵੇਂ ਜਿਹੜਾ ਆਪਣਾ ਮੋਬਾਈਲ ਫੋਨ ਸਾਰੇ ਅਟੈਚ ਨੇ, ਇਹਦੇ ਵਾਸਤੇ ਸਾਡਾ ਇੱਕ ਸੈਟੇਲਾइट ਆ ਉਹ ਭੇਜਿਆ ਗਿਆ। ਕਹਿਣ ਦਾ ਮਤਲਬ ਉਵੇਂ ਜਿਵੇਂ ਦੁਨੀਆ ਦੇ ਵਿੱਚ ਸਾਰਾ ਆਹ ਵਰਲਡ ਮੈਪਿੰਗ ਚੱਲਦੀ ਆ, ਆਪਾਂ ਗੂਗਲ ਮੈਪ ਯੂਜ਼ ਕਰਦੇ। ਹੁਣ ਗੂਗਲ ਮੈਪ ਕੀ ਹੈ, ਇੱਕ ਸੈਟੇਲਾइट ਭੇਜਿਆ, ਪਹਿਲਾਂ ਸੈਟੇਲਾइट ਧਿਆਨ ਰੱਖਦਾ ਵੀ ਕਿਹੜੀ ਗਲੀ ਜਾ ਰਹੀ ਹੈ, ਤੁਸੀਂ ਕਿੱਥੇ ਖੜੇ ਹੋ, ਆਪਾਂ ਲੋਕੇਸ਼ਨ ਚੱਕਦਾ, ਕਿੱਥੇ ਆਪਾਂ ਜਾਣਾ ਉਹ ਲੋਕੇਸ਼ਨ ਉਹਨੂੰ ਨਾਲ ਇੱਕ ਦੂਜੇ ਨਾਲ ਕਰਦਾ, ਅਟੈਚ ਕਰਦਾ। ਸਾਰਾ ਕੁਝ ਕਿਹਦੇ ਅੰਡਰ ਹੋ ਰਿਹਾ ਹੈਗਾ? ਇਹ ਸੈਟੇਲਾइट ਦੇ ਅੰਡਰ। ਕੁਐਸਚਨ ਆ ਮੇਰਾ, ਭਾਰਤ ਨੇ ਵੀ ਰੀਸੈਂਟ ਦੇ ਵਿੱਚ ਜਿਵੇਂ ਗੂਗਲ ਮੈਪ ਕਿਹੜੇ ਦੇਸ਼ ਦੀ ਐਪਲੀਕੇਸ਼ਨ ਹੈ ਗੂਗਲ ਮੈਪ? ਸ਼ਾਬਾਸ਼, ਕਿਹੜੇ ਦੇਸ਼ ਦੀ? ਅਮਰੀਕਾ ਦੀ। ਧਿਆਨ ਰੱਖਣਾ, ਪੇਪਰ ਦੇ ਕੁਐਸਚਨ ਆ ਰਿਹਾ। ਗੂਗਲ ਮੈਪ ਅਮਰੀਕਾ ਦਾ, ਪਰੰਤੂ ਭਾਰਤ ਵੱਡੇ ਪੱਧਰ 'ਤੇ ਵਰਤ ਰਿਹਾ ਹਨ। ਹੁਣ ਉਹਦੇ ਨਾਲ ਨੁਕਸਾਨ ਇੱਕ ਇਹ ਹੋ ਰਿਹਾ ਵੀ ਹੁਣ ਮੰਨ ਲਓ ਮੈਂ ਗੂਗਲ ਮੈਪ ਲਾ ਲਿਆ ਤਾਂ ਕੰਪਨੀ ਕਿੱਥੇ ਬੈਠੀ ਆ? ਅਮਰੀਕਾ 'ਚ ਨਾ। ਅਮਰੀਕਾ ਨੂੰ ਪਤਾ ਵੀ ਭਾਈ ਆਹ ਬੰਦਾ ਕੋਈ ਆਹ ਇਹਦਾ ਹੋਣਾ, ਆਹ ਐਟਮ ਇੱਥੇ ਆ, ਤਾਂ ਕੱਲੀ ਜਾਣਕਾਰੀ ਆਪਣੀ ਕਿਹਨੂੰ ਪਤਾ ਗਈ? ਅਮਰੀਕਾ ਨੂੰ ਪਤਾ। ਕੱਲ੍ਹ ਨੂੰ ਆਪਣੀ ਕੋਈ ਅਮਰੀਕਾ ਨਾਲ ਲੜਾਈ ਪੈ ਗਈ, ਇੰਡੀਆ ਅਤੇ ਅਮਰੀਕਾ ਦੀ ਕੀ ਹੋ ਗਈ? ਲੜਾਈ ਹੋ ਗਈ, ਤਾਂ ਇੰਡੀਆ ਦੀ ਕੱਲੀ ਲੋਕੇਸ਼ਨ, ਕੋਈ ਫੌਜੀ ਕਿੱਥੇ ਬੈਠਾ ਕਿੱਥੇ ਨਹੀਂ ਬੈਠਾ, ਸਾਰੀਆਂ ਗੱਲਾਂ ਕਿਹਨੂੰ ਪਤਾ ਲੱਗਣਗੀਆਂ? ਅਮਰੀਕਾ ਨੂੰ ਪਤਾ ਲੱਗਣਗੀਆਂ ਨਾ, ਤਾਂ ਪ੍ਰੋਬਲਮਸ ਆ ਸਕਦੀਆਂ ਨੇ। ਇਹਦੇ ਲਈ ਸਾਥੀਓ ਭਾਰਤ ਨੇ ਆਪਣਾ ਇੱਕ ਨਵਾਂ ਸੈਟੇਲਾइट ਅੱਜ ਤੋਂ 2 ਸਾਲ ਪਹਿਲਾਂ ਭੇਜਿਆ ਸੀਗਾ, ਜੋ ਹੁਣ ਪ੍ਰੋਪਰਲੀ ਕੰਮ ਕਰਨਾ ਸਟਾਰਟ ਕਰ ਚੁੱਕਿਆ। ਨਾਂ ਪੁੱਛਣਗੇ, ਉਹਦਾ ਨਾਂ ਹੈ ਗਗਨ ਸੈਟੇਲਾइट। ਧਿਆਨ ਰੱਖਣਾ, ਆਪਾਂ ਸੈਟੇਲਾइट ਬਣਾਇਆ ਕਿਹਦੀ ਥਾਂ 'ਤੇ? ਗੂਗਲ ਮੈਪ ਥਾਂ 'ਤੇ, ਜਿਹਦਾ ਨਾਂ ਕੀ ਹੈ? ਗਗਨ ਸੈਟੇਲਾइट। ਹੁਣ ਤੁਸੀਂ ਕਿਉਂ ਸੱਚ ਸੁਣਿਆ ਤਾਂ ਇਹਦਾ ਨਾਂ ਗਗਨ ਸੈਟੇਲਾइट ਦਾ? ਕਿਉਂਕਿ ਅਸੀਂ ਹੌਲੀ ਇਹਨੂੰ ਕੀ ਕਰ ਰਹੇ ਹਾਂ? ਗੂਗਲ ਮੈਪ ਨੂੰ ਘਟਾ ਰਹੇ ਹਾਂ। ਹਜੇ ਇਹਨੂੰ ਯੂਜ਼ ਕੀਤਾ ਕਦਾ? ਫੌਜ ਦੇ ਵਿੱਚ। ਹੁਣ ਫੌਜ ਦੇ ਵਿੱਚ ਗੂਗਲ ਮੈਪ ਨਹੀਂ ਚੱਲਦਾ। ਧਿਆਨ ਰੱਖੋ, ਫੌਜ ਗੂਗਲ ਮੈਪ ਯੂਜ਼ ਕਰਦੇ, ਫੌਜ ਕੀ ਯੂਜ਼ ਕਰਨ ਲੱਗ ਗਏ ਨੇ? ਗਗਨ ਸੈਟੇਲਾइट ਯੂਜ਼ ਕਰਨ ਲੱਗ ਗਏ। ਹੁਣ ਦੂਜੇ ਨੰਬਰ 'ਤੇ ਕੋਈ ਜਹਾਜ਼ ਆ ਰਿਹਾ ਤਾਂ ਜਹਾਜ਼ ਵੀ ਕਿਹਨੂੰ ਯੂਜ਼ ਕਰਦਾ ਸੀ? ਪਹਿਲਾਂ ਗੂਗਲ ਮੈਪ ਨੂੰ ਯੂਜ਼ ਕਰਦਾ ਸੀਗਾ, ਮੈਂ ਕਿੱਥੇ ਜਾ ਰਿਹਾ ਕਿੱਥੇ ਨਹੀਂ ਜਾ ਰਿਹਾ। ਹੁਣ ਜਹਾਜ਼ਾਂ ਦਾ ਜਿਹੜਾ ਉੱਪਰ ਰੋਡ ਬਣਾਇਆ ਹੋਇਆ, ਕੋਈ ਨਾ ਕੋਈ ਵੀ ਕਿੱਧਰ ਜਾਣਾ ਤਾਂ ਉਹ ਕੀ ਕਰਦੇ ਨੇ? ਗੂਗਲ ਮੈਪ ਦੇ ਰਾਹੀਂ ਜਾਂਦੇ ਨੇ, ਇੱਕ ਥਾਂ ਦੂਜੀ ਥਾਂ ਦੇ ਵਿੱਚ ਕਰ। ਤਾਂ ਰੀਸੈਂਟ 'ਚ ਪਹਿਲਾਂ ਇਕੱਲਾ ਗਗਨ ਫੌਜ ਵਾਸਤੇ ਸੀਗਾ, ਹੁਣ ਫੌਜ ਤੋਂ ਪਹਿਲਾ ਜਹਾਜ਼ ਉਤਾਰਿਆ ਗਿਆ ਗਾ। ਪਹਿਲੇ ਜਹਾਜ਼ ਨੇ ਕੀ ਕੀਤੀ ਹੈ? ਰੀਸੈਂਟ ਦੇ ਵਿੱਚ ਨਿਊਜ਼ 'ਚ ਰਿਹਾ, ਪਹਿਲਾ ਜਹਾਜ਼ ਦਾ ਕਿਹਦੇ ਵਿੱਚ ਗਿਆ? ਹਵਾ 'ਚ ਗਿਆ। ਉਹਨੇ GPS ਨੂੰ ਯੂਜ਼ ਕੀਤਾ। ਕੀ ਯੂਜ਼ ਕੀਤਾ? ਆਪਣਾ ਗਗਨ ਯੂਜ਼ ਕੀਤਾ, ਅਤੇ ਪ੍ਰੋਪਰਲੀ ਉਹਨੂੰ ਕੋਈ ਪ੍ਰੋਬਲਮ ਨਹੀਂ ਹੋਈ। ਉਹ ਪ੍ਰੋਪਰਲੀ ਕਿੱਥੇ ਉਤਰਿਆ ਗਾ? ਰਾਜਸਥਾਨ ਦੇ ਸ਼ਹਿਰ ਜੈਪੁਰ 'ਚ ਉਤਰਿਆ। ਇੱਕ ਜਹਾਜ਼ ਸੀਗਾ ਇੰਡੀਗੋ ਦਾ, ਤਾਂ ਉਹਨੇ ਕਿਹਨੂੰ ਯੂਜ਼ ਕੀਤਾ? ਆ ਗਗਨ ਸੈਟੇਲਾइट ਨੂੰ ਯੂਜ਼ ਕੀਤਾ, ਜਿਹੜਾ ਕਿਹਨੇ ਦੁਬਾਰਾ ਬਣਾਇਆ? ਭਾਰਤ ਦੁਆਰਾ ਬਣਾਇਆ। ਆਉਣ ਵਾਲੇ ਸਾਲ 2 ਸਾਲ ਦੇ ਵਿੱਚ ਅਸੀਂ ਦੇਖਾਂਗੇ ਆਪਣੇ ਜਿਹੜਾ ਆਮ ਲੋਕਾਂ 'ਚ ਆ ਗੂਗਲ ਮੈਪ ਕਰ ਦੇਣਗੇ, ਬੰਦ ਕਰ ਦੇਣਗੇ, ਕਿਹੜਾ ਸੈਟੇਲਾइट ਯੂਜ਼ ਹੋਊ? ਗਗਨ ਯੂਜ਼ ਹੋਊ। ਇਹ ਭਾਰਤ ਦਾ ਆਪਣਾ ਸੈਟੇਲਾइट ਹੈ, ਅਸੀਂ ਆਹ ਬਣਾਇਆ। ਇਹਦਾ ਫਾਇਦਾ ਕੀ ਹੈ? ਇੱਕ ਤਾਂ ਹੋਰ ਕਲੈਰਿਟੀ ਜ਼ਿਆਦਾ ਹੋਊ, ਕਿਉਂ? ਇਹ ਭਾਰਤ ਦੇ ਉੱਪਰ ਲੱਗੇ ਹੋਏ ਸੈਟੇਲਾइट ਜਮਾ ਇਕੱਲਾ ਭਾਰਤ ਵਾਸਤੇ ਹੈ। ਗੂਗਲ ਮੈਪ ਵਰਲਡ ਦਾ, ਗੂਗਲ ਨਾਲ ਸਾਰੇ ਵਰਲਡ ਨੂੰ ਚੈੱਕ ਕਰਦਾ, ਪਰ ਗਗਨ ਇਕੱਲਾ ਭਾਰਤ ਦਾ। ਜੇ ਭਾਰਤ ਦਾ ਇਟ ਮੀਨ ਸੈਟੇਲਾइट ਕੋਲੇ ਭਾਰਤ 'ਤੇ ਫੋਕਸ ਕਰਨਗੇ ਤਾਂ ਜ਼ਿਆਦਾ ਐਕੂਰੇਸੀ ਆਉਣਗੀਆਂ। ਤੁਸੀਂ ਦੇਖਿਆ ਉਹਨੂੰ ਗੂਗਲ ਮੈਪ, ਹੁਣ ਤੁਸੀਂ ਪਿੰਡਾਂ 'ਚ ਕੋਈ ਅੰਦਰ ਲੰਘ ਜਾਓ ਤਾਂ ਉੱਥੇ ਗੂਗਲ ਮੈਪ ਉਲਝ ਜਾਂਦਾ, ਉਹਨੂੰ ਪਤਾ ਨਹੀਂ ਲੱਗਦਾ ਮੈਂ ਕਿੱਧਰ ਜਾ ਰਿਹਾ ਕਿੱਧਰ ਨਹੀਂ ਜਾ ਰਿਹਾ। ਕਾਰਨ ਕਹਿੰਦੇ 5 ਮਿੰਟ ਦੀ ਉਹ ਐਕੂਰੇਸੀ, ਵੱਧ ਤੋਂ ਵੱਧ 5 ਮਿੰਟ ਦੀ। ਹਾਂ, ਇਹਦੇ ਗਗਨ ਦੇ ਵਿੱਚ ਕਰ ਤਾਂ ਐਕੂਰੇਸੀ ਬਹੁਤ ਜ਼ਿਆਦਾ, ਇਹਦੇ 'ਚ ਕਰ ਬੰਦਾ ਉਲਝਦਾ ਨਹੀਂ ਹੈਗਾ, ਤਾਂ ਕਾਫੀ ਬੈਨੀਫਿਟਸ ਨੇ ਗਗਨ ਦੇ। ਤਾਂ ਇਹ ਯਾਦ ਰੱਖਣਾ, ਗਗਨ ਆਪਣਾ ਕੀ ਹੈਗਾ? ਭਾਰਤ ਦਾ ਕੀ ਹੈ? GPS ਸਿਸਟਮ ਆ। GPS ਦਾ ਫੁੱਲ ਫਾਰਮ ਕੀ ਹੋ ਗਿਆ ਬੇਟਾ? ਫੁੱਲ ਫਾਰਮ GPS, ਇਟ ਇਜ਼ ਅ ਗਲੋਬਲ, ਧਿਆਨ ਰੱਖਣਾ ਇਹਦੇ ਕੁਐਸਚਨ ਬਹੁਤ ਆਉਂਦੇ ਨੇ, ਪੋਜੀਸ਼ਨਿੰਗ ਸੈਟੇਲਾइट। ਪੋਜੀਸ਼ਨ ਦਾ ਕਿੱਥੇ ਹੈਗੇ ਆ? ਸੈਟੇਲਾइट। ਇਹ GPS ਦਾ ਫੁੱਲ ਫਾਰਮ ਹੈ, ਗਲੋਬਲ ਪੋਜੀਸ਼ਨਿੰਗ ਸੈਟੇਲਾइट। GPS ਦਾ ਕੀ ਫੁੱਲ ਫਾਰਮ ਹੈ? ਅਮਰੀਕਾ ਦਾ ਆਪਣਾ ਕਿਹੜਾ? ਗਗਨ। ਹੁਣ ਗਗਨ ਦਾ ਮਤਲਬ ਤੁਸੀਂ ਕੱਲ੍ਹ ਨੂੰ ਦੱਸਣਾਗਾ, GAGA ਹੈ। ਇਹਦਾ ਫੁੱਲ ਫਾਰਮ ਕੀ ਹੈ? ਤੁਹਾਡੇ ਵਾਸਤੇ ਕੁਐਸਚਨ ਹੈ, ਲੱਭ ਕੇ ਲੈ ਕੇ ਆਏ। ਗਗਨ ਦਾ ਪੂਰਾ ਮੈਂ ਕੀ ਤੁਹਾਨੂੰ ਦੱਸਣਾ ਚਾਹੁੰਦਾ ਸੀਗਾ ਕਿ ਪਹਿਲਾਂ ਤਾਂ ਜਿਹੜੇ ਜਿੰਨੇ ਸੈਟੇਲਾइट ਨੇ ਇਹ ਸਾਰੇ ਸਰਕਾਰਾਂ ਬਣਾਉਂਦੀਆਂ ਨੇ, ਅੱਜ ਵੀ ਹਜੇ ਸਰਕਾਰਾਂ ਬਣਾ ਰਹੀਆਂ ਨੇ। ਜਿਵੇਂ ਇੰਡੀਆ 'ਚ ਕੀ ਹੈ? ਇਸਰੋ ਆ, ਅਮਰੀਕਾ ਦੀ ਕਿਹੜੀ ਹੈਗੀ? ਨਾਸਾ, ਜਾਪਾਨ ਦੀ ਕੀ ਹੈ? ਜਿਕਸਾ,
ਰਸ਼ੀਆ ਦੀ ਕਿਹੜੀ ਹੈ ਰੋਮਕੋਸ। ਇਹ ਸਾਰੀਆਂ ਸੰਸਥਾਵਾਂ ਜਿਹੜੀਆਂ ਹੈਗੀਆਂ ਨੇ ਸਰਕਾਰੀ ਨੇ, ਪਰੰਤੂ ਹੌਲੀ ਹੌਲੀ ਅੱਜ ਕੱਲ੍ਹ ਨੇ ਸਰਕਾਰੀ ਤੋਂ ਕਿਹਦੇ ਵੱਲ ਆ ਰਹੀਆਂ ਨੇ, ਪ੍ਰਾਈਵੇਟ ਵੱਲ ਆ ਰਹੀਆਂ। ਸਪੇਸ ਐਕਸ ਸਰਕਾਰ ਪ੍ਰਾਈਵੇਟ ਹੈ ਨਾ, ਸਪੇਸ ਐਕਸ ਦੀ ਇੱਕ ਪ੍ਰਾਈਵੇਟ ਏਜੰਸੀ ਆ ਕਿਹਦੀ, ਅਮਰੀਕਾ ਦੀ, ਪ੍ਰਾਈਵੇਟ ਵੱਲ ਆ ਰਿਹਾ। ਪ੍ਰਾਈਵੇਟ ਉਹਨੂੰ ਲੱਗ ਰਿਹਾ ਕਿ ਬਹੁਤ ਮੌਕੇ ਨੇ, ਜਿਵੇਂ ਟੂਰਿਜ਼ਮ ਦੇ ਬਹੁਤ ਮੌਕੇ ਨੇ। ਅੱਜ ਕੱਲ੍ਹ ਲੋਕ ਚਾਹੁੰਦੇ ਨੇ, ਬਹੁਤ ਸਾਰੇ ਵੱਡੇ ਅਮੀਰ ਬੰਦੇ ਵੀ ਯਾਰ ਅਸੀਂ ਘੁੰਮ ਕੇ ਆਈਏ ਦੁਨੀਆ ਤੋਂ ਬਾਹਰਲੇ ਪਾਸੇ, ਸਮਝੇ, ਆਪਣੇ ਸੁਪਨੇ ਦਾ ਯਕੀਨ ਹੀ ਵੀ ਚੱਲ ਇੰਡੀਆ ਘੁੰਮ ਲਾਂਗੇ ਯਾਰ, ਹੈ ਨਾ, ਫਿਰ ਆਪਣਾ ਸੁਪਨਾ ਕੈਨੇਡਾ ਘੁੰਮ ਲਾਂਗੇ, ਫਿਰ ਆਸਟ੍ਰੇਲੀਆ ਘੁੰਮ ਲਾਂਗੇ। ਉਹ ਹੁਣ ਉਹ ਦੇਖ ਲਿਆ ਉਹਨਾਂ ਨੇ, ਹੁਣ ਸੁਪਨਾ ਕੀ ਹੋਗਾ ਵੀ ਯਾਰ ਦੁਨੀਆ ਤੋਂ ਬਾਹਰ ਵੀ ਘੁੰਮ ਕੇ ਆਈਏ, ਸਮਝੇ ਗੱਲ ਨੂੰ। ਤਾਂ ਇਹ ਏਜੰਸੀਆਂ ਇਹਨਾਂ ਰਿਸਕ ਨਹੀਂ ਸੀ ਲੈਂਦੀਆਂ, ਇਹ ਕਹਿੰਦੇ ਅਸੀਂ ਨਹੀਂ ਇਹ ਕੰਮ ਕਰਦੇ। ਸਾਡਾ ਜਿਹੜਾ ਇਹ ਏਜੰਸੀਆਂ ਨੇ ਇਹ ਉਹ ਸੈਟੇਲਾਈਟ ਬਣਾਉਂਦੀਆਂ ਨੇ ਜਿਹੜੀਆਂ ਕੀ ਕਰਨਾ ਲੋਕਾਂ ਦੇ ਭਲੇ ਲਈ ਹੋਣ, ਵਪਾਰਕ ਤੌਰ 'ਤੇ ਨਹੀਂ ਇਹ ਕੰਮ ਕਰਦੀਆਂ। ਪਰੰਤੂ ਹੁਣ ਲੋਕਾਂ ਦਾ ਮਨ ਬਣਿਆ ਵੀ ਯਾਰ ਅਸੀਂ ਘੁੰਮ ਕੇ ਆਈਏ, ਬਾਹਰਲੇ ਪਾਸੇ ਦੇਖੀਏ ਵੀ ਕੀ ਚੱਲਦਾ, ਅਸੀਂ ਉੱਥੇ ਇੰਜੋਏ ਕਰਕੇ ਉੱਥੇ ਖਾਣਾ ਰੈਸਟੋਰੈਂਟ ਵਗੈਰਾ ਬਣਾਓ, ਕਹਿਣ ਦਾ ਮਤਲਬ ਤਾਂ ਬਹੁਤ ਕੁਝ ਚੱਲ ਰਿਹਾ ਅੱਜ ਕੱਲ੍ਹ। ਚੰਦਰਮਾ ਤੇ ਮੰਗਲ ਆਉਣ ਵਾਲੇ ਆਪਣੇ ਸਮੇਂ ਦੇ ਵਿੱਚ ਹੀ, ਆਪਣੇ ਸਮੇਂ ਦੇ ਵਿੱਚ ਹੀ ਲੋਕ ਚੰਦਰਮਾ 'ਤੇ ਘੁੰਮਣ ਜਾਇਆ ਕਰਨਗੇ। ਅੱਜ 10 ਸਾਲ ਦੇ ਵਿੱਚ ਆਪਣੇ ਦੇਖਦੇ ਲੋਕ ਮੰਗਲ ਗ੍ਰਹਿ 'ਤੇ ਘੁੰਮਣ ਜਾਇਆ ਕਰਨਗੇ ਵੀ ਯਾਰ ਛੁੱਟੀਆਂ ਕੱਟ ਕੇ ਆਉਣੇ 10 ਦਿਨਾਂ ਦੀਆਂ 15 ਦਿਨਾਂ ਦੀਆਂ ਜਾਣਗੇ ਲੋਕ, ਸਮਝੇ ਗੱਲ ਨੂੰ। ਸਟਾਰਟ ਹੋ ਗਿਆ ਇਹ ਸੈੱਟ, ਅੰਤਰਿਕਸ਼ ਤਾਂ ਜਾਣ ਲੱਗ ਗਏ, ਅੰਤਰਿਕਸ਼ ਭਾਵ ਧਰਤੀ ਤੋਂ ਬਾਹਰ ਤਾਂ ਜਾਣਾ ਸਟਾਰਟ ਹੋ ਗਏ। ਰੀਸੈਂਟ 'ਚ ਹੁਣੇ ਜਾ ਕੇ ਆਏ ਨੇ, ਤੁਸੀਂ ਨਾਮ ਸੁਣਿਆ ਹੋਊਗਾ, ਐਮਾਜ਼ੋਨ ਕੰਪਨੀ ਦਾ ਮਾਲਕ ਕੌਣ ਹੈਗਾ, ਐਮਾਜ਼ੋਨ ਕੰਪਨੀ ਸੁਣੀਆਂ ਨਾ, ਐਮਾਜ਼ੋਨ ਕੰਪਨੀ ਦਾ ਮਾਲਕ ਕੌਣ ਹੈਗਾ, ਸ਼ਾਬਾਸ਼, ਇਟ ਇਜ਼ ਜੈਫ ਬੈਜ਼ੋਸ। ਇਹ ਜਾ ਕੇ ਆਇਆ ਰੀਸੈਂਟ ਦੇ ਵਿੱਚ, ਜੈਫ ਬੈਜ਼ੋਸ ਦਾ ਨਾਮ ਦੈਟ ਇਜ਼ ਕੀ ਆਇਆ ਕਿ ਇਹ ਹੁਣੇ ਜਾ ਕੇ ਆਇਆ, ਇਹ ਚੰਦਰਮਾ ਮੰਗਲ 'ਤੇ ਨਹੀਂ ਗਿਆ, ਧਰਤੀ ਤੋਂ ਬਾਹਰ ਜਾ ਕੇ ਜਿੱਥੇ ਜਾ ਕੇ ਉੱਡਣ ਲੱਗ ਗਿਆ, ਭਾਵ ਪੁਲਾੜ 'ਚ ਪਹੁੰਚ ਗਿਆ, ਸਮਝੇ ਗੱਲ ਨੂੰ। ਉੱਥੇ ਜਾ ਕੇ 15 ਮਿੰਟ ਬੈਠਿਆ, 15 ਮਿੰਟ ਉਹਨੂੰ ਦਿਖਾਇਆ ਵੀ ਯਾਰ ਧਰਤੀ ਹੈ, ਧਰਤੀ ਘੁੰਮ ਰਹੀ ਹੈ ਬਾਹਰਲੇ ਪਾਸੋਂ, ਸਮਝੇ ਗੱਲ ਨੂੰ। ਉੱਥੇ ਉਹਨਾਂ ਨੇ ਪਾਰਟੀ ਵਗੈਰਾ ਕੀਤੀ, ਪਾਰਟੀ ਵਗੈਰਾ ਕਰਕੇ ਕੀ ਆ ਮੁੜ ਕੇ ਵਾਪਸ ਕੀ ਆਇਆ ਹੈਗਾ ਧਰਤੀ 'ਤੇ। ਇੰਡੀਆ ਦੇ ਵਿੱਚੋਂ ਨਾਮ ਆ ਰਿਹਾ ਹੈਗਾ, ਉੜਦੀ ਖਬਰ ਆ, ਪੱਕੀ ਖਬਰ ਨਹੀਂ, ਇੰਡੀਆ 'ਚੋਂ ਨਾਮ ਆ ਰਿਹਾ ਸਚਿਨ ਦਾ, ਕਿ ਸਚਿਨ ਦੈਟ ਇਜ਼ ਕਿਨੇ ਕੀ ਕੀਤਾ ਉਹਨਾਂ ਨੇ, ਬੁਕਿੰਗ ਕਰਾਈ ਆ ਆਪਣੀ। ਪਤਾ ਲੱਗਦਾ ਜੀ ਧਰਤੀ ਸਪੀਡ ਦਾ ਘੁੰਮਣ ਦਾ ਬਹੁਤ ਪਤਾ ਲੱਗਦਾ, ਸਮਝੇ ਗੱਲ ਨੂੰ। ਧਰਤੀ ਪੂਰੀਆਂ ਰਾਊਂਡਿੰਗ ਕਰ ਰਹੀ ਹੈ, ਘੁੰਮ ਰਹੀ ਹੈ, ਪਤਾ ਲੱਗਦਾ ਜਮਾਂ ਕਲੈਰਿਟੀ ਨਾਲ, ਜਿਵੇਂ ਧਰਤੀ ਗੋਲ ਆ, ਕੱਲੀ ਗੱਲ ਦਾ ਪਤਾ ਲੱਗਦਾ, ਸਮਝੇ ਗੱਲ ਨੂੰ। ਹੈ ਤਾਂ ਇੰਡੀਆ 'ਚ ਸਚਿਨ ਦਾ ਨਾਮ ਆ ਰਿਹਾ ਕਿ ਇਹਨੇ ਬੁਕਿੰਗ ਕਰਾਈ ਹੈ, ਕਿ ਜਦੋਂ ਦੈਟ ਇਜ਼ ਕਿ ਸੈਟੇਲਾਈਟ ਪ੍ਰੋਪਰਲੀ ਤਿਆਰ ਹੋ ਗਈਆਂ ਤਾਂ ਇੰਡੀਆ ਦੇ ਕੰਨਿਓ ਵੀ ਸਚਿਨ, ਸ਼ਾਇਦ ਭਾਰਤ ਕੰਨਿਓ ਤੰਦੂਲਕਰ, ਹਾਂ ਵੀ ਇਹ ਜਾਣ ਕੇ ਮਤਲਬ ਹਜੇ ਰਿਊਮਰਸ ਨੇ, ਪਰ ਨਾਮ ਇਹਨਾਂ ਦਾ ਕਾਫੀ ਆ ਰਿਹਾ ਵੀ ਇਹਨਾਂ ਨੇ ਬੁਕਿੰਗ ਕਰਾਈ ਹੈ ਇੰਡੀਆ ਦੇ ਕੰਨਿਓ। ਤਾਂ ਇਹ ਜਿਹਾ ਕੰਮ ਚੱਲ ਪਿਆ ਤਾਂ ਭਾਰਤ ਨੂੰ ਵੀ ਲੱਗਿਆ ਕਿ ਯਾਰ ਇੰਡੀਆ 'ਚ, ਕਿਉਂਕਿ ਇੰਡੀਆ 'ਚ ਹਜੇ ਜਿਵੇਂ ਅਮਰੀਕਾ 'ਚ ਦੱਸਿਆ ਸਪੇਸ ਐਕਸ ਸਟਾਰਟ ਹੋ ਗਈ, ਤਾਂ ਦੁਨੀਆ 'ਚ ਬਾਕੀ ਦੇਸ਼ਾਂ 'ਚ ਸਟਾਰਟ ਹੋ ਰਹੇ ਨੇ, ਪਰ ਹਜੇ ਇੰਡੀਆ 'ਚ ਪ੍ਰਾਈਵੇਟ ਇੰਨਾ ਤਕੜਾ ਸਟਾਰਟ ਨਹੀਂ ਹੋ ਰਿਹਾ। ਤਾਂ ਤੇਲੰਗਾਨਾ ਹੁਣ ਆ ਯਾਰ ਰੱਖਣਾ ਸੀ ਕੁਐਸਚਨ, ਤੇਲੰਗਾਨਾ ਦੀ ਸਰਕਾਰ ਨੇ ਸਟਾਰਟ ਕੀਤਾ ਕਿ ਭਾਰਤ ਸਰਕਾਰ ਸਟਾਰਟ ਕੀਤਾ ਕਿ ਤੇਲੰਗਾਨਾ ਨੂੰ ਸਪੇਸ ਹੱਬ ਬਣਾਇਆ ਜਾਊ ਭਾਰਤ ਦਾ। ਇੱਥੇ ਅਲੱਗ-ਅਲੱਗ ਪ੍ਰਾਈਵੇਟ ਕੰਪਨੀਆਂ ਆ ਸਕਦੀਆਂ ਨੇ, ਆ ਕੇ ਕੀ ਬਣਾ ਸਕਦੇ, ਸੈਟੇਲਾਈਟ ਬਣਾ ਸਕਦੀਆਂ ਨੇ, ਸੈਟੇਲਾਈਟ ਬਣਾ ਕੇ ਪ੍ਰਾਈਵੇਟ ਕੰਮ ਕੀ ਸਟਾਰਟ ਕਰ ਸਕਦੀਆਂ ਨੇ। ਤਾਂ ਕੁਐਸਚਨ ਆਉ ਕਿਹੜਾ ਭਾਰਤ ਦਾ ਰਾਜ ਆ ਜਿਹਨੂੰ ਸਪੇਸ ਹੱਬ ਬਣਾਇਆ ਜਾ ਰਿਹਾ, ਤਾਂ ਧਿਆਨ ਰੱਖਣਾ ਤੇਲੰਗਾਨਾ ਰਾਜ ਨੂੰ ਸਪੇਸ ਹੱਬ ਬਣਾਇਆ ਜਾ ਰਿਹਾ। ਤੇਲੰਗਾਨਾ ਦੀ ਰਾਜਧਾਨੀ ਕਿਹੜੀ ਹੈਗੀ, ਹੈਦਰਾਬਾਦ। ਤੇਲੰਗਾਨਾ ਦੀ ਰਾਜਧਾਨੀ ਕੀ ਆ, ਹੈਦਰਾਬਾਦ। ਇਹਨੂੰ ਬਣਾਇਆ ਨੇ, ਇੱਕ ਟੂਰਨਾਮੈਂਟ ਹੋ ਕੇ ਹਟਿਆ, ਦੈਟ ਇਜ਼ ਸਰਬੀਆ ਓਪਨ ਟੈਨਿਸ ਟੂਰਨਾਮੈਂਟ। ਬਹੁਤ ਹੀ ਵੱਡਾ ਇਹ ਟੂਰਨਾਮੈਂਟ ਹੁੰਦਾ ਹੈਗਾ, ਨਾਮ ਤੁਸੀਂ ਦੱਸਿਆ ਜਿਵੇਂ ਸਰਬੀਆ ਓਪਨ ਟੂਰਨਾਮੈਂਟ ਆ। ਕਾਹਦਾ ਟੂਰਨਾਮੈਂਟ ਆ, ਪਹਿਲਾਂ ਕੁਐਸਚਨ ਇਹ ਬਣਦਾ, ਇਹ ਹੈਗਾ ਟੈਨਿਸ ਦਾ। ਟੈਨਿਸ ਵੀ ਕਾਫੀ ਤਰ੍ਹਾਂ ਦੀ ਹੁੰਦੀ ਆ, ਉਹ 'ਚ ਕਹਿੰਦੇ ਲੌਨ ਟੈਨਿਸ। ਲੌਨ ਟੈਨਿਸ ਭਾਵ ਸਮਝਦੇ ਹੋਵੋਗੇ ਨਾ, ਟੈਨਿਸ ਤੇ ਲੌਨ ਟੈਨਿਸ ਇੱਕੋ ਹੀ ਹੈ। ਟੇਬਲ ਟੈਨਿਸ ਦੈਟ ਇਜ਼ ਕਿ ਵੱਖਰੀ ਗੇਮ ਆ ਗਈ। ਤਾਂ ਲੌਨ ਟੈਨਿਸ ਦਾ ਬਹੁਤ ਵੱਡਾ ਮੁਕਾਬਲਾ ਹੁੰਦਾ ਸਰਬੀਆ ਓਪਨ ਟੂਰਨਾਮੈਂਟ, ਸਮਝੇ ਗੱਲ ਨੂੰ। ਇਹ ਰੀਸੈਂਟ ਹੋ ਕੇ ਹਟਿਆ। ਕੁਐਸਚਨ ਆਊਗਾ ਵੀ ਫਾਈਨਲ ਮੈਚ ਕਿਹਦੇ ਵਿੱਚ ਸੀ, ਤੁਹਾਨੂੰ ਪਤਾ ਹੋਣਾ ਇੱਕ ਬਹੁਤ ਤਕੜਾ ਪਲੇਅਰ ਹੈ ਸਰਬੀਆ ਦਾ ਹੀ, ਸਰਬੀਆ ਦਾ ਕੋਈ ਟੈਨਿਸ ਪਲੇਅਰ ਦਾ ਨਾਮ ਯਾਦ ਆ, ਬਹੁਤ ਆਪਣਾ ਕੁਐਸਚਨ ਆਇਆ ਹੈ। ਸਰਬੀਆ ਦਾ ਪਲੇਅਰ ਆ ਨੋਵਾਕ ਜੋਕੋਵਿਚ, ਸੁਣਿਆ ਨਾਮ ਇਹਦਾ, ਨੋਵਾਕ ਜੋਕੋਵਿਚ। ਇਹ ਪਲੇਅਰ ਹੈਗਾ ਸਰਬੀਆ ਦਾ, ਧਿਆਨ ਰੱਖਣਾ ਇਹ ਗੱਲ। ਪਰ ਇਹ ਨੋਵਾਕ ਜੋਕੋਵਿਚ ਬਹੁਤ ਤਕੜਾ ਪਲੇਅਰ ਹੈ, ਇਹਨੂੰ ਹਰਾਤਾ, ਸਰਬੀਆ ਦੇ ਪਲੇਅਰ ਨੂੰ ਹੀ ਹਰਾਤਾ। ਇਹਨੇ, ਇਹਦਾ ਨਾਂ ਜ਼ਿਆਦਾ ਇੰਪੋਰਟੈਂਟ ਹੈ ਪਰ ਇਹ ਹਾਰ ਗਿਆ, ਧਿਆਨ ਰੱਖਣਾ। ਜਿੱਤਿਆ ਕੌਣ ਆ, ਇਹਦਾ ਨਾਂ ਹੈਗਾ ਆਂਦਰੇ ਰੋਬਲੇਵ। ਨਾਂ ਇਹਦਾ ਵੀ ਕਾਫੀ ਜ਼ਿਆਦਾ ਪਰ ਇੰਨਾ ਫੇਮਸ ਨਹੀਂ ਜਿੰਨਾ ਨੋਵਾਕ। ਤਾਂ ਇਹਨੇ ਫਾਈਨਲ 'ਚ ਇਹਨੂੰ ਹਰਾਤਾ, ਧਿਆਨ ਰੱਖਣਾ, ਆਂਦਰੇ ਰੋਬਲੇਵ। ਇਹਨੂੰ ਹਰਾਤਾ ਨੋਵਾਕ ਜੋਕੋਵਿਚ ਨੂੰ ਹਰਾ ਕੇ ਆਂਦਰੇ ਰੋਬਲੇਵ ਨੇ ਕੀ ਜਿੱਤਿਆ ਹੈਗਾ, ਸਰਬੀਆ ਓਪਨ ਟੂਰਨਾਮੈਂਟ ਕੀ ਜਿੱਤਿਆ, ਇਹਨੇ ਜਿੱਤਿਆ। ਹਾਂ, ਪਰ ਇਹ ਕੁਐਸਚਨ ਇਹ ਆਇਆ ਸੀ ਕਿ ਨੋਵਾਕ ਜੋਕੋਵਿਚ ਕਿਹੜੇ ਦੇਸ਼ ਦਾ, ਇਹ ਕੁਐਸਚਨ ਨਹੀਂ ਆਉਂਦਾ। ਆਂਦਰੇ ਰੋਬਲੇਵ ਨੂੰ
ਕੀ ਮਿਲਿਆਗਾ ਇਸ ਵਾਰ। ਇਹਨਾਂ ਅਵਾਰਡ ਤਾਂ ਜਾਂਦਾ ਹਰ ਸਾਲ, ਇਹਦਾ ਨਾਂ ਹੈਗਾ ਚੈਂਪੀਅਨ ਆਫ ਅਰਥ ਅਵਾਰਡ। ਬਹੁਤ ਵਧੀਆ ਅਵਾਰਡ ਆ। 2 ਸਾਲ ਪਹਿਲਾਂ ਇਹ ਪ੍ਰਧਾਨ ਮੰਤਰੀ ਮੋਦੀ ਨੂੰ ਦਿੱਤਾ ਗਿਆ ਸੀਗਾ ਚੈਂਪੀਅਨ ਆਫ ਅਰਥ ਅਵਾਰਡ। ਬਹੁਤ ਵੱਡਾ ਅਵਾਰਡ ਹੈ ਦੁਨੀਆ ਦਾ। ਜਿਹੜਾ ਬੰਦਾ ਦੁਨੀਆ ਦੇ ਵਾਤਾਵਰਨ ਨੂੰ ਠੀਕ ਕਰਨ ਦੇ ਲਈ, ਵਾਤਾਵਰਨ ਨੂੰ ਬਚਾਉਣ ਲਈ ਕੰਮ ਕਰਦਾ, ਉਹਨੂੰ ਕਿਹੜਾ ਅਵਾਰਡ ਮਿਲਦਾ ਗਾ? ਚੈਂਪੀਅਨ ਆਫ ਅਰਥ ਅਵਾਰਡ ਮਿਲਦਾ। ਵਰਲਡ ਦਾ ਅਵਾਰਡ ਆ, ਧਿਆਨ ਰੱਖਣਾ ਹੈ। ਤਾਂ ਸਾਡੇ ਪ੍ਰਧਾਨ ਮੰਤਰੀ ਨੇ ਕਾਫੀ ਵੱਡਾ ਕੰਮ ਕੀਤਾ ਸੀਗਾ ਵਾਤਾਵਰਨ ਨੂੰ ਬਚਾਉਣ ਲਈ। ਕੀ ਕਰਕੇ? ਸੋਲਰ ਪੈਨਲ ਲਾ ਕੇ। ਸਭ ਤੋਂ ਤੇਜ਼ੀ ਨਾਲ ਜੇ ਸੋਲਰ ਪੈਨਲ ਲੱਗ ਰਹੇ ਨੇ, ਜੇ ਵਰਲਡ 'ਚੋਂ ਕਿੱਥੇ ਲੱਗ ਰਹੇ ਨੇ ਪੁੱਤਰੋ? ਭਾਰਤ 'ਚ ਲੱਗ ਰਹੇ ਨੇ। ਬਹੁਤ ਤੇਜ਼ੀ ਨਾਲ ਇਨਕਰੀਜ਼ਿੰਗ ਆਰਡਰ 'ਚ ਕੀ ਆ ਲੱਗ ਰਹੇ ਨੇ, ਜਿਹਦੇ ਨਾਲ ਵੱਡੇ ਪੱਧਰ 'ਤੇ ਕੀ ਬਚਦਾ ਗਾ? ਵਾਤਾਵਰਨ ਸਾਡਾ ਬਚਦਾ। ਅਤੇ ਇਹਦੀ ਖੁਸ਼ੀ ਦੇ ਵਿੱਚ ਉਹਨਾਂ ਨੂੰ ਕੀ ਮਿਲਿਆ ਸੀਗਾ? ਚੈਂਪੀਅਨ ਅਵਾਰਡ ਮਿਲਿਆ ਸੀਗਾ। ਪਰ ਇਹ ਕੁਐਸਚਨ ਵੀ ਪਹਿਲਾਂ ਮਿਲਿਆ ਸੀ, ਹੁਣ ਨਹੀਂ। ਕੁਐਸਚਨ ਹੈ ਕਿ ਇਸ ਸਾਲ ਦਾ ਚੈਂਪੀਅਨ ਆਫ ਅਰਥ ਅਵਾਰਡ ਕਿਹਨੂੰ ਮਿਲਿਆ ਗਿਆ? ਸਮਝੇ ਗੱਲ ਨੂੰ? ਪਹਿਲੀ ਗੱਲ ਤਾਂ ਕੁਐਸਚਨ ਵੀ ਚੈਂਪੀਅਨ ਆਫ ਅਰਥ ਅਵਾਰਡ ਦਿੰਦਾ ਕੌਣ? ਦੁਨੀਆ ਦੀ ਇੱਕ ਕਹਿੰਦਾ ਮਤਲਬ ਸੰਸਥਾ ਜਿਹਦਾ ਨਾਮ ਹੈਗਾ UNEP। UNEP ਦਾ ਪੁਰਾਣਾ ਰੱਖਣਾ ਗਾ ਯੂਨਾਈਟਿਡ ਨੇਸ਼ਨ एनवायरनमेंट प्रोग्राम। पूरा नाम रखना यूनाइटेड नेशन एनवायरनमेंट प्रोग्राम, UNEP का पूरा नाम है। ये साथियों एक बंदा सीगा जिहदा नाम है डेविड इटनब्रो। नाम रखना स्विट्जरलैंड के नहीं, डेविड इटनब्रो। डेविड इटनब्रो। यूनाइटेड नेशन एनवायरनमेंट वातावरण प्रोग्राम, यूनाइटेड नेशन एनवायरनमेंट प्रोग्राम ਇਹਦਾ ਪੂਰਾ ਨਾਮ ਹੈ। ਕਿਹਨੂੰ ਮਿਲਿਆ ਚੈਂਪੀਅਨ ਆਫ ਅਰਥ ਅਵਾਰਡ? ਡੇਵਿਡ ਇਟਨਬਰੋ ਨੂੰ ਮਿਲਿਆਗਾ। ਇਹਨਾਂ ਨੇ ਕਾਫੀ ਵੱਡੇ ਪੱਧਰ ਤੇ ਜੰਗਲਾਂ ਨੂੰ ਬਚਾਉਣ ਦੇ ਲਈ ਕੀ ਕੰਮ ਕੀਤਾ ਹੈ, ਤਾਂ ਕਰਕੇ ਇਹਨੂੰ ਕੀ ਚੈਂਪੀਅਨ ਆਫ ਅਰਥ ਅਵਾਰਡ ਦਿੱਤਾ ਗਿਆ ਇਸ ਸਾਲ। ਚੈਂਪੀਅਨ ਬਹੁਤ ਵਧੀਆ ਕੁਐਸਚਨ ਆ। ਰੀਸੈਂਟ ਦੇ ਵਿੱਚ ਨਾ 2022 ਚ ਏਸ਼ੀਅਨ ਰੈਸਲਿੰਗ ਚੈਂਪੀਅਨਸ਼ਿਪ ਹੋ ਕੇ ਹਟੀ ਆ ਅਪ੍ਰੈਲ ਦੇ ਮਹੀਨੇ। ਜੇ ਥੋੜਾ ਜਿਹਾ ਕੋਈ ਸ਼ੌਂਕ ਰੱਖਦਾ ਹੋਇਆ ਰੈਸਲਿੰਗ ਦਾ ਤਾਂ ਉਹਨੇ ਨਿਊਜ਼ ਜ਼ਰੂਰ ਸੁਣੀ ਹੋਊਗੀ। ਏਸ਼ੀਅਨ ਰੈਸਲਿੰਗ ਚੈਂਪੀਅਨਸ਼ਿਪ ਹੋ ਕੇ ਹਟੀ ਆ। ਅਬ ਏਸ਼ੀਆ ਦੇ ਦੇਸ਼ਾਂ ਦੇ ਵਿੱਚ ਵੱਡੇ ਪੱਧਰ 'ਤੇ ਏਸ਼ੀਅਨ ਕੰਟਰੀ ਖੇਡਦੀਆਂ ਨੇ ਕੀ ਕੁਸ਼ਤੀ। ਸਮਝੀ ਗੱਲ ਨੂੰ? ਤਾਂ ਕੁਸ਼ਤੀ ਮੁਕਾਬਲੇ ਹੋਏ ਨੇ। ਤਾਂ ਇਹ 2022 ਦੇ ਏਸ਼ੀਅਨ ਗੇਮਾਂ ਦੇ ਵਿੱਚੋਂ ਭਾਰਤ ਕਿਹੜੇ ਨੰਬਰ 'ਤੇ ਰਿਹਾ? ਸਾਥੀ ਧਿਆਨ ਰੱਖਣਾ, ਭਾਰਤ ਕਿਵੇਂ ਨੰਬਰ 'ਤੇ ਰਿਹਾ? 5ਵੇਂ ਨੰਬਰ 'ਤੇ ਰਿਹਾ। ਭਾਰਤ 17 ਮੈਡਲ ਜਿੱਤ ਕੇ ਲੈ ਕੇ ਆਇਆ ਏਸ਼ੀਅਨ ਰੈਸਲਿੰਗ ਚੈਂਪੀਅਨਸ਼ਿਪ 'ਚੋਂ, ਜਿਹਦੇ ਵਿੱਚੋਂ ਆਹ ਕੁਐਸਚਨ ਸਭ ਤੋਂ ਇੰਪੋਰਟੈਂਟ ਆਹੀ ਹੈਗਾ, ਜਿਹਦੇ ਵਿੱਚੋਂ ਇੱਕ ਭਾਰਤ ਨੇ ਕੀ ਜਿੱਤਿਆ ਹੈਗਾ? ਗੋਲਡ ਮੈਡਲ। ਕੁਐਸਚਨ ਆਉ ਕਿ ਭਾਰਤ ਵਿੱਚੋਂ ਕਿਹੜਾ ਭਲਵਾਨ ਆ ਜਿਹੜਾ ਕੀ ਜਿੱਤ ਕੇ ਲੈ ਕੇ ਆਏਗਾ? ਗੋਲਡ ਮੈਡਲ ਜਿੱਤ ਕੇ ਲੈ ਕੇ ਆਇਆ। ਸਮਝੀ ਗੱਲ ਨੂੰ? ਤਾਂ ਇੱਕੋ ਹੀ ਆ ਜਿਹਦਾ ਨਾਂ ਹੈਗਾ ਰਵੀ ਦਹੀਆ। ਰਵੀ ਦਹੀਆ ਨਾਮ ਸੁਣਿਆ ਸੀ ਪਹਿਲਾਂ? ਰਵੀ ਦਹੀਆ ਦਾ ਸੁਣਿਆ ਹੋਊਗਾ ਕਿਉਂਕਿ ਇਹ ਬੰਦਾ ਸਾਡੇ ਭਾਰਤ ਵਾਸਤੇ ਓਲੰਪਿਕ ਮੈਡਲ ਵੀ ਜਿੱਤ ਕੇ ਲੈ ਕੇ ਆਇਆ ਸੀਗਾ ਪਿਛਲੇ ਸਾਲ ਜਦੋਂ ਟੋਕੀਓ ਓਲੰਪਿਕ ਗੇਮਾਂ ਹੋਈਆਂ ਸੀ। ਪਰ ਉਸ ਟਾਈਮ 'ਤੇ ਉਹਨੇ ਗੋਲਡ ਨਹੀਂ ਜਿੱਤਿਆ, ਉਸ ਟਾਈਮ 'ਤੇ ਉਹ ਸਿਲਵਰ ਮੈਡਲਿਸਟ। ਸਿਲਵਰ ਮੈਡਲ ਜਿੱਤੇ ਰਵੀ ਦਹੀਆ ਨੇ, ਪਰ ਗੋਲਡ ਮੈਡਲ ਜਿੱਤਿਆ ਉਹਨੇ ਏਸ਼ੀਆ ਚੈਂਪੀਅਨਸ਼ਿਪ ਵਿੱਚ। ਤਾਂ ਤਿੰਨ ਸਾਥੀਓ ਦੁਨੀਆ ਦਾ ਬਹੁਤ ਵੱਡਾ ਅਵਾਰਡ ਆ ਸਪੋਰਟਸ ਦਾ। ਉਹਨੂੰ ਕਹਿੰਦੇ ਲੋਰੀਆਲ। ਲੋਰੀਆਲ ਸਪੋਰਟਸ ਆਫ ਦਾ ਈਅਰ। ਤਾਂ ਕੋਈ ਪਲੇਅਰ ਜਿਹਨੇ ਬਹੁਤ ਵਧੀਆ ਕੰਮ ਕੀਤਾ ਹੋਵੇ ਸਾਲ ਦੇ ਵਿੱਚ, ਤਾਂ ਉਹਨੂੰ ਕੀ ਦਿੰਦੇ ਨੇ? ਲੋਰੀਆਲ ਸਪੋਰਟਸ ਆਫ ਦਾ ਈਅਰ ਅਵਾਰਡ ਦਿੱਤਾ ਜਾਂਦਾ। ਬਹੁਤ ਵੱਡਾ ਅਵਾਰਡ ਆ ਦੁਨੀਆ ਦਾ ਇਹ। ਆਪਣੇ ਵਾਸਤੇ ਮਾਣ ਵਾਲੀ ਗੱਲ ਕੀ ਹੈ ਕਿ ਭਾਰਤ ਦਾ ਵੀ ਇੱਕ ਪਲੇਅਰ ਇਹਦੇ ਵਿੱਚ ਨੋਮੀਨੇਟ ਹੋਇਆ ਸੀਗਾ। ਨੋਮੀਨੇਟ ਹੋਇਆ ਪਰ ਨਾਮ ਗਿਆ, ਜਿੱਤਿਆ ਨਹੀਂ ਉਹ, ਪਰ ਉਹਦਾ ਨਾਂ ਆਇਆ ਸੀ ਵੀ ਇਹ ਵੀ ਭਾਗ ਮੈਂਬਰ ਆ ਕਹਿੰਦਾ ਮਤਲਬ। ਤਾਂ ਕੁਐਸਚਨ ਭਾਰਤ ਦਾ ਕਿਹੜਾ ਪਲੇਅਰ ਨੋਮੀਨੇਟ ਹੋਇਆ ਹੈਗਾ? ਤਾਂ ਨੋਮੀਨੇਟ ਤਾਂ ਹੋਇਆ ਸੀਗਾ ਆਪਣੇ ਇੱਕ ਪਲੇਅਰ ਆ ਜਿਹੜਾ ਓਲੰਪਿਕ 'ਚ ਗੋਲਡ ਮੈਡਲ ਲੈ ਕੇ ਆਇਆ। ਕੌਣ ਲੈ ਕੇ ਆਏਗਾ ਓਲੰਪਿਕ 'ਚ ਗੋਲਡ ਮੈਡਲ? ਕਿਹਦਾ ਹੈਗਾ ਓਲੰਪਿਕ 'ਚ ਗੋਲਡ ਮੈਡਲ? ਕਿਹਦਾ ਹੈਗਾ? ਨਾਂ ਦੱਸੋ। ਓਲੰਪਿਕ 'ਚ ਗੋਲਡ ਮੈਡਲ ਭਾਰਤ ਦਾ ਕਿਹੜਾ ਪਲੇਅਰ ਲੈ ਕੇ ਆਇਆ? ਸਾਥੀ ਕੌਣ ਲੈ ਕੇ ਆਏਗਾ? ਨੀਰਜ ਚੋਪੜਾ। ਨਾਮ ਇਹਦਾ ਪੱਕਾ ਯਾਦ ਰੱਖਣਾ ਪੁੱਤਰੋ, ਬਹੁਤ ਤਕੜਾ ਪਲੇਅਰ ਹੈ। ਇਹਦਾ ਨਾਂ ਅੱਗੇ ਆਇਆ ਸੀ ਨੀਰਜ ਚੋਪੜਾ ਦਾ, ਪਰੰਤੂ ਇਹਨੂੰ ਮਿਲਿਆ ਨਹੀਂਗਾ। ਮਿਲਿਆ ਕਿਹਨੂੰ ਆ? ਇੱਕ ਪਲੇਅਰ ਆ ਮੈਕਸ ਬੈਟਸਮਨ। ਸੁਣਿਆ ਨਾਮ ਕਿਸ ਨੇ ਦਾ ਪਲੇਅਰ ਦਾ? ਮੈਕਸ ਬੈਟਸਮਨ ਦਾ। ਬਹੁਤ ਤਕੜਾ ਪਲੇਅਰ ਹੈ, ਬੜਾ ਨਾਂ ਚੱਲਦਾ ਇਹਦਾ। ਕਿਹੜਾ ਕਿਹਦਾ ਪਲੇਅਰ ਹੈ ਇਹ? ਹੈਗਾ ਕਾਰਾਂ ਦਾ। ਜਿਹੜੀਆਂ ਕਾਰਾਂ ਨਹੀਂ ਆਉਂਦੀਆਂ ਉਹਨੂੰ ਕਹਿੰਦੇ ਫਾਰਮੂਲਾ 1। ਇਹ ਫਾਰਮੂਲਾ 1 ਪਲੇਅਰ ਆ ਬਹੁਤ ਤਕੜੀਆਂ ਕਾਰਾਂ ਚਲਾਉਂਦਾ। ਸਭ ਤੋਂ ਤੇਜ਼ ਕਾਰ ਚਲਾਉਣ ਵਾਲਾ ਜਿਹੜਾ ਪਲੇਅਰ ਆ ਉਹ ਕੌਣ ਹੈਗਾ? ਮੈਕਸ ਬੈਟਸਮਨ। ਇਹਨੂੰ ਲੋਰੀਆਲ ਸਪੋਰਟਸ ਆਫ ਦਾ ਈਅਰ ਕੀ ਅਵਾਰਡ ਦਿੱਤਾ ਗਿਆ। ਕੁਐਸਚਨ ਆ ਬਣਿਆ ਬਹੁਤ ਪੇਪਰਾਂ 'ਚ ਕਿ ਮੈਕਸ ਬੈਟਸਮਨ ਕਿਹੜੀ ਗੇਮ ਨਾਲ ਅਟੈਚ। ਕੁਐਸਚਨ ਹੀ ਬਣੂਗਾ ਤੁਹਾਡਾ ਕਿ ਮੈਕਸ ਬੈਟਸਮਨ ਕਿਹੜੀ ਗੇਮ ਨਾਲ ਅਟੈਚ ਆ। ਤੁਹਾਨੂੰ ਪਤਾ ਫਾਰਮੂਲਾ 1 ਰੇਸਿੰਗ ਹੁੰਦੀ ਹੈਗੀ,
ਫਾਰਮੂਲਾ 1 ਰੇਸਿੰਗ ਤੁਸੀਂ ਦੇਖੀ ਹੋਣੀ ਆ। ਆਪਣੀ ਇੰਡੀਆ 'ਚ ਵੀ ਇਹਦਾ ਸਟੇਡੀਅਮ ਬਣਿਆ ਹੋਇਆ ਕਿਸੇ ਪਾਸੇ? ਫਾਰਮੂਲਾ ਕਾਰਾਂ ਦਾ ਸਟੇਡੀਅਮ ਹੈਗਾ ਭਾਰਤ 'ਚ ਕਿਸੇ ਪਾਸੇ? ਹੈਗਾ ਮਿੱਤਰੋ, ਦਿੱਲੀ ਕਹਿੰਦੇ ਨੇ ਬੁੱਧ ਸਰਕਿਟ। ਬੁੱਧ ਸਰਕਿਟ, ਤਾਂ ਬੁੱਧ ਸਰਕਿਟ ਯਾਦ ਰੱਖਣਾ, ਭਾਰਤ ਦਾ ਫਾਰਮੂਲਾ ਕਾਰਾਂ ਦਾ ਕੀ ਹੈਗਾ ਸਟੇਡੀਅਮ ਆ ਬੁੱਧ ਸਰਕਿਟ, ਜਿਸ 'ਚ ਪਹਿਲਾਂ ਹੋਈ ਸੀ 3-4 ਸਾਲ ਪਹਿਲਾਂ, ਹਜੇ ਨਹੀਂ ਹੋਏ, 3-4 ਸਾਲ ਪਹਿਲਾਂ ਇੱਥੇ ਉੱਤਰ ਮੁਕਾਬਲੇ ਕਰਾਏ ਗਏ ਸੀ ਬੁੱਧ ਸਰਕਿਟ ਦੇ ਵਿੱਚ। ਇਹਦਾ ਨਾਮ ਹੈਗਾ ਬੁੱਧ ਸਰਕਿਟ। ਸਟੇਡੀਅਮ ਵਗੈਰਾ ਕੀ ਪੜ੍ਹੀਆਂ ਜਾਂਦੀਆਂ, ਘੱਟ ਪੜ੍ਹੀਆਂ ਜਾ ਰਹੀਆਂ ਨੇ। ਤਾਂ ਵਰਲਡ ਦੇ ਵਿੱਚ ਨਾ ਇੱਕ ਨਵਾਂ ਸਿਸਟਮ ਸਟਾਰਟ ਕੀਤਾ ਵੀ ਕੋਈ ਸ਼ਹਿਰ ਜਿਹੜਾ ਕਾਫੀ ਫੋਕਸ ਕਰਦਾ ਬੁੱਕਸ ਪੜ੍ਹਨ 'ਤੇ, ਵੱਧ ਤੋਂ ਵੱਧ ਲਾਇਬ੍ਰੇਰੀਆਂ ਖੋਲ੍ਹੇ, ਸਮਝੇ ਗੱਲ ਨੂੰ, ਵੱਧ ਤੋਂ ਵੱਧ ਫ੍ਰੀ ਆਫ ਕਾਸਟ ਸੈਮੀਨਾਰ ਲਾਵੇ ਤਾਂ ਕਿ ਸਟੂਡੈਂਟਾਂ ਦੇ ਵਿਚਕਾਰ ਪੜ੍ਹਨ, ਕੋਈ ਵਧੀਆ ਬੁੱਕਸ ਪੜ੍ਹਨ ਦਾ ਦੈਟ ਇਜ਼ ਕੀ ਆ ਫੀਲਿੰਗਸ ਕੀ ਹੋਣ, ਪੈਦਾ ਹੋਣ। ਤਾਂ ਉਹਦੇ ਲਈ ਹਰ ਸਾਲ ਇੱਕ ਸ਼ਹਿਰ ਨੂੰ ਵਰਲਡ ਬੁੱਕ ਕੈਪੀਟਲ ਦਾ ਕੀ ਮਿਲਦਾ ਗਾ ਅਵਾਰਡ ਮਿਲਦਾ। ਜਿਹੜੇ ਸ਼ਹਿਰ ਨੇ ਬਹੁਤ ਵਧੀਆ ਕੰਮ ਕੀਤਾ ਹੋਵੇ ਕਿਤਾਬਾਂ ਦੇ ਖੇਤਰ ਦੇ ਵਿੱਚ, ਕਿਤਾਬਾਂ ਦੇ ਖੇਤਰ 'ਚ ਭਾਵੇਂ ਉਹਨੇ ਬਹੁਤ ਵਧੀਆ ਸੈਮੀਨਾਰ ਲਾਏ ਹੋਣ, ਸ਼ਹਿਰ ਨੇ ਕੋਈ ਕੰਮ ਕੀਤਾ ਹੋਵੇ ਤਾਂ ਕਿ ਜੋ ਬੁੱਕਸ 'ਤੇ ਫੋਕਸ ਕੀਤਾ ਹੋਵੇ ਵਰਲਡ ਲੈਵਲ ਦਾ। ਤਾਂ ਵਰਲਡ ਬੁੱਕ ਕੈਪੀਟਲ ਦਾ ਦਰਜਾ ਉਹ ਸ਼ਹਿਰ ਨੂੰ ਕੀ ਦਿੱਤਾ ਜਾਂਦਾ। ਪਿਛਲੀ ਵਾਰੀ ਥੋੜ੍ਹਾ ਜਿਹਾ UAE ਦੁਬਈ ਸ਼ਹਿਰ ਨੂੰ ਕਹਿਣ ਦਾ ਮਤਲਬ ਕੀ ਮਿਲਿਆ ਸੀਗਾ, ਵਰਲਡ ਬੁੱਕ ਕੈਪੀਟਲ ਦਰਜਾ ਮਿਲਿਆ ਸੀਗਾ, ਉਹਨਾਂ ਨੇ ਕਾਫੀ ਫੋਕਸ ਕੀਤਾ ਸੀਗਾ। ਪਰ ਇਸ ਸਾਲ ਇਹਨੇ ਨਵਾਂ ਵਰਲਡ ਬੁੱਕ ਕੈਪੀਟਲ ਅਨਾਊਂਸ ਕੀਤਾ ਜਿਹਦਾ ਨਾਂ ਹੈਗਾ ਗਵਾਡਾਲਾਜ਼ਾਰਾ। ਸ਼ਹਿਰ ਦਾ ਨਾਂ ਸਾਥੀਓ, ਗਵਾਡਾਲਾਜ਼ਾਰਾ ਸ਼ਹਿਰ ਦਾ ਨਾਂ ਗਾ। ਕੁਐਸਚਨ ਆਊਗਾ ਵੀ ਗਵਾਡਾਲਾਜ਼ਾਰਾ ਸ਼ਹਿਰ ਕਿਹੜੇ ਦੇਸ਼ ਦੇ ਵਿੱਚ ਆ ਸਾਥੀਓ? ਇਹ ਮੈਕਸੀਕੋ। ਤੁਹਾਨੂੰ ਪਤਾ ਕਿ ਮੈਕਸੀਕੋ ਦੇਸ਼ ਹੈਗਾ ਉੱਤਰੀ ਅਮਰੀਕਾ। ਜੇ ਮਹਾਂਦੀਪ ਲਾਓਗੇ ਨਾ, ਉੱਤਰੀ ਅਮਰੀਕਾ ਮਹਾਂਦੀਪ 'ਚ 3 ਹੀ ਦੇਸ਼ ਨੇ। ਉੱਪਰਲੇ ਪਾਸੇ ਕੀ ਹੈ ਕੈਨੇਡਾ, ਹੇਠਲੇ ਪਾਸੇ ਕੌਣ ਹੈਗਾ ਅਮਰੀਕਾ, ਤੇ ਤੀਜੇ ਨੰਬਰ ਤੇ ਕੌਣ ਹੈਗਾ ਮੈਕਸੀਕੋ। ਆ 3 ਹੀ ਦੇਸ਼ ਨੇ ਬਸ। ਆ ਕਿਹੜਾ ਮਹਾਂਦੀਪ ਹੈਗਾ ਨਾਰਥ ਅਮਰੀਕਾ, ਉੱਤਰੀ ਅਮਰੀਕਾ ਮਹਾਂਦੀਪ ਆ, ਜਿੱਥੇ 3 ਦੇਸ਼ ਸਾਨੂੰ ਦੇਖਣ ਨੂੰ ਮਿਲਦੇ ਨੇ, ਕੈਨੇਡਾ, ਅਮਰੀਕਾ ਤੇ ਮੈਕਸੀਕੋ। ਜਿਹੜੀ ਮੂਵੀ ਆਈ ਸੀ ਆਜਾ ਮੈਕਸੀਕੋ ਚੱਲੀਏ, ਉਹ ਇਹ 'ਤੇ ਹੀ ਆ, ਕਿਉਂਕਿ ਮੈਕਸੀਕੋ ਇੱਕ ਬਹੁਤ ਹੀ ਗਰੀਬ ਦੇਸ਼ ਆ, ਕੈਨੇਡਾ ਤੇ ਅਮਰੀਕਾ ਬਹੁਤ ਹੀ ਨੇ ਅਮੀਰ ਦੇਸ਼। ਤਾਂ ਇਹ ਗਰੀਬ ਦੇਸ਼ ਆ, ਤਾਂ ਇੱਥੇ ਉਹ ਲੋਕ ਪਹਿਲਾਂ ਅਮਰੀਕਾ ਨਾ ਜਾ ਕੇ ਪਹਿਲਾਂ ਕਿੱਥੇ ਜਾਂਦੇ ਨੇ ਮੈਕਸੀਕੋ ਜਾਂਦੇ, ਸਮਝੇ। ਮੈਕਸੀਕੋ ਦਾ ਬਾਰਡਰ ਜਿਵੇਂ ਭਾਰਤ ਤੇ ਪਾਕਿਸਤਾਨ ਦਾ ਬਾਰਡਰ ਪੋਰਸ ਬਾਰਡਰ ਆ ਨਾ, ਜੰਗਲ ਮਿਲਦੇ ਸਾਨੂੰ ਨਾਲ ਉਹਦੇ, ਤਾਂ ਜੰਗਲਾਂ ਦੇ ਵਿਚਕਾਰ ਜਿਵੇਂ ਲੋਕ ਛਿਪ ਕੇ ਵਗ ਜਾਂਦੇ ਨੇ। ਤਾਂ ਸਾਰੇ ਇਲਾਕੇ 'ਚ ਨਹੀਂ ਪਰ ਸਿੱਧੀ ਰਹਿਣ ਆ ਬਾਰਡਰ ਲਾਈਨ ਜਿਵੇਂ ਸਿੱਧੀ ਬਣਦੀ ਆ ਉਹਦੀ। ਤਾਂ ਇੱਥੋਂ ਲੋਕ ਜਿੱਥੇ ਜੰਗਲ ਬਣਦੇ ਨੇ, ਜੰਗਲਾਂ ਰਾਹੀਂ ਮੈਕਸੀਕੋ ਤੋਂ ਕਿਤੇ ਚਲੇ ਜਾਂਦੇ ਨੇ, ਅਮਰੀਕਾ ਚਲੇ ਜਾਂਦੇ ਨੇ। ਹਾਲਾਂਕਿ ਹੁਣ ਬਹੁਤ ਨੇ ਉਹਨੂੰ ਟਾਈਟ ਕਰਤਾ, ਪਹਿਲਾਂ ਸੌਖਾ ਸੀਗਾ ਜਾਣਾ, ਹੁਣ ਬਹੁਤ ਔਖਾ ਕਰਤਾ, ਕਿਉਂਕਿ ਜਦੋਂ ਰਾਜ ਆਇਆ ਹੁਣ ਅਮਰੀਕਾ ਦਾ ਰਾਸ਼ਟਰਪਤੀ ਕੌਣ? ਅਮਰੀਕਾ ਦਾ ਰਾਸ਼ਟਰਪਤੀ ਕੌਣ? ਇਟ ਇਜ਼ ਜੋ ਬਾਈਡਨ। ਧਿਆਨ ਰੱਖੋ, ਮੇਰੇ ਕੋਲ ਜਾ ਕੇ ਕਰੋ, ਅਮਰੀਕਾ ਦਾ ਰਾਸ਼ਟਰਪਤੀ ਕੌਣ ਆ? ਜੋ ਬਾਈਡਨ। ਅਮਰੀਕਾ ਦੀ ਉਪ ਰਾਸ਼ਟਰਪਤੀ ਕੌਣ ਹੈਗਾ? ਕਮਲਾ ਹੈਰਿਸ। ਕਮਲਾ ਹੈਰਿਸ ਕੀ ਨੇ? ਉਪ ਰਾਸ਼ਟਰਪਤੀ ਨੇ। ਜੋ ਬਾਈਡਨ ਕੀ ਹੈਗਾ? ਰਾਸ਼ਟਰਪਤੀ ਹੈ। ਇਹ ਤੋਂ ਪਹਿਲਾਂ ਟਰੰਪ ਰਾਸ਼ਟਰਪਤੀ ਸੀਗਾ ਅਮਰੀਕਾ ਦਾ, ਟਰੰਪ। ਤਾਂ ਟਰੰਪ ਨੇ ਪਾਲਿਸੀ ਲੈ ਕੇ ਆਈ ਵੀ ਅਸੀਂ ਇਹਨੂੰ ਸੀਲ ਕਰ ਦਿਆਂਗੇ ਪ੍ਰੋਪਰ। ਤਾਂ ਉਹਨੇ ਬਾਰਡਰ ਨੂੰ ਸੀਲ ਕਰਤਾ ਵੱਡੇ ਪੱਧਰ 'ਤੇ, ਵੱਡੇ ਕੈਮਰਾ ਲਗਾ ਕੇ, ਅਲਟਰਾ ਵਾਇਲਟ ਰੇਜ਼ ਲਗਾ ਕੇ, ਸਮਝੋ ਉੱਚੀਆਂ ਕੰਧਾਂ ਕੱਢ ਕੇ ਉਹਨੇ ਕੀ ਕਰਤਾ, ਲੰਬੀ ਕੰਧਾਂ ਕੱਢਤੀਆਂ ਬਹੁਤ ਉੱਚੀਆਂ, ਸਮਝੇ ਗੱਲ ਨੂੰ, ਤਾਂ ਕਿ ਬੰਦਾ ਦੈਟ ਇਜ਼ ਕੀ ਪਾਰ ਹੀ ਨਾ ਕਰ ਸਕੇ। ਹੁਣ ਜੇ ਕੋਈ ਬੰਦਾ ਇੱਧਰੋਂ ਕੰਧ ਟੱਪ ਕੇ ਆਊਗਾ ਪਤਾ ਲੱਗੂਗਾ ਇੱਧਰ ਫੌਜੀ ਖੜੇ ਨਾਲ ਗੋਲੀ ਮਾਰ ਕੇ ਕਰ ਦੇਣਗੇ, ਮਾਰ ਦੇਣਗੇ। ਤਾਂ ਵੱਡੇ ਪੱਧਰ 'ਤੇ ਉਹਨੇ ਕੰਧਾਂ ਬਣਾਤੀਆਂ ਉਹਦੇ, ਤਾਂ ਕਿ ਬੰਦਾ ਕੋਈ ਇਲੀਗਲ ਮੈਕਸੀਕੋ ਤੋਂ ਕੀ ਅਮਰੀਕਾ ਵਿੱਚ ਨਾ ਆ ਸਕੇ। ਤਾਂ ਹੁਣ ਬਹੁਤ ਪਹਿਲਾਂ ਲੋਕ ਬਹੁਤ ਜਾਣ ਲੱਗ ਗਏ ਸੀਗੇ ਮੈਕਸੀਕੋ ਰਾਹੀਂ, ਪਰ ਜਦੋਂ ਉਹਨੇ ਕੰਧਾਂ ਬਣਾਤੀਆਂ ਤਾਂ ਉਸ ਟਾਈਮ 'ਤੇ ਮੈਕਸੀਕੋ ਤੋਂ ਅਮਰੀਕਾ ਜਾਣਾ ਕੀ ਹੋ ਗਿਆ, ਬਹੁਤ ਜ਼ਿਆਦਾ ਔਖਾ ਹੋ ਗਿਆ। ਪਰ ਜਿਹੜੇ ਮੁੰਡਿਆਂ ਨੂੰ ਹਜੇ ਇਹ ਗੱਲ ਦਾ ਨਹੀਂ ਪਤਾ ਹੈਗਾ ਵੀ ਜਾਣਾ ਔਖਾ ਹੋ ਗਿਆ, ਤਾਂ ਉਹ ਫਿਰ ਵੀ ਏਜੰਟਾਂ ਦੇ, ਉਹ ਮੂਵੀ 'ਚ ਇਹੀ ਗੱਲ ਆ ਵੀ ਏਜੰਟਾਂ ਦੇ ਚੱਕਰ 'ਚ ਆ ਕੇ ਉਹ ਮੈਕਸੀਕੋ ਪਹੁੰਚ ਜਾਂਦੇ ਨੇ। ਪਰ ਮੈਕਸੀਕੋ ਗਰੀਬ ਦੇਸ਼ ਬਹੁਤ ਆ, ਉਹਨੂੰ ਤਾਂ ਜਿਹੜਾ ਬੰਦਾ ਆ ਗਿਆ ਉਹਨੂੰ ਆਇਆ ਵੀ ਠੱਗ ਲੋਕ ਕਹਿੰਦਾ, ਮਤਲਬ ਵੱਡੇ ਪੱਧਰ 'ਤੇ ਕਰ। ਤਾਂ ਉਹ ਦਿਖਾਇਆ ਹੋਇਆ ਕਿ ਮੈਕਸੀਕੋ ਦੇ ਲੋਕ ਫਿਰ ਉਹਦੇ ਨਾਲ ਬਹੁਤ ਜ਼ਿਆਦਾ ਉਹਦਾ ਸ਼ੋਸ਼ਣ ਕਰਦੇ ਨੇ, ਐਕਸਪਲੋਇਟੇਸ਼ਨ ਕਰਦੇ ਨੇ ਉਹਦੀ ਵੱਡੇ ਪੱਧਰ 'ਤੇ ਕਰ। ਐਂਡ 'ਤੇ ਉਹ ਬੰਦੇ ਦੀ ਕੀ ਹੋ ਜਾਂਦੀ ਹੈ, ਮੌਤ ਵੀ ਹੋ ਜਾਂਦੀ ਹੈ। ਇਹਨਾਂ ਗੱਲ ਨੂੰ ਉਹੀ ਦਿਖਾਇਆ ਹੈ, ਉਹ ਬਿਲਕੁਲ ਸੱਚ ਆ, ਨਾਲੇ ਸੱਚ ਆ ਬਿਲਕੁਲ, ਉਹ 'ਚ ਕੋਈ ਝੂਠ ਵਾਲੀ ਗੱਲ ਨਹੀਂ। ਬਹੁਤ ਬੁਰਾ ਹਾਲ ਕਰਦੇ ਮੈਕਸੀਕੋ ਦੇ ਵਿੱਚ, ਸਮਝੇ, ਕਿਉਂਕਿ ਬਹੁਤ ਗਰੀਬ। ਵਰਲਡ ਬੁੱਕ ਕੈਪੀਟਲ ਜਾ ਰੱਖੇ ਹੁਣ। ਅੱਗੇ ਚੱਲਦੇ ਹਾਂ ਸਾਥੀਓ, IPL ਦੀ ਗੱਲ ਆ। IPL ਦੇ ਵਿੱਚ ਰੀਸੈਂਟ ਵਿੱਚ ਤੁਹਾਨੂੰ ਪਤਾ ਹੋਣਾ ਕਿ ਸੈਕਿੰਡ ਪਲੇਅਰ ਜਿਹਨੇ 6000 ਰਨ ਪੂਰੇ ਕੀਤੇ ਨੇ ਉਹ ਕੌਣ ਬਣਿਆ ਹੈ? 6000 ਰਨ ਸੈਕਿੰਡ ਪਲੇਅਰ। ਪਹਿਲਾ ਪਲੇਅਰ ਕੌਣ ਆ ਜਿਹਨੇ IPL 'ਚ 6000 ਰਨ ਬਣਾਏ ਨੇ? ਉਹਦਾ ਨਾਮ ਹੈਗਾ ਵਿਰਾਟ ਕੋਹਲੀ। ਕੋਹਲੀ ਦੇ 6000 ਰਨ ਸੀਗੇ।
ਪਰ ਸੈਕਿੰਡ ਤੇ ਜਿਹੜਾ ਰੀਸੈਂਟ ਆ ਚੱਲ ਰਿਹਾ ਇਹ 'ਚ ਬਣਾਏ ਨੇ ਕਿਨੇ ਸ਼ੇਖਰ ਧਵਨ ਤੇ ਸ਼ੇਖਰ ਧਵਨ ਦੇ 6000 ਰਨ ਕੀ ਹੋ ਚੁੱਕੇ ਨੇ ਪੂਰੇ IPL 'ਚ ਹੋ ਚੁੱਕੇ ਨੇ। IPL ਦੇ ਮੁਕਾਬਲੇ ਤੁਹਾਨੂੰ ਪਤਾ ਕਰੋਨਾ ਕਰਕੇ ਸਿਰਫ 2 ਹੀ ਸ਼ਹਿਰਾਂ 'ਚ ਹੋ ਰਹੇ ਨੇ ਹਨਾ। ਕਿਹੜੇ ਕਿਹੜੇ ਸ਼ਹਿਰਾਂ 'ਚ IPL ਦੇ ਮੁਕਾਬਲੇ ਹੋ ਰਹੇ ਨੇ? IPL ਦੇ ਮੁਕਾਬਲੇ 2 ਹੀ ਸ਼ਹਿਰਾਂ 'ਚ ਹੋ ਰਹੇ ਨੇ, ਨੌਟ ਚੰਡੀਗੜ੍ਹ ਆਪਣੇ ਤਾਂ ਪੰਜਾਬ 'ਚ ਹੋ ਹੀ ਨਹੀਂ ਰਹੇ। ਹਾਂ ਇੱਕ ਤਾਂ ਮੁੰਬਈ 'ਚ ਹੋ ਰਹੇ ਨੇ, ਇੱਕ ਪੂਨੇ ਹੋ ਰਹੇ ਨੇ ਧਿਆਨ ਤਾਂ ਮੁੰਬਈ ਤੇ ਪੂਨੇ 'ਚ ਹੀ ਹੋ ਰਿਹਾ ਸਾਰਾ IPL। ਇਹ ਤੋਂ ਇਲਾਵਾ ਹੋਰ ਕਿਸੇ ਜਿਵੇਂ ਪਹਿਲਾਂ ਹੁੰਦਾ ਸੀਗਾ ਹੈ ਜੀ ਧਵਨ ਸ਼ੇਖਰ ਧਵਨ 2 ਹੀ ਸ਼ਹਿਰਾਂ 'ਚ ਮੁਕਾਬਲੇ ਹੋ ਰਹੇ ਨੇ ਹੈ ਜੀ। ਹਾਂ ਬਸ ਐਂ ਕੋਲੇ ਕੋਲੇ ਕਹਾਂ 3 ਘੰਟਿਆਂ ਦਾ ਰਾਹ ਹੈਗਾ ਮੁੰਬਈ ਤੋਂ ਪੂਨੇ ਦਾ, ਸਮਝੇ ਗੱਲ 3 ਘੰਟੇ ਮਹਾਰਾਸ਼ਟਰ 'ਚ ਨੇ ਪਰ ਮੁੰਬਈ ਤੇ ਪੂਨੇ ਉੱਥੇ ਮੁਕਾਬਲੇ ਕਰਵਾਏ ਜਾ ਰਹੇ ਨੇ। ਹਾਂ ਹਾਂ ਟਨਲਸ ਬਣੀਆਂ ਹੋਈਆਂ ਨੇ, ਸਾਰਾ ਪਹਾੜੀ ਇਲਾਕਾ ਸਾਰਾ। ਅੱਗੇ ਚੱਲਦੇ ਹਾਂ। ਰੀਸੈਂਟ 'ਚ 2 ਨਵੀਆਂ ਟੀਮਾਂ IPL 'ਚ ਆਈਆਂ ਨੇ, ਕਿਹੜੀਆਂ ਕਿਹੜੀਆਂ? ਸ਼ਾਬਾਸ਼ ਗੁਜਰਾਤ ਦੀ, ਦੂਜੀ ਗੁੱਡ ਲਖਨਊ। ਕੁਐਸਚਨ ਇਹ ਬਣਦਾ ਕਿਹੜੀਆਂ ਨਵੀਆਂ ਟੀਮਾਂ ਆਈਆਂ ਨੇ ਤਾਂ ਗੁਜਰਾਤ ਤੇ ਲਖਨਊ ਦੀ ਟੀਮ ਸਾਥੀਓ ਨਵੀਆਂ ਟੀਮਾਂ ਨੇ। ਗੁਜਰਾਤ ਦਾ ਕੈਪਟਨ ਕੌਣ ਹੈਗਾ? ਸ਼ਾਬਾਸ਼ ਜੀ, ਕੁਐਸਚਨ ਆਇਆ ਹੈ ਪੇਪਰ 'ਚ। ਗੁਜਰਾਤ ਦਾ ਕੌਣ ਹੈਗਾ? ਹਾਰਦਿਕ ਪਾਂਡਿਆ ਤੇ ਇਹਦਾ ਕੌਣ ਹੈ? KL ਰਾਹੁਲ। ਦੋਵੇਂ ਨਾਂ ਯਾਦ ਰੱਖੋ। KL ਰਾਹੁਲ ਆ ਜਿਹੜੀ ਲਖਨਊ ਦੀ ਟੀਮ ਹੈ ਇਹਦਾ ਕਪਤਾਨ ਆ, ਗੁਜਰਾਤ ਦਾ ਕਪਤਾਨ ਕੌਣ ਹੈਗਾ? ਹਾਰਦਿਕ ਪਾਂਡਿਆ। ਇਹ ਦੋਵੇਂ ਨਵੀਂ ਟੀਮਾਂ ਯਾਦ। ਅੱਗੇ ਚੱਲਦੇ ਹਾਂ। ਰੀਸੈਂਟ 'ਚ ਸਾਥੀਓ ਦੁਨੀਆ ਦੀ ਸਭ ਤੋਂ ਵੱਧ ਉਮਰ ਦੀ ਔਰਤ ਜਿਹਦੀ ਉਮਰ 119 ਸਾਲ ਸੀਗੀ ਉਹਦੀ ਕੀ ਹੋਈ ਹੈ? ਮੌਤ ਹੋਈ ਹੈ। ਸਭ ਤੋਂ ਜ਼ਿਆਦਾ ਉਮਰ ਦੀ ਔਰਤ ਸੀ 119 ਸਾਲ ਦੀ, ਉਹਦੀ ਕੀ ਹੋਈ ਹੈ? ਮੌਤ ਹੋਈ ਹੈ। ਇੱਕ ਤਾਂ ਨਾਂ ਯਾਦ ਰੱਖਣਾ, ਨਾਂ ਹੈਗਾ ਕੈਂਟ ਜ਼ਾਕਾ। ਕੁਐਸਚਨ ਇਹ ਆਊਗਾ ਕਿ ਰੀਸੈਂਟ 'ਚ ਕੈਂਟ ਜ਼ਾਕਾ ਨਾਂ ਦੀ ਔਰਤ ਦੀ ਮੌਤ ਹੋਈ ਆ, ਕਿਹੜੇ ਦੇਸ਼ ਦੀ ਸੀ ਕੈਂਟ ਜ਼ਾਕਾ? ਪੇਪਰ 'ਚ ਕੁਐਸਚਨ ਇਹ ਆਊਗਾ ਤਾਂ ਕਿਹੜੇ ਦੇਸ਼ ਦੀ ਸਾਥੀ ਹੋਏ? ਇਹ ਸੀਗੀ ਜਾਪਾਨ ਦੀ। ਧਿਆਨ ਰੱਖਣਾ ਕੈਂਟ ਜ਼ਾਕਾ ਕਿਹਦੀ ਹੈ? ਜਾਪਾਨ ਦੀ। ਆਮ ਤੌਰ ਤੇ ਦੁਨੀਆ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੀ ਉਮਰ ਵਾਲੇ ਲੋਕ ਨੇ ਉਹ ਕਿੱਥੋਂ ਦੇ ਨੇ? ਜਾਪਾਨ ਦੇ ਨੇ। ਧਿਆਨ ਰੱਖਣਾ ਕਿ ਤੁੱਕਾ ਵੀ ਮਾਰਨਾ ਹੋਵੇ ਤਾਂ ਉਮਰਾਂ 100 ਸਾਲ ਤੋਂ ਉੱਪਰ ਜਾਂਦੀਆਂ ਨੇ। ਸਟੱਡੀ ਵੀ ਹੋਈ ਹੈ ਵੀ ਭਾਈ ਕੀ ਗੱਲਬਾਤ ਹੈ ਇਹ 'ਚ ਵੀ ਜਾਪਾਨੀਆਂ ਦੀਆਂ ਉਮਰਾਂ ਇੰਨੀਆਂ ਲੰਮੀਆਂ ਕਿਉਂ ਜਾਂਦੀਆਂ ਨੇ। ਉਹਨਾਂ ਦੇ ਉਹੀ ਗੱਲ ਜੀਨਸ ਦੇ ਵਿੱਚੋਂ ਪਿੱਛੋਂ ਹੈਰੀਡਿਟੀ ਚੱਲਦਾ ਆ ਰਿਹਾ। ਲੋਕਾਂ ਦਾ ਸਟ੍ਰੈਸ ਬਹੁਤ ਘੱਟ ਆ, ਲੋਕਾਂ ਨੂੰ ਜ਼ਿਆਦਾ ਪ੍ਰੋਬਲਮ ਨਹੀਂ ਹੈਗੀਆਂ ਜਾਪਾਨ ਦੇ ਵਿੱਚ ਤਾਂ ਕਰਕੇ ਉਹਨਾਂ ਦੀ ਉਮਰਾਂ ਬਹੁਤ ਲੰਮੀਆਂ ਜਾਂਦੀਆਂ 100 120 ਸਾਲ ਦੀ ਉਮਰ ਜਾਂਦੀ ਹੈ। ਤਾਂ ਮੋਸਟਲੀ ਜਿਹੜੇ ਬੰਦੇ ਇੱਕ ਰਾਤ ਵੀ ਰਿਕਾਰਡ ਜ਼ਿਆਦਾ ਦਰਜ ਕੀਤਾ ਗਿਆ 100 ਸਾਲ ਇੱਕ 100 ਸਾਲ ਦੀ ਹਾਂ ਬਹੁਤ ਨੇ ਜਾਪਾਨ ਦਾ ਪੁਰਸਕਾਰ ਬਹੁਤ ਹੁੰਦਾ ਹੈ ਮੇਰੇ ਨਾਲ ਤਾਂ ਮੋਸਟਲੀ 100 ਸਾਲ ਆਹੀ ਗੱਲ ਜਿਹੜੀ ਕਹਿੰਦਾ ਇਹ ਕਿ ਸਭ ਤੋਂ ਜਿਹੜਾ 100 ਸਾਲ ਉਮਰ ਦੇ ਬੰਦੇ ਨੇ ਉਹ ਵੀ ਜਦੋਂ ਕਿਤੇ ਮਿਲਦੇ ਨੇ ਜਾਪਾਨ ਦੇ ਵਿਚਕਾਰ ਹੀ ਦੇਖਣ ਨੂੰ ਮਿਲਦੇ ਤਾਂ ਵੱਡੇ ਪੱਧਰ ਤੇ ਜਾਪਾਨੀਆਂ ਦਾ ਨਾਮ ਆਉਂਦਾ ਤਾਂ ਯਾਰ ਕਹਿੰਦਾ ਕੈਂਟ ਜ਼ਾਕਾ ਕਿਹੜੇ ਦੇਸ਼ ਦੀ ਆ? ਜਾਪਾਨ ਦੀ। ਲਿਓ ਬਾਬੀ ਦੇ ਅਗਲਾ ਕੁਐਸਚਨ ਪੱਕਾ ਪੇਪਰ 'ਚ ਆਊਗਾ ਹੀ ਆਊਗਾ। ਓਏ ਛੇਤੀ ਕਰੋ, ਅਗਲਾ ਕੁਐਸਚਨ ਪੱਕਾ ਪੇਪਰ 'ਚ ਆਊਗਾ ਹੀ ਆਊਗਾ। ਬਹੁਤ ਵਧੀਆ ਕੁਐਸਚਨ ਆਏ। ਕੀ ਕੁਐਸਚਨ ਆ ਕਿ ਤੁਹਾਨੂੰ ਪਤਾ ਰੀਸੈਂਟ ਦੇ ਵਿੱਚ 5 ਤੋਂ 12 ਸਾਲਾਂ ਦੇ ਬੱਚਿਆਂ ਦੇ ਲਈ ਵੀ ਕਰੋਨਾ ਦੀ ਵੈਕਸੀਨ ਸਟਾਰਟ ਕਰ ਦਿੱਤੀ ਗਈ ਹੈ। ਕਰੋਨਾ ਦੀ ਵੈਕਸੀਨ ਪਹਿਲਾਂ 18 ਸਾਲ ਤੋਂ ਉੱਪਰ ਦੇ ਬੱਚਿਆਂ ਨੂੰ ਲੱਗਦੀ ਸੀਗੀ, ਫਿਰ ਹੌਲੀ ਹੌਲੀ ਉਹਨੇ ਛੋਟਿਆਂ ਨੂੰ ਕਰਤੀ। ਹੁਣ 5 ਸਾਲ ਤੋਂ 12 ਸਾਲ ਤੱਕ ਦੇ ਬੱਚਿਆਂ ਦੇ ਲਈ ਵੀ ਕੀ ਹੈ ਵੈਕਸੀਨ ਉਪਲਬਧ ਕਰਾਈ ਗਈ ਹੈ। ਸਰਕਾਰ ਨੇ ਕਿਹਾ ਵੀ ਇਹ ਵੈਕਸੀਨ ਵੀ ਅਸੀਂ ਜਿਵੇਂ ਪਹਿਲਾਂ ਵਾਲੀਆਂ ਵੈਕਸੀਨਾਂ ਫ੍ਰੀ ਚਲਾਈਆਂ ਨੇ ਤਾਂ ਉਵੇਂ 5 ਤੋਂ 12 ਸਾਲ ਦੇ ਬੱਚਿਆਂ ਨੂੰ ਵੀ ਵੈਕਸੀਨ ਲਾਵਾਂਗੇ, ਫ੍ਰੀ ਲਾਵਾਂਗੇ। ਕੁਐਸਚਨ ਇਹ ਆਉਂਦਾ ਵੀ ਇਹਦੇ ਵੈਕਸੀਨ ਆ ਇਹ ਕਿਹੜੀ ਆ? ਕੀ ਇਹ ਕੋਵਿਸ਼ੀਲਡ ਆ? ਕੀ ਇਹ ਕੋਵੈਕਸੀਨ? ਤਾਂ ਭਾਰਤ ਦੀਆਂ 2 ਵੈਕਸੀਨਾਂ ਤਾਂ ਆਹ ਨੇ ਕੋਵੈਕਸੀਨ ਤੇ ਕੋਵਿਸ਼ੀਲਡ। ਅਸੀਂ ਕਹਾਂਗੇ ਨਹੀਂ, ਨਾ ਹੀ ਇਹ ਕੋਵਿਸ਼ੀਲਡ ਆ ਨਾ ਹੀ ਇਹ ਕੋਵੈਕਸੀਨ ਆ। ਇਹਦਾ ਨਵਾਂ ਨਾਂ ਜਿਹੜੀ ਨਵੀਂ ਵੈਕਸੀਨ ਆਈ ਆ ਇਹਦਾ ਨਾਂ ਹੈਗਾ ਕਾਰਬੋਵੈਕਸ। ਬਹੁਤ ਹੀ ਇੰਪੋਰਟੈਂਟ ਕੁਐਸਚਨ। ਕਾਰਬੋਵੈਕਸ ਜਿਹੜੀ ਹੈਗੀ ਆ ਇਹ 5 ਤੋਂ 12 ਸਾਲ ਤੱਕ ਦੇ ਬੱਚਿਆਂ ਦੇ ਲਈ ਕੀ ਹੈ? ਦੈਟ ਇਜ਼ ਕੀ ਹੈ ਵੈਕਸੀਨ ਭਾਰਤ ਸਰਕਾਰ ਦੁਆਰਾ ਬਣਾਈ ਗਈ ਹੈ। ਸਮਝੇ ਗੱਲ ਨੂੰ? ਚੌਥੀ ਵੈਕਸੀਨ ਵੀ ਭਾਰਤ ਦੀ ਆਈ ਹੋਈ ਆ। ਚੌਥੀ ਵੈਕਸੀਨ ਇੱਕ ਭਾਰਤ ਦੀ ਹੋਰ ਆ ਜਿਹਦਾ ਨਾਂ ਹੈਗਾ ਟਾਈਕੋਵ ਡੀ ਵੈਕਸੀਨ। ਆ ਚਾਰੇ ਵੈਕਸੀਨਾਂ ਸਾਥੀਓ ਕਰੋਨਾ ਦੀਆਂ ਵੈਕਸੀਨਾਂ ਨੇ ਤੇ ਚਾਰੇ ਵੈਕਸੀਨਾਂ ਭਾਰਤ ਦੁਆਰਾ ਬਣਾਈਆਂ ਹੋਈਆਂ ਨੇ। ਕੋਵਿਸ਼ੀਲਡ, ਕੋਵੈਕਸੀਨ, ਕਾਰਬੋਵੈਕਸ ਤੇ ਟਾਈਕੋਵ ਡੀ, ਇਹ ਚਾਰੇ ਵੈਕਸੀਨ ਦੱਸਦਾ। ਤਾਂ ਇਹ ਚੌਥੀ ਜਿਹੜੀ ਹੈਗੀ ਟਾਈਕੋਵ ਡੀ ਜਿਹੜੀਆਂ ਹੈਗੀਆਂ ਚਾਰੇ ਵੈਕਸੀਨਾਂ ਕਿ ਭਾਰਤ ਦੁਆਰਾ ਬਣਾਈਆਂ ਗਈਆਂ ਨੇ। ਕੁਐਸਚਨ ਇਹ ਬਣਦਾ ਵੀ ਕਿਹਨੇ ਬਣਾਈਆਂ ਨੇ? ਤਾਂ ਕੋਵਿਸ਼ੀਲਡ ਭਾਰਤ ਦੀ ਸਰਕਾਰੀ ਕੰਪਨੀ ਆ, ਭਾਰਤੀ ਬਾਇਓਟੈਕ ਕੰਪਨੀ ਆ। ਇਹਦੇ ਦੁਆਰਾ ਕੀ ਬਣਾਈ ਗਈ ਸੀ? ਕੋਵਿਸ਼ੀਲਡ ਬਣਾਈ ਗਈ ਸੀ। ਦੂਜੇ ਨੰਬਰ ਤੇ ਕੋਵੈਕਸੀਨ ਸਾਡੀ ਇੱਕ ਹੋਰ ਏਜੰਸੀ ਹੈ ਸਿਰਮ ਇੰਸਟੀਚਿਊਟ।
ਸਿਰਫ ਇੰਸਟੀਚਿਊਟ ਦੁਆਰਾ ਕਿਹੜੀ ਵੈਕਸੀਨ ਬਣਾਈ ਗਈ ਹੈ? ਕੋਵੈਕਸੀਨ ਬਣਾਈ ਗਈ ਹੈ। ਭਾਰਤ ਦੀਆਂ ਨੇ ਦੋਨੇ ਕੰਪਨੀਆਂ, ਚਾਰ ਹੀ ਭਾਰਤ ਦੀਆਂ ਨੇ ਕੰਪਨੀਆਂ ਨਾ। ਤੀਜੇ ਨੰਬਰ ਦੇ ਵਿੱਚ ਸਾਥੀਓ ਜਿਹੜੀ ਕਾਰਬੋਵੈਕਸ ਆ, ਅਸੀਂ ਦੇਖਦੇ ਹਾਂ ਕੰਪਨੀ ਦਾ ਨਾਮ ਹੈਗਾ ਬਾਇਓਲੋਜੀਕਲ ਕੰਪਨੀ। ਇਹਨੂੰ ਰੱਟਾ ਮਾਰਿਓ ਕਿਉਂਕਿ ਹੁਣ ਉਹ ਤਾਂ ਪੁਰਾਣੀਆਂ ਹੋ ਗਈਆਂ, ਇਹਨੂੰ ਰੱਖਣਾ। ਕੰਪਨੀ ਦਾ ਨਾਮ ਹੈਗਾ ਬਾਇਓਲੋਜੀਕਲ ਕੰਪਨੀ। ਕਿੱਥੋਂ ਦੀ ਕੰਪਨੀ ਆ? ਹੈਦਰਾਬਾਦ ਦੀ ਕੰਪਨੀ। ਹੈਦਰਾਬਾਦ ਦੀ ਕੰਪਨੀ ਨੇ ਦਵਾਈ ਬਣਾਈ ਹੈ ਕਾਰਬੋਵੈਕਸ। ਬਾਇਓਲੋਜੀਕਲ ਕੰਪਨੀ ਨਾਮ ਆ, ਹੈਦਰਾਬਾਦ ਦੀ ਕੰਪਨੀ ਆ, ਇਹਦੇ ਦੁਆਰਾ ਕਾਰਬੋਵੈਕਸ ਬਣਾਈ ਹੈ। ਸਾਥੀਓ ਟਾਈਕੋਵ ਡੀ DNA ਮੈਡੀਸਨ ਆ, ਹਾਂ ਜੀ, ਜਿਹੜੀ ਬੱਚਿਆਂ ਨੂੰ ਲੱਗੂਗੀ। ਚੌਥੀ ਹੈਗੀ ਟਾਈਕੋਵ ਡੀ, ਉਹ ਨਹੀਂ ਹੈਗੀ, DNA ਮੈਡੀਸਨ ਆ। ਭਾਵ ਕੋਈ ਬੱਚਾ ਪੈਦਾ ਹੋਇਆ, ਕਰੋ ਮਾਂ ਨੂੰ ਕੀ ਹੋ ਗਿਆ? ਕਰੋਨਾ ਹੋ ਗਿਆ, ਤਾਂ ਇਹ ਹੈਗਾ ਨਾ ਪ੍ਰੋਬਲਮ ਕੀ ਹੋ ਸਕਦਾ ਕੱਲ੍ਹ ਨੂੰ ਉਹ ਭਰੂਣ ਦੇ ਰਾਹੀਂ ਬੱਚੇ ਨੂੰ ਕੀ ਆ ਕਰੋਨਾ ਦੀਆਂ ਪ੍ਰੋਬਲਮ ਆ ਜਾਣ। ਤਾਂ ਹੁਣ ਬੱਚੇ ਟੀਕੇ ਤਾਂ ਨਹੀਂ ਲਾਉਣਗੇ ਭਰੂਣ ਦੇ ਵਿਚਕਾਰ, ਤਾਂ ਉਹ ਕੀ ਕਰ ਰਹੇ ਨੇ? ਇੱਕ ਨਵੀਂ ਵੈਕਸੀਨ ਬਣਾਈ ਗਈ ਹੈ ਭਾਰਤ ਦਾ ਟਾਈਕੋਵ ਡੀ। ਟਾਈਕੋਵ ਡੀ ਕਰਦੀ ਕੀ ਆ? ਬੱਚੇ ਦੇ DNA 'ਚ ਜਾ ਕੇ, ਬੱਚੇ ਦੇ ਜੀਨਸ 'ਚ ਜਾ ਕੇ, ਜੇਕਰ ਉਹ 'ਚ ਕਰੋਨਾ, ਕਿਉਂਕਿ ਜੇ ਮਾਂ 'ਚ ਆ ਤਾਂ ਮਾਂ ਤੋਂ ਬੱਚੇ ਦੇ ਵਿਚਕਾਰ ਤਾਂ ਜਾਊਗਾ ਹੀ ਜਾਊਗਾ, ਤਾਂ ਉਹ ਭਰੂਣ ਦੇ ਵਿੱਚ ਜਾ ਕੇ ਦੈਟ ਇਜ਼ ਕਿਹਨੂੰ ਠੀਕ ਕਰਦੀ ਹੈ? ਕਰੋਨਾ ਦੇ ਵਾਇਰਸ ਨੂੰ ਕਰਦੀ ਆ, ਮਾਰਦੀ ਆ। ਦੈਟ ਇਜ਼ ਟਾਈਕੋਵ ਡੀ DNA ਮੈਡੀਸਨ ਹੈ। ਇਹ ਧਿਆਨ ਰੱਖਣਾ ਇਹ ਗੱਲ, ਭਾਰਤ ਦੀ ਪਹਿਲੀ DNA ਮੈਡੀਸਨ ਆ। ਭਾਰਤ ਦੀ ਵੀ ਛੱਡੋ, ਦੁਨੀਆ ਦੀ ਉਹਨਾਂ ਦਾ ਪਹਿਲੀ ਮੈਡੀਸਨ ਹੈ ਜਿਹੜੀ ਭਾਰਤ ਨੇ ਬਣਾਈ ਹੈ, ਟਾਈਕੋਵ ਡੀ ਮੈਡੀਸਨ ਦਾ ਨਾਮ ਧਿਆਨ ਰੱਖਣਾ, ਬਹੁਤ ਇੰਪੋਰਟੈਂਸ ਆ ਵੀ। ਆ DNA ਮੈਡੀਸਨ ਆ ਭਰੂਣਾਂ ਵਾਸਤੇ 5 ਤੋਂ 12, ਆ ਕੋਵਿਸ਼ੀਲਡ ਕੋਵੈਕਸੀਨ 18 ਤੋਂ ਉੱਪਰ ਵਾਲੇ ਵਾਸਤੇ ਲੱਗਦੀਆਂ ਨੇ। ਚਾਰੇ ਮੈਡੀਸਿਨਾਂ ਕੀ ਨਿਊਜ਼ ਆ ਕਿ ਰੀਸੈਂਟ ਤੁਹਾਨੂੰ ਪਤਾ ਕਿ ਸਾਡੇ ਆਰਮੀ ਦੇ ਨਵੇਂ ਕੀ ਬਣੇ ਨੇ, ਚੀਫ ਬਣੇ ਨੇ। ਪੁੱਛਣਾ ਕਿ ਆਰਮੀ ਦੇ ਨਵੇਂ ਚੀਫ ਕੌਣ ਨੇ? ਕੌਣ ਬਣੇ ਨੇ ਆਰਮੀ ਦੇ ਨਵੇਂ ਮੁਖੀ? ਕੌਣ ਬਣੇ ਨੇ? ਕਬ ਨਵੇਂ ਸੈਨਾਪਤੀ ਆਪਣੇ ਕੌਣ ਬਣੇ ਨੇ ਆਰਮੀ ਦੇ? ਬਹੁਤ ਵਧੀਆ ਕੁਐਸਚਨ, ਪੇਪਰ 'ਚ ਆਉਣੀ ਆਉਣਾ। ਆਰਮੀ ਦੇ ਨਵੇਂ ਸੈਨਾਪਤੀ ਕੌਣ ਬਣੇ ਨੇ? ਸ਼੍ਰੀ ਮਨੋਜ ਪਾਂਡੇ। ਤਾਂ ਮਨੋਜ ਪਾਂਡੇ ਸਾਡੇ ਕੀ ਬਣੇ ਨੇ? ਨਵੇਂ ਆਰਮੀ ਦੇ ਨਵੇਂ ਚੀਫ। ਤਾਂ ਆਰਮੀ ਦੇ ਨਵੇਂ ਚੀਫ ਕੌਣ ਬਣੇ ਨੇ? ਮਨੋਜ ਪਾਂਡੇ ਜੀ ਆਰਮੀ ਦੇ ਕੀ ਨੇ ਨਵੇਂ ਚੀਫ। ਪਹਿਲਾਂ ਇਹ ਉਪ ਚੀਫ ਸੀ, ਕਬ ਉਪ ਪ੍ਰਮੁੱਖ ਸੀਗੇ, ਹਾਂ ਹੁਣ ਇਹ ਸੈਨਾਪਤੀ ਨੇ, ਪਹਿਲਾਂ ਇਹ ਉਪ ਸੈਨਾਪਤੀ ਸੀ। ਸਮਝੇ ਗੱਲ ਨੂੰ? ਤਾਂ ਹੁਣ ਕੁਐਸਚਨ ਹੋ ਵੀ ਆਪਣੇ ਉਪ ਸੈਨਾਪਤੀ ਕਿਉਂ ਬਣੇ ਨੇ? ਪਹਿਲਾਂ ਇਹ ਪੋਸਟ ਵੱਧਦੀ ਹੈ, ਪਹਿਲਾਂ ਉਹਦਾ ਉਪ ਸੈਨਾਪਤੀ ਬਣਦਾ, ਫਿਰ ਉਹਦਾ ਉਪ ਤੋਂ ਕੀ ਬਣੂਗਾ? ਸੈਨਾਪਤੀ। ਤਾਂ ਦੋਨੇ ਕੁਐਸਚਨ ਇੰਪੋਰਟੈਂਟ ਨੇ ਸਾਡੇ। ਜਿਹੜੇ ਸੈਨਾਪਤੀ ਬਣ ਗਏ, ਕੌਣ ਬਣ ਗਏ? ਮਨੋਜ ਪਾਂਡੇ ਜੀ। ਕੁਐਸਚਨ ਹੈ ਕਿ ਉਪ ਸੈਨਾਪਤੀ ਕੌਣ ਨੇ ਭਾਰਤ ਦੇ ਹੁਣ? ਤਾਂ ਨਾਂ ਰੱਖਣਾ ਉਹਨਾਂ ਦਾ ਹੈਗਾ BS ਰਾਜੂ। BS ਰਾਜੂ ਇਹ ਭਾਰਤ ਦੇ ਫੌਜ ਦੇ ਉਪ ਕੀ ਨੇ? ਸੈਨਾਪਤੀ। ਵਰਿੰਦਰ ਸਿੰਘ। BS ਰਾਜੂ ਭਾਰਤ ਦੇ ਕੀ ਨੇ? ਸੈਕੰਡ ਕੀ ਬਣੇ ਨੇ? ਉਪ ਪ੍ਰਮੁੱਖ ਬਣੇ। ਅੱਗੇ ਲਿਖੋ ਸਾਥੀਓ, ਭਾਰਤ ਵਿੱਚ ਜੀਨ ਬੈਂਕ ਬਣਾਇਆ ਜਾ ਰਿਹਾ। ਬਹੁਤ ਵਧੀਆ ਕੁਐਸਚਨ ਆ, ਪੇਪਰ 'ਚ ਆਊਗਾ ਹੀ ਆਊਗਾ। ਭਾਰਤ ਵਿੱਚ ਜੀਨ ਬੈਂਕ ਬਣਾਇਆ ਜਾ ਰਿਹਾ। ਵਟ ਇਜ਼ ਜੀਨ? ਜੀਨ ਕਿਉਂ ਸਮਝਾ ਕੇ ਹਟੇ ਆ ਵੀ ਮੰਨ ਲਓ ਵੀ ਆਪਣੇ ਮਾਤਾ ਪਿਤਾ ਤੋਂ ਆਪਣੇ ਦੇ ਵਿੱਚ ਕਾਫੀ ਤਰ੍ਹਾਂ ਦੇ ਕਰੈਕਟਰਸ, ਵਿਸ਼ੇਸ਼ਤਾਵਾਂ ਕੀ ਨਹੀਂ ਆਈਆਂ ਨੇ। ਬੋਲਣ ਦਾ ਸਟਾਈਲ ਹੁੰਦਾ, ਰੰਗ ਹੁੰਦਾ, ਕਲਰ ਹੁੰਦਾ, ਵਗੈਰਾ ਵਗੈਰਾ ਗੱਲਾਂ। ਤਾਂ ਬਹੁਤ ਸਾਰੀਆਂ ਵਿਸ਼ੇਸ਼ਤਾਵਾਂ ਮਾਤਾ ਪਿਤਾ ਤੋਂ ਕੀ ਹੈ ਬੱਚਿਆਂ 'ਚ ਆਉਂਦੀਆਂ ਨੇ। ਉਹ ਲੈ ਕੇ ਆਉਣ ਵਾਲੇ ਕੌਣ ਨੇ? ਜੀਨਸ ਨੇ। ਸਮਝੇ ਗੱਲ ਨੂੰ? ਜੀਨਸ ਨੇ। ਤਾਂ ਅੱਜ ਕੱਲ੍ਹ ਦੇਖੋ ਮਾਤਾ ਪਿਤਾ ਚਲੋ ਮਨੁੱਖ ਤਾਂ ਹੈਗੇ ਨੇ, ਬਹੁਤ ਸਾਰੇ ਜਾਨਵਰ ਦੈਟ ਇਜ਼ ਕੀ ਹੋ ਰਹੇ ਨੇ, ਪਰ ਕੋਈ ਨੂੰ ਬਾਰ ਬਾਰ ਦਿਖਾਈ ਬਹੁਤ ਆਉਣ ਵੱਧ ਕਰਿਓ ਹੋਰ ਖੜਕਾ ਜਾ ਕਰੀ ਜਾਂਦਾ ਬਣਾ ਕਰ। ਤਾਂ ਕੁਐਸਚਨ ਕੀ ਹੈ ਕਿ ਜਾਣ ਉਵੇਂ ਬਣਾ ਕਰ ਲਓ ਹੋਰ। ਚੱਲ ਸੁਣ ਧਿਆਨ ਰੱਖੋ ਇਧਰ ਪਾਸੇ। ਤਾਂ ਕੀ ਲੱਗਦਾ ਸੀਗਾ ਕਿ ਬਹੁਤ ਸਾਰੇ ਜਾਨਵਰ ਨੇ, ਉਹ ਜਾਨਵਰਾਂ ਦੀ ਗਿਣਤੀ ਘਟ ਰਹੀ ਆ। ਸਾਨੂੰ ਡਰ ਆ ਵੀ ਕੱਲ੍ਹ ਨੂੰ ਦੈਟ ਇਜ਼ ਕੀ ਉਹ ਜਾਨਵਰ ਕੀ ਨਾ ਹੋ ਜਾਣ, ਖਤਮ ਨਾ ਹੋ ਜਾਣ। ਮੰਨ ਲਓ ਕੋਈ ਪ੍ਰਜਾਤੀ ਆ ਤਾਂ ਵੱਡੇ ਪੱਧਰ 'ਤੇ ਪ੍ਰਜਾਤੀ ਖਤਮ ਹੋ ਰਹੀ ਆ। ਇੱਕ ਬੱਤਖ ਸੀਗੀ, ਤੁਸੀਂ 10ਵੀਂ 'ਚ ਪੜ੍ਹਿਆ ਵੀ ਹੋਊਗਾ, ਉਹਦਾ ਨਾਂ ਸੀਗਾ ਡੋਡੋ ਬੱਤਖ। ਤਾਂ ਉਹ ਡੋਡੋ ਬੱਤਖ ਅੱਜ ਦੁਨੀਆ 'ਚ ਕੀ ਹੋ ਚੁੱਕੀ ਹੈ? ਖਤਮ ਹੋ ਚੁੱਕੀ ਹੈ। ਵੱਡੇ ਹੁਣ ਤਾਂ ਮਿਲਦੀ ਹੀ ਨਹੀਂ, ਹੁਣ ਤਾਂ ਖਤਮ ਹੀ ਹੋ ਗਈ। ਹਾਂ ਨਾ ਉਹ ਬੱਤਖਾਂ ਨੇ ਨਹੀਂ ਆ, ਉਹ ਬੱਤਖਾਂ ਦੀ ਗੱਲ ਨਹੀਂ। ਇਹ ਆਪਣੇ ਇੰਡੀਆ ਦੇ ਵਿੱਚ ਐਂ ਨਹੀਂ ਸੀ ਮਿਲਦੀ, ਛੱਪੜਾਂ 'ਤੇ ਨਹੀਂ ਸੀ ਮਿਲਦੀਆਂ। ਇਹ ਜੰਗਲੀ ਭਾਵ ਸਮੁੰਦਰਾਂ 'ਤੇ ਮਿਲਦੀਆਂ ਡੋਡੋ ਬੱਤਖਾਂ। ਇਹ ਖਤਮ ਹੋ ਗਈਆਂ ਦੁਨੀਆ ਦੇ ਵਿੱਚ। ਬਹੁਤ ਸਾਰੀਆਂ ਪ੍ਰਜਾਤੀਆਂ ਵੱਡੇ ਪੱਧਰ 'ਤੇ ਖਤਮ ਹੋ ਰਹੀਆਂ ਨੇ। ਜਿਵੇਂ ਤੁਹਾਨੂੰ ਪਤਾ ਹੋਣਾ, ਅੱਜ ਤੋਂ 2 ਸਾਲ ਪਹਿਲਾਂ ਆਸਟ੍ਰੇਲੀਆ ਦੇ ਵਿੱਚ ਨਾ ਅੱਗ ਲੱਗ ਗਈ ਸੀਗੀ ਜੰਗਲਾਂ ਨੂੰ ਵੱਡੇ ਪੱਧਰ 'ਤੇ, ਹੈ ਨਾ। ਤਾਂ ਉਹ 'ਚੋਂ ਆਸਟ੍ਰੇਲੀਆ 'ਚ ਇੱਕ ਜੀਵ ਸੀਗਾ ਜਿਹਦਾ ਸੀ ਕੋਆਲਾ। ਨਾ ਪਟਵਾਰੀ ਕੌਣ ਮੁਰਗਾ ਕਰੀ ਜਾਂਦਾ ਤੇ ਜੋ ਮੁੰਡਾ ਬਾਹਰ ਕੱਢ ਦੂੰਗਾ ਗਲਾਸ ਨੂੰ, ਕਾਹਨੂੰ ਮੈਨੂੰ ਕੋਣਾ ਕਰੋ।
ਤਾਂ ਉਹਦਾ ਨਾਂ ਕੀ ਸੀ? ਕੋਆਲਾ। ਤਾਂ ਕੋਆਲਾ ਜੀਵ ਸੀ ਜੇ ਤੁਸੀਂ ਪੜ੍ਹੋ, ਇਹਨਾਂ ਦੀ ਆਬਾਦੀ 60% ਘਟ ਗਈ ਆਫਟਰ ਇਹ ਆਸਟ੍ਰੇਲੀਆ ਦੀਆਂ ਅੱਗਾਂ ਤੋਂ ਬਾਅਦ 60% ਆਬਾਦੀ ਘਟ ਗਈ ਦੀ। ਤਾਂ ਸਾਨੂੰ ਡਰ ਆ ਵੀ ਯਾਰ ਇਹ ਜੀਵ ਕੀ ਹੈ, ਖਤਮ ਨਾ ਹੋ ਜਾਣ। ਪਰ ਅਜੇ ਵਿਗਿਆਨ ਨੇ ਤਰੱਕੀ ਕਰ ਲਈ, ਜੇ ਸਾਡੇ ਕੋਲ ਇਹਦਾ ਜੀਨ ਸਾਹਮਣੇ ਪਿਆ, ਜੀਨ ਸਾਹਮਣੇ ਪਿਆ ਤਾਂ ਮੈਂ ਜੀਨ ਤੋਂ ਦੁਬਾਰਾ ਪ੍ਰਜਾਤੀ ਕੀ ਕਰ ਸਕਦਾ, ਸਟਾਰਟ ਕਰ ਸਕਦਾ। ਜੀਨਸ ਹੋਣੇ ਜ਼ਰੂਰੀ ਨੇ ਆਪਣੇ ਕੋਲ, ਸਮਝੇ ਗੱਲ ਨੂੰ? ਤਾਂ ਜੇ ਇਹ ਟੈਕਨੋਲੋਜੀ ਬਣ ਗਈ ਲੈਬ ਦੇ ਵਿੱਚ, ਜੇ ਅਸੀਂ ਕਿਸੇ ਜੀਵ ਦਾ ਜੀਨ ਸਾਂਭ ਲਈਏ ਤਾਂ ਜੀਨ ਤੋਂ ਦੁਬਾਰਾ ਪ੍ਰਜਾਤੀ ਸਟਾਰਟ ਕੀਤੀ ਜਾ ਸਕਦੀ ਹੈ, ਸਮਝੇ ਗੱਲ ਨੂੰ? ਤਾਂ ਦੂਜੇ ਨੰਬਰ ਤੇ ਜਾਂ ਫਿਰ ਦੇ ਤੋਂ ਬੱਚਾ ਪੈਦਾ ਕਰ ਦਿੰਦੇ ਨੇ, ਹਾਂ ਲੈਬਸ ਦੇ ਵਿੱਚ, ਵੀਡੀਓ ਵੀ ਦੇਖੀ। ਹਾਂ। ਸੈਕਿੰਡ ਦੇ ਵਿੱਚ ਮੰਨ ਲਓ ਕੋਈ, ਦੂਜੇ ਨੰਬਰ ਤੇ ਆ ਜਾਓ, ਮੰਨ ਲਓ ਮਨੁੱਖ ਦੇ ਵਿੱਚ ਕੋਈ ਮੰਨ ਲਓ ਪੇਰੈਂਟਸ ਆ, ਉਹਨੂੰ ਕੋਈ ਪ੍ਰੋਬਲਮ ਆ, ਪੇਰੈਂਟਸ ਨੂੰ ਕੋਈ ਪ੍ਰੋਬਲਮ ਆ, ਆਪਾਂ ਜਦੋਂ ਗੂੰਗਾ ਜਾਂ ਉਹਨੂੰ ਕੋਈ ਵੀ, ਜਾਂ ਕੈਂਸਰ ਆ ਕਿਸ ਤਰੀਕੇ ਦਾ, ਜਾਂ ਸ਼ੂਗਰ ਦੀ ਬਿਮਾਰੀ ਆ, ਤੁਹਾਨੂੰ ਪਤਾ ਹੋਣਾ ਜਿਹੜੀ ਸ਼ੂਗਰ ਦੀ ਬਿਮਾਰੀ ਆ ਹੈਰੀਡਿਟਰੀ ਆ, ਜੀਨ ਰਾਹੀਂ ਅਗਲੇ ਬੱਚੇ ਦੇ ਵਿੱਚ ਵੀ ਚਲੀ ਜਾਂਦੀ ਆ। ਹੁਣ ਤੁਹਾਨੂੰ ਪਤਾ ਸ਼ੂਗਰ ਦਾ ਕੋਈ ਇਲਾਜ ਹੈ ਨਹੀਂਗਾ, ਤਾਂ ਕਿਉਂ ਨਾ ਪਹਿਲੀ ਸ਼ੂਗਰ ਹੋਣ ਤੋਂ ਬਚਾਇਆ ਜਾ ਸਕੇ, ਤਾਂ ਅਸੀਂ ਕੀ ਕਰ ਸਕਦੇ ਹਾਂ? ਅਸੀਂ ਮਾਂ ਪਿਓ ਦੇ ਉਹ ਜੀਨ ਕੱਢ ਕੇ ਉਹਦੇ ਵਿੱਚੋਂ ਸ਼ੂਗਰ ਵਾਲੇ ਜਿਹੜੇ ਜੀਨਸ ਨੇ, ਆਪਾਂ ਜਿਹੜੀ ਚੀਜ਼ ਐਡ ਹੋ ਗਈ ਉਹ 'ਚ, ਉਹਨੂੰ ਕੀ ਕਰ ਸਕਦੇ, ਰਿਮੂਵ ਕਰ ਸਕਦੇ ਹਾਂ। ਜਦੋਂ ਉਹ ਬੱਚੇ ਜੀਨ ਜਾਣਗੇ ਤਾਂ ਸ਼ੂਗਰ ਦੀ ਪ੍ਰੋਬਲਮ ਉਹ ਬੱਚੇ ਨੂੰ ਕੀ ਹੈ, ਨਹੀਂ ਹੋਣੀ। ਤਾਂ ਇੱਦਾਂ ਕਰਕੇ ਅਸੀਂ ਕੀ ਬਣਾ ਰਹੇ ਹਾਂ? ਜੀਨ ਬੈਂਕ ਬਣਾ ਰਹੇ ਹਾਂ ਵੀ ਜਿਹਦੇ ਵਿੱਚ ਅਸੀਂ ਵੱਖੋ ਵੱਖ ਪ੍ਰਜਾਤੀਆਂ ਦੇ ਕੀ ਸਾਂਭਾਂਗੇ, ਜੀਨ ਸਾਂਭਾਂਗੇ, ਕੱਲ੍ਹ ਨੂੰ ਅਸੀਂ ਉਹਨੂੰ ਕਰ ਸਕੇ ਯੂਜ਼ ਕਰ ਸਕੇ। ਜਾਂ ਫਿਰ ਇਕੱਲਾ ਜਾਨਵਰਾਂ ਵਾਸਤੇ ਨਹੀਂ, ਤੁਹਾਨੂੰ ਪਤਾ ਕਿੰਨੀਆਂ ਫਸਲਾਂ ਨੇ, ਕਿੰਨੀਆਂ ਫਸਲਾਂ ਨੇ, ਫਸਲਾਂ ਮਾਣੋ ਕਣਕ ਦੀ ਫਸਲ ਹੀ ਆ, ਤਾਂ ਕਣਕ ਦੀ ਫਸਲ ਦੀਆਂ ਕਿੰਨੀਆਂ ਪ੍ਰਜਾਤੀਆਂ ਨੇ, ਪਰੰਤੂ ਦਿਨੋਂ ਦਿਨੋਂ ਕੀ ਹੋ ਰਹੀਆਂ ਨੇ, ਖਤਮ ਹੋ ਰਹੀਆਂ ਨੇ ਕਿ ਨਹੀਂ ਹੋ ਰਹੀਆਂ? ਜਾਂ ਕੋਈ ਵੱਡਾ ਤੂਫਾਨ ਆ ਜਾਂਦਾ ਜਾਂ ਹੜ੍ਹ ਆ ਜਾਣ ਤਾਂ ਉਹਦੇ ਨਾਲੋਂ ਪ੍ਰਜਾਤੀਆਂ ਖਤਮ ਹੋ ਜਾਂਦੀਆਂ ਨੇ। ਪਰ ਜੇ ਅਸੀਂ ਦੁਬਾਰਾ ਸਟਾਰਟ ਕਰਨੀ ਹੋਵੇ, ਸਾਡੇ ਕੋਲ ਬੇਸਿਕ ਗੱਲ ਤਾਂ ਹੋਣੀ ਚਾਹੀਦੀ ਹੈ ਨਾ, ਤਾਂ ਉਹਦੇ ਲਈ ਅਸੀਂ ਕੀ ਕਰ ਰਹੇ ਹਾਂ? ਇੱਕ ਬੈਂਕ ਬਣਾ ਰਹੇ ਹਾਂ ਜਿਹਦਾ ਨਾਂ ਕੀ ਹੈ? ਜੀਨ ਬੈਂਕ। ਕੁਐਸਚਨ ਇਹ ਆਊ ਕਿਹੜਾ ਜੀਨ ਬੈਂਕ ਆ, ਭਾਰਤ ਦੇ ਕਿਹੜੇ ਸਟੇਟ 'ਚ ਬਣ ਰਿਹਾ ਸਾਥੀਓ? ਤਾਂ ਭਾਰਤ ਦਾ ਪਹਿਲਾ ਇਹੋ ਜਿਹਾ ਬੈਂਕ ਆ, ਪਹਿਲਾ ਇਹੋ ਜਿਹਾ ਬੈਂਕ ਜਿਹੜਾ ਜੀਨ ਨੂੰ ਸਾਂਭਣ ਦਾ ਕੰਮ ਕਰਦਾ। ਇਹ ਜਿਹੜਾ ਬੈਂਕ ਆ ਇਹ ਬਣ ਰਿਹਾ ਹੈਗਾ ਮਹਾਰਾਸ਼ਟਰ ਦੇ। ਧਿਆਨ ਰੱਖਣਾ, ਜੀਨ ਬੈਂਕ ਕਿੱਥੇ ਬਣਾਇਆ ਜਾ ਰਿਹਾ ਹੈਗਾ? ਮਹਾਰਾਸ਼ਟਰ ਦੇ ਵਿਚਕਾਰ ਜੀਨ ਬੈਂਕ ਬਣਾਇਆ ਜਾ ਰਿਹਾ। ਗੁੱਡ। ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ, ਕੀ ਗੱਲ ਦੱਸੀ ਸੀ ਪਹਿਲਾਂ, ਕਿ ਭਾਰਤ ਦੇ ਵਿੱਚ ਨਵੀਂ ਸਟੈਚੂ ਬਣਾਇਆ ਗਿਆ ਸੀਗਾ ਜਿਹਦਾ ਨਾਮ ਹੈਗਾ ਸਟੈਚੂ ਆਫ ਇਕੁਐਲਿਟੀ। ਦੱਸਿਆ ਨਾ ਤੁਹਾਨੂੰ, ਸਟੈਚੂ ਆਫ ਇਕੁਐਲਿਟੀ ਬਣਾਇਆ ਆਪਾਂ, ਸਮਾਨਤਾ ਦੀ ਗੱਲ ਕਰਦਾ। ਸਟੈਚੂ ਆਫ ਇਕੁਐਲਿਟੀ ਭਾਰਤ ਦਾ ਕਿੱਥੇ ਬਣਿਆ ਹੋਇਆ? ਸਟੈਚੂ ਆਫ ਇਕੁਐਲਿਟੀ ਤਾਂ ਯੂਨਿਟੀ ਬਣਿਆ ਹੋਇਆ, ਸਟੈਚੂ ਆਫ ਯੂਨਿਟੀ। ਇਕੁਐਲਿਟੀ ਕਿੱਥੇ ਬਣਿਆ ਹੋਇਆ? ਤਾਂ ਦੱਸਿਆ ਸੀਗਾ ਸਟੈਚੂ ਆਫ ਇਕੁਐਲਿਟੀ ਸਮਾਨਤਾ ਦੀ ਮੂਰਤੀ ਕਿਹਦੀ ਮੂਰਤੀ ਆ? ਸੰਤ ਹੋਏ ਨੇ ਬਹੁਤ ਤਕੜੇ, ਰਾਮਾਨੁਜਨ ਜੀ। ਤਾਂ ਰਾਮਾਨੁਜਨ ਜੀ ਸੰਤ, ਉਹਨਾਂ ਦੀ ਕੀ ਇੱਕ ਬਹੁਤ ਵੱਡੀ ਪ੍ਰਤਿਮਾ ਬਣਾਈ ਗਈ। ਉਹਨਾਂ ਨੇ ਆਪਣੇ ਗੱਲਾਂ 'ਚ ਹਮੇਸ਼ਾ ਜਾਤ ਪਾਤ ਧਰਮ ਦੇ ਅਗੇਂਸਟ ਭਾਵ ਗੱਲਾਂ ਕੀਤੀਆਂ ਸੀਗੀਆਂ। ਕਿੱਥੇ ਬਣੀਆਂ? ਤੇ ਬਣੀਆਂ ਹੈਦਰਾਬਾਦ ਦੇ ਵਿੱਚ। ਧਿਆਨ ਰੱਖਣਾ, ਸਟੈਚੂ ਆਫ ਇਕੁਐਲਿਟੀ ਕਿੱਥੇ ਬਣਾਈ ਗਈ ਹੈ? ਹੈਦਰਾਬਾਦ ਬਣਾਈ ਗਈ ਹੈ। ਹੈਦਰਾਬਾਦ ਕਿਹੜੇ ਰਾਜ 'ਚ ਹੈਗਾ? ਹੈਦਰਾਬਾਦ ਸ਼ਹਿਰ ਕਿਹੜੇ ਰਾਜ 'ਚ ਆ? ਤੇਲੰਗਾਨਾ 'ਚ। ਤਾਂ ਤੁਸੀਂ ਦਿਮਾਗ ਲਾਇਓ, ਆਪਾਂ ਤੇਲੰਗਾਨਾ 'ਚ ਕਾਫੀ ਕੁਝ ਕਰ ਰਹੇ ਹਾਂ। ਸਪੇਸ ਹੱਬ ਬਣਾਇਆ ਜਾ ਰਿਹਾ ਹੈਗਾ, ਮੂਰਤੀਆਂ ਬਣਾ ਰਹੇ ਹਾਂ, ਕਾਫੀ ਕੁਝ ਤੇਲੰਗਾਨਾ 'ਚ ਹੋ ਰਿਹਾ। ਤਾਂ ਕਈ ਵਾਰ ਤੁੱਕਾ ਮਾਰਨਾ ਹੋਵੇ ਕੋਈ ਨਵੀਂ ਚੀਜ਼ ਦਾ, ਪੇਪਰ 'ਚ ਆ ਜੇ ਉਲਝਾਂ ਵੀ ਕੀ ਹੋ ਸਕਦਾ, ਤਾਂ ਤੇਲੰਗਾਨਾ ਉਹ 'ਚੋਂ ਆਪਸ਼ਨ ਹੋ ਸਕਦਾ। ਧਿਆਨ ਰੱਖਣਾ, ਤੇਲੰਗਾਨਾ 'ਚ ਕਾਫੀ ਕੁਝ ਕਰ ਰਹੇ ਹਾਂ ਆਪਾਂ। ਸਟੈਚੂ ਆਫ ਇਕੁਐਲਿਟੀ ਬਣਾਇਆ ਗਿਆ ਕਿੱਥੇ? ਹੈਦਰਾਬਾਦ, ਰਾਮਾਨੁਜਨ ਦੀ ਮੂਰਤੀ ਆ। ਹੁਣ ਕੁਝ ਹੋਰ ਸਟੈਚੂ ਦੀ ਗੱਲ ਕਰਦੇ ਹਾਂ। ਇੱਦਾਂ ਹੀ ਭਾਰਤ ਵਿੱਚ ਸਟੈਚੂ ਆਫ ਨੌਲੇਜ ਵੀ ਬਣਿਆ ਹੋਇਆ ਹੈ। ਧਿਆਨ ਰੱਖਣਾ, ਕੁਐਸਚਨ ਬਣਨਗੇ ਪੇਪਰ 'ਚ। ਸਟੈਚੂ ਆਫ ਨੌਲੇਜ ਦੀ ਦੈਟ ਇਜ਼ ਕਿ ਸਟੈਚੂ ਆ, ਤਾਂ ਕੁਐਸਚਨ ਆ ਵੀ ਕਿਹਦੀ ਮੂਰਤੀ ਹੈ ਸਟੈਚੂ ਆਫ ਨੌਲੇਜ? ਸਾਥ ਅਸੀਂ ਦੇਖਦੇ ਹਾਂ ਡਾਕਟਰ BR ਅੰਬੇਦਕਰ ਜੀ। ਧਿਆਨ ਕਰਨਾ, BR ਅੰਬੇਦਕਰ ਜੀ ਦੀ ਬਹੁਤ ਵੱਡੀ ਮੂਰਤੀ ਬਣੀ ਹੋਈ ਆ, ਉਹਨੂੰ ਕਹਿੰਦੇ ਨੇ ਸਟੈਚੂ ਆਫ ਨੌਲੇਜ। ਕੁਐਸਚਨ ਆਊਗਾ ਵੀ ਸਟੈਚੂ ਆਫ ਨੌਲੇਜ ਕਿੱਥੇ ਬਣਿਆ ਹੋਇਆ? ਅਸੀਂ ਦੇਖਦੇ ਹਾਂ ਇੱਕ ਸ਼ਹਿਰ ਆ ਲਾਤੂਰ। ਲਾਤੂਰ ਸ਼ਹਿਰ ਆ, ਕਿੱਥੇ ਆ ਲਾਤੂਰ ਸ਼ਹਿਰ? ਮਹਾਰਾਸ਼ਟਰ ਦੇ ਵਿੱਚ। ਉੱਥੇ ਸਟੈਚੂ ਆਫ ਕੀ ਬਣਿਆ ਹੋਇਆ? ਨੌਲੇਜ ਬਣਿਆ ਹੋਇਆ। ਅੱਗੇ ਚੱਲਦੇ ਹਾਂ। ਇੱਦਾਂ ਹੀ ਭਾਰਤ ਵਿੱਚ ਇੱਕ ਸਟੈਚੂ ਆਫ ਪੀਸ, ਸਟੈਚੂ ਆਫ ਪੀਸ, ਸਟੈਚੂ ਆਫ ਪੀਸ ਸ਼ਾਂਤੀ ਦਾ ਸਟੈਚੂ, ਇਹ ਵੀ ਬਣਿਆ ਹੋਇਆ ਸਾਥੀ। ਸਟੈਚੂ ਆਫ ਪੀਸ। ਕੁਐਸਚਨ ਆਊਗਾ ਕਿ ਸ਼ਾਂਤੀ ਦਾ ਸਟੈਚੂ ਭਾਰਤ ਵਿੱਚ ਕਿਹਦੀ ਮੂਰਤੀ ਆ? ਤਾਂ ਸਾਥੀਓ ਪੁਰਾਣੇ ਸਮੇਂ 'ਚ ਜੈਨੀਆਂ ਦੇ ਬਹੁਤ ਹੀ ਵੱਡੇ ਸੰਤ ਹੋਏ ਨੇ। ਪੁੱਛਣਾ ਕੁਝ?
ਪੀਸ ਸ਼ਾਂਤੀ, ਸ਼ਾਂਤੀ ਦਾ ਸਟੈਚੂ ਕਿਹਦਾ ਹੈਗਾ ਸਾਥੀਓ? ਗਾਂਧੀ ਹੈ ਜੀ। ਕੌਣ? ਸਟੈਚੂ ਆਫ ਨੌਲੇਜ। ਇਹ ਤਾਂ ਮੈਂ ਸੁਣਾਈ ਤਾਂ ਜਾਣਾ, ਹੁਣ ਤਾਂ ਗੱਲ ਬੋਲੀ ਤਾਂ ਜਾਣਾ ਮੈਂ ਗੱਲ। ਸਟੈਚੂ ਆਫ ਪੀਸ ਅਸੀਂ ਦੇਖਦੇ ਹਾਂ ਕਿ ਜੈਨ ਧਰਮ ਦੇ ਬਹੁਤ ਹੀ ਵੱਡੇ ਸੰਤ ਹੋਏ ਨੇ। ਨਾਮ ਰੱਖਣਾ, ਨਾਮ ਹੈਗਾ ਵਿਜੇ ਬੱਲਭ ਜੀ। ਵਿਜੇ ਬੱਲਭ ਜੀ ਮੱਧਕਾਲੀਨ ਭਾਰਤ ਵਿੱਚ ਸੰਤ ਹੋਏ ਨੇ। ਵਿਜੇ ਬੱਲਭ ਜੀ, ਉਹਨਾਂ ਦੀ ਮੂਰਤੀ। ਜੈਨ ਧਰਮ ਹਮੇਸ਼ਾ ਪੀਸ ਸ਼ਾਂਤੀ ਦੀ ਗੱਲ ਕਰਦਾ, ਹਮੇਸ਼ਾ ਵੀ ਸਾਨੂੰ ਜ਼ਿੰਦਗੀ ਦੇ ਵਿੱਚ ਕਦੇ ਸ਼ਾਂਤ ਲੜਾਈ ਨਹੀਂ ਕਰਨੀ, ਵਾਇਲੈਂਸ ਨਹੀਂ ਕਰਨਾ, ਤਾਂ ਉਹਨਾਂ ਦੇ ਉੱਤੇ ਸਟੈਚੂ ਆਫ ਪੀਸ ਬਣਿਆ ਹੋਇਆ। ਕੁਐਸਚਨ ਹੋ ਕਿ ਸਟੈਚੂ ਆਫ ਪੀਸ ਕਿੱਥੇ ਬਣਿਆ ਹੋਇਆ? ਅਸੀਂ ਦੇਖਦੇ ਹਾਂ ਰਾਜਸਥਾਨ ਦੇ ਵਿੱਚ। ਰਾਜਸਥਾਨ ਦੇ ਵਿੱਚ ਸ਼ਹਿਰ ਆਉਂਦਾ ਗਾ ਮੋਰੋਬਾ, ਸ਼ਹਿਰ ਆਉਂਦਾ ਉੱਥੇ ਮੋਰੋਬਾ, ਉੱਥੇ ਬਣਿਆ ਹੈ ਸਟੈਚੂ ਆਫ ਪੀਸ। ਇੱਥੋਂ ਇੱਕ ਗੱਲ ਹੋਰ ਨਿਕਲਦੀ ਹੈ, ਇੱਕ ਨਾ ਭਾਰਤ ਵਿੱਚ ਬਹੁਤ ਵੱਡੀ ਮੂਰਤੀ ਮਿਲਦੀ ਆ ਇਹਦੀ ਬੁੱਧ ਦੀ, ਸਟੈਚੂ ਆਫ ਬੁੱਧ। ਬੁੱਧ ਧਰਮ ਭਾਰਤ ਵਿੱਚ ਮੋਰੋਬਾ ਸ਼ਹਿਰ ਦਾ ਨਾਮ ਸਾਥੀਓ। ਵਾਲਾ ਸਟੈਚੂ ਆਫ ਬੁੱਧ, ਹਾਲਾਂਕਿ ਉਹਦਾ ਕੋਈ ਨਾਮ ਨਹੀਂ ਹੈਗਾ ਇੱਦਾਂ, ਪਰੰਤੂ ਉਹਨਾਂ ਦੀ ਇੱਕ ਮੁਦਰਾ ਇਹ ਵੀ ਨਵੀਂ ਬਣਾਈ ਹੈ ਜਿਹਦੇ ਮਹਾਤਮਾ ਬੁੱਧ ਨੇ ਸੁੱਤੇ ਪਏ ਨੇ। ਬਹੁਤ ਉੱਚੀ ਮੂਰਤੀ ਹੈ, ਜਿੱਥੇ ਵਿਸ਼ਰਾਮ ਦੀ ਪੋਜੀਸ਼ਨ ਦੇ ਵਿੱਚ ਕਰਨੇ, ਬਹੁਤ ਦੂਰੋਂ ਦੂਰੋਂ ਲੋਕ ਦੇਖਣ ਨੂੰ ਆਉਂਦੇ ਸੀਗੇ। ਉਹ ਮੂਰਤੀ ਦਾ ਜਿਹੜਾ ਨਾਂ ਹੈਗਾ ਉਹਨੂੰ ਕਹਿੰਦੇ ਨੇ ਸ਼ਾਇਨ। ਮੂਰਤੀ ਦਾ ਨਾਂ ਰੱਖਣਾ, ਮੂਰਤੀ ਦਾ ਹੈਗਾ ਸ਼ਾਇਨ ਮੁਦਰਾ, ਭਾਵ ਉਹਨਾਂ ਦੀ ਜਿਹੜੀ ਮੁਦਰਾ ਉਹ ਪੈਣ ਵਾਲੀ ਮੁਦਰਾ, ਉਹਨੂੰ ਸ਼ਾਇਨ ਮੁਦਰਾ ਕਹਿੰਦੇ ਨੇ। ਕੁਐਸਚਨ ਕੋਈ ਸ਼ਾਇਨ ਮੁਦਰਾ ਮੂਰਤੀ ਕਿਹਦੀ ਆ? ਤਾਂ ਮਹਾਤਮਾ ਬੁੱਧ ਦੀ ਮੂਰਤੀ ਆ। ਕੁਐਸਚਨ ਵੀ ਕਿੱਥੇ ਬਣੀ ਹੋਈ ਆ ਸਾਥੀਓ? ਬੋਧ ਗਿਆ। ਬੋਧ ਗਿਆ ਬੋਧੀਆਂ ਦਾ ਬਹੁਤ ਹੀ ਵੱਡਾ ਧਾਰਮਿਕ ਕੇਂਦਰ ਆ ਬੋਧ ਗਿਆ। ਉੱਥੇ ਬੁੱਧ ਧਰਮ ਦੀ, ਭਾਰਤ ਦੀ ਮਹਾਤਮਾ ਬੁੱਧ ਸਭ ਤੋਂ ਉੱਚੀ ਮੂਰਤੀ ਮਿਲਦੀ ਆ ਬੋਧ ਗਿਆ। ਬੋਧ ਗਿਆ ਸਾਥੀਓ ਬਿਹਾਰ ਦੇ, ਬੋਧ ਗਿਆ ਸ਼ਹਿਰ ਦਾ ਨਾਮ ਹੈਗਾ। ਸਾਰਿਆਂ ਤੋਂ ਵੱਡੀ ਮੂਰਤੀ ਦਾ ਜੀ ਚਾਈਨਾ ਚ ਉਹ ਵਰਲਡ ਦੀ ਆ, ਭਾਰਤ ਦੀ ਗੱਲ ਕਰ ਰਹੇ ਹਾਂ। ਸ਼ਾਬਾਸ਼, ਥੋੜੀ ਗੱਲਬਾਤ ਕਰਨਾ, ਕੁਐਸਚਨ ਇੰਪੋਰਟੈਂਟ ਨੇ। ਸਾਡੇ ਪ੍ਰਧਾਨ ਮੰਤਰੀ ਦੇ ਨਾਲ ਨਾ ਕਾਫੀ ਸਲਾਹਕਾਰ ਹੁੰਦੇ ਨੇ ਜੋ ਉਹਨਾਂ ਨੂੰ ਵਾਰ-ਵਾਰ ਸਲਾਹਾਂ ਦਿੰਦੇ ਨੇ। ਮੇਨ ਸਾਰਾ ਭਾਰਤ ਆਪਣਾ ਪ੍ਰਧਾਨ ਮੰਤਰੀ ਨਹੀਂ ਚਲਾਉਂਦਾ, ਅਸਲ ਵਿੱਚ ਸਲਾਹਕਾਰ ਚਲਾਉਂਦੇ ਨੇ। ਬਹੁਤ ਤਕੜੇ ਹਾਈ ਲੈਵਲ ਦੇ ਬੰਦੇ ਹੁੰਦੇ ਨੇ, ਉਹ ਉਹਨਾਂ ਦੀ ਮੀਟਿੰਗਾਂ ਹੁੰਦੀਆਂ ਰਹਿੰਦੀਆਂ ਨੇ। ਜਿਵੇਂ ਉਹ ਸਲਾਹ ਦਿੰਦੇ ਨੇ ਉਸ ਤਰੀਕੇ ਨਾਲ ਦੈਟ ਇਜ਼ ਕਿ ਪ੍ਰਧਾਨ ਮੰਤਰੀ ਜਾਂ ਜਿਹੜੀ ਮੰਤਰੀ ਮੰਡਲ ਕੀ ਕੰਮ ਕਰਦਾ। ਤਾਂ ਨਵੀਆਂ ਭਰਤੀਆਂ ਹੋਈਆਂ ਨੇ, ਭਾਵੇਂ ਜਿਹੜੀ ਸਲਾਹਕਾਰੀ ਮੀਟਿੰਗ ਆ ਉਹਦੇ ਘਰ ਨਵੇਂ ਬੰਦੇ ਐਡ ਹੋਏ ਨੇ, ਸਾਨੂੰ ਉਹਨਾਂ ਬੰਦਿਆਂ ਬਾਰੇ ਪਤਾ ਹੋਣਾ ਚਾਹੀਦਾ। ਅਸੀਂ ਦੇਖਦੇ ਹਾਂ ਮੁੱਖ ਤੌਰ 'ਤੇ ਜਿਹੜਾ ਪਹਿਲਾ ਬੰਦਾ CEA, ਜਿਹਦਾ ਨਾਮ ਹੈਗਾ ਚੀਫ ਇਕੋਨੋਮਿਕ, ਹਾਲਾਂਕਿ ਮੈਂ ਪਹਿਲਾਂ ਦੱਸ ਚੁੱਕਿਆ ਇਹ ਗੱਲ, ਚੀਫ ਇਕੋਨੋਮਿਕ ਐਡਵਾਈਜ਼ਰ। ਚੀਫ ਇਕੋਨੋਮਿਕ ਐਡਵਾਈਜ਼ਰ ਜਿਹੜਾ ਪ੍ਰਧਾਨ ਮੰਤਰੀ ਜਾਂ ਸਰਕਾਰ ਨੂੰ ਆਰਥਿਕਤਾ 'ਤੇ ਸਲਾਹ ਦਿੰਦਾ ਹੈਗਾ, ਅਤੇ ਮੋਸਟਲੀ ਸਰਕਾਰ ਦੀ ਸਲਾਹ ਨੂੰ ਮੰਨਦੀ ਆ। ਬਹੁਤ ਤਕੜਾ ਬੰਦਾ, ਇਕੋਨੋਮਿਸਟ ਬੰਦਾ ਹੁੰਦਾ ਇਹ, ਇਹਦੀ ਸਲਾਹ ਨੂੰ ਸਰਕਾਰ ਹਮੇਸ਼ਾ ਮੰਨਦੀ ਆ। ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ, ਕਿਸੇ ਦੇ ਯਾਦ ਹੋਵੇ ਤਾਂ ਨਾਮ ਦੱਸ ਸਕਦਾ ਕਿ ਰੀਸੈਂਟ 'ਚ ਨਵਾਂ ਚੀਫ ਇਕੋਨੋਮਿਕ ਐਡਵਾਈਜ਼ਰ ਭਾਰਤ ਦਾ ਕੌਣ ਬਣਿਆ ਹੈ। ਬਹੁਤ ਹੀ ਹਾਈ ਲੈਵਲ ਪੋਸਟ ਹੈ ਇਹ ਚੀਫ ਇਕੋਨੋਮਿਕ ਐਡਵਾਈਜ਼ਰ ਦੀ। ਜਿੰਨੀਆਂ ਭਾਰਤ ਦੀਆਂ ਪਾਲਿਸੀਆਂ ਬਣਦੀਆਂ ਨੇ ਉਹਦੀ ਸਲਾਹ ਪ੍ਰਧਾਨ ਮੰਤਰੀ ਨੂੰ ਕੌਣ ਹੁੰਦਾ ਹੈਗਾ? CEA ਦਿੰਦਾ ਹੈਗਾ। ਉਹਦਾ ਨਾਮ ਹੈਗਾ ਸਾਥੀਓ ਨੂੰ ਅਨੰਤ ਨਾਗੇਸ਼ਵਰਨ। ਨਾਂ ਬਹੁਤ ਇੰਪੋਰਟੈਂਟ ਆ, ਬਹੁਤ ਹੀ ਜ਼ਿਆਦਾ। ਅਨੰਤ ਨਾਗੇਸ਼ਵਰਨ ਭਾਰਤ ਦੇ ਨਵੇਂ ਕੀ ਬਣੇ ਨੇ? ਚੀਫ ਇਕੋਨੋਮਿਕ ਐਡਵਾਈਜ਼ਰ ਬਣੇ। ਦੂਜੇ ਨੰਬਰ ਸਾਥੀਓ, ਦੂਜੀ ਪੋਸਟ ਜਿਹੜੀ ਹੈਗੀ ਆ ਉਹ ਹੈਗੀ ਆ ਸਾਇੰਟੀਫਿਕ ਐਡਵਾਈਜ਼ਰ। ਸਾਇੰਟੀਫਿਕ ਐਡਵਾਈਜ਼ਰ ਨਾਮ ਤੋਂ ਕਲੀਅਰ ਆ ਕਿ ਵਿਗਿਆਨ ਦੇ ਖੇਤਰ ਵਿੱਚ ਨਵੀਆਂ ਕੋਈ ਮਝੈਲਾਂ ਬਣਾਉਣੀਆਂ ਨੇ, ਨਵੇਂ ਕੋਈ ਟੈਂਕ ਬਣਾਉਣੇ ਨੇ, ਬਾਹਰਲੇ ਪਾਸੇ ਕੀ ਭੇਜਣਾ ਕੀ ਨਹੀਂ ਭੇਜਣਾ, ਕਿੰਨੀ ਨੂੰ ਰਾਸ਼ੀ ਚਾਹੀਦੀ ਆ, ਸਾਰਿਆਂ ਦੀ ਸਲਾਹ ਦੇਣ ਲਈ ਇੱਕ ਪੋਸਟ ਹੁੰਦੀ ਹੈ ਸਾਇੰਟੀਫਿਕ ਐਡਵਾਈਜ਼ਰ। ਸਾਥੀਓ ਰੀਸੈਂਟ 'ਚ ਭਾਰਤ ਦੇ ਨਵੇਂ ਸਾਇੰਟੀਫਿਕ ਐਡਵਾਈਜ਼ਰ ਕੌਣ ਬਣੇ ਨੇ? ਬਹੁਤ ਤਕੜੇ ਵਿਗਿਆਨੀ ਨੇ, ਇਹਨਾਂ ਦਾ ਹੈਗਾ ਅਜੇ ਕੁਮਾਰ। ਅਜੇ ਕੁਮਾਰ ਕੀ ਬਣੇ ਨੇ? ਸਾਇੰਟੀਫਿਕ ਐਡਵਾਈਜ਼ਰ ਭਾਰਤ ਦੇ ਬਣੇ। ਤੀਜੇ ਨੰਬਰ 'ਤੇ ਗੱਲ ਆਪਾਂ ਪਹਿਲਾਂ ਕੀਤੀ ਸੀ, ਤੀਜੀ ਜਿਹੜੀ ਸਭ ਤੋਂ ਵੱਡੀ ਸੰਸਥਾ ਜੋ ਸਲਾਹ ਦਿੰਦੀ ਆ ਪ੍ਰਧਾਨ ਮੰਤਰੀ ਨੂੰ, ਉਹਦਾ ਨਾਂ ਹੈਗਾ ਨੀਤੀ ਆਯੋਗ। ਨੀਤੀ ਆਯੋਗ ਤੀਜੀ ਸੰਸਥਾ ਜੋ ਸਲਾਹਾਂ ਦਿੰਦੀ ਆ। ਤੁਹਾਨੂੰ ਦੱਸਿਆ ਸੀਗਾ ਕਿ ਇਹਦੇ ਮੁਖੀ ਤਾਂ ਪ੍ਰਧਾਨ ਮੰਤਰੀ ਆਪ ਹੀ ਹੁੰਦੇ ਨੇ, ਪਰ ਉਹਦੇ ਨਾਲ ਇੱਕ ਪੁੱਛਦੇ ਉਪ ਮੁਖੀ ਦੀ। ਹਾਂ ਸ਼ਾਬਾਸ਼। ਤਾਂ ਉਪ ਮੁਖੀ ਕੌਣ ਬਣੇ ਨੀਤੀ ਆਯੋਗ ਦੇ? ਤਾਂ ਪ੍ਰਧਾਨ ਮੁਖੀ ਤਾਂ ਹਮੇਸ਼ਾ ਕੌਣ ਹੋਣਗੇ? ਪ੍ਰਧਾਨ ਮੰਤਰੀ ਹੋਵੇ। ਦਾ ਧਿਆਨ ਰੱਖਣਾ ਨੀਤੀ ਆਯੋਗ ਦਾ। ਉਪ ਮੁਖੀ ਬਦਲਦਾ ਹੈਗਾ। ਤਾਂ ਕੁਐਸਚਨ ਆਊ ਕਿ ਉਪ ਮੁਖੀ ਹੁਣ ਨਵਾਂ ਬਣਿਆ ਹੈਗਾ ਨੀਤੀ ਆਯੋਗ ਦਾ, ਉਹਦਾ ਨਾਂ ਕੀ ਆ? ਬਹੁਤ ਹੀ ਵੱਡੀ ਪੋਸਟ ਆ, ਇਟ ਇਜ਼ ਸੁਮਨ ਬੇਦੀ। ਆਹ ਤਿੰਨੇ ਪੋਸਟਾਂ ਬਦਲੀਆਂ ਨੇ, ਕਿਸੇ ਨਾ ਕਿਸੇ ਪੇਪਰ 'ਚ ਪੋਸਟਾਂ 'ਚ ਕੁਐਸਚਨ ਆਊਗਾ ਹੀ ਆਊਗਾ।
ਗੱਲ ਕਰਦੇ ਸਾਥੀਓ ਰੀਸੈਂਟ ਦੇ ਵਿੱਚ ਨਾ ਇੱਕ ਮਹਿਲ ਰਿਹਾ ਸੀਗਾ ਮਲਚਾ ਮਹਿਲ। ਇਹ ਕਾਫੀ ਨਿਊਜ਼ 'ਚ ਰਿਹਾ ਕਿਉਂਕਿ ਇਹਦੀ ਹਾਲਤ ਬਹੁਤ ਖਰਾਬ ਹੋ ਗਈ ਸੀਗੀ। ਸਰਕਾਰ ਫੋਕਸ ਕਰੀ ਕਿ ਇਹਨੂੰ ਦੁਬਾਰਾ ਵੱਡੇ ਪੱਧਰ ਤੇ ਵਧੀਆ ਬਣਾਇਆ ਜਾਵੇ। ਇਹ ਕਾਫੀ ਇੰਪੋਰਟੈਂਸ ਰੱਖਦਾ ਮਲਚਾ ਮਹਿਲ। ਕੁਐਸਚਨ ਆ ਵੀ ਇੱਥੇ ਨਾ ਮਲਚਾ ਮਹਿਲ ਤੇ ਲੰਮੇ ਸਮੇਂ ਤੇ ਫਿਰੋਜ਼ ਸ਼ਾਹ ਤੁਗਲਕ, ਜੋ ਤੁਗਲਕ ਦਾ ਬਹੁਤ ਤਕੜਾ ਤੁਗਲਕ, ਇਹ ਰਾਜਾ ਹੋਇਆ ਤੁਗਲਕ ਵੰਸ਼ ਦਾ, ਫਿਰੋਜ਼ ਸ਼ਾਹ ਤੁਗਲਕ, ਜਿਹੜਾ ਆਪਣਾ ਫਿਰੋਜ਼ਪੁਰ ਸ਼ਹਿਰ ਹੈਗਾ, ਫਿਰੋਜ਼ ਸ਼ਾਹ ਕੋਟਲਾ ਸ਼ਹਿਰ ਹੈਗਾ ਦਿੱਲੀ ਕੋਲੇ, ਫਿਰੋਜ਼ਾਬਾਦ, ਫਰੀਦਾਬਾਦ, ਲਗਭਗ 7 ਸ਼ਹਿਰ ਵੱਡੇ ਸ਼ਹਿਰ ਜਿਹੜੇ ਅੱਜ ਹੈਗੇ ਨੇ ਉਹ ਕਿਹਨੇ ਵਸਾਏ ਹੋਏ ਨੇ? ਫਿਰੋਜ਼ ਸ਼ਾਹ ਤੁਗਲਕ ਨੇ ਵਸਾਏ ਹੋਏ। ਤਾਂ ਬਹੁਤ ਤਕੜਾ ਰਾਜਾ ਹੋਇਆ ਆਪਣਾ ਤੁਗਲਕ ਵੰਸ਼ ਦਾ ਫਿਰੋਜ਼ ਸ਼ਾਹ ਤੁਗਲਕ। ਤਾਂ ਉੱਥੇ ਰਹਿੰਦਾ ਸੀ ਕੌਣ? ਮਲਚਾ ਮਹਿਲ 'ਚ ਕੌਣ? ਫਿਰੋਜ਼ ਸ਼ਾਹ ਤੁਗਲਕ। ਬਾਅਦ 'ਚ ਦੀ ਮੌਤ ਤੋਂ ਬਾਅਦ ਅਵਧ ਦਾ ਰਾਜਾ ਹੋਇਆ। ਉਹ ਵੀ ਲੰਮਾ ਸਮਾਂ ਜਿਹੜੇ ਅਵਧ ਦੇ ਜਿੰਨੇ ਵੀ ਰਾਜੇ ਸੀਗੇ ਉਹ ਕਿੱਥੇ ਰਹਿੰਦੇ ਸੀਗੇ? ਮਲਚਾ ਮਹਿਲ 'ਚ ਰਹਿੰਦੇ ਸੀ। ਕੁਐਸਚਨ ਇਹ ਹੈ ਕਿ ਇਹਦੀ ਹਾਲਤ ਅੱਜ ਕੱਲ੍ਹ ਬਹੁਤ ਖਰਾਬ ਹੋ ਚੁੱਕੀ ਆ। ਮਲਚਾ ਮਹਿਲ ਹੈ ਕਿੱਥੇ ਆ? ਕੁਐਸਚਨ ਉਹ ਰੀਸੈਂਟ 'ਚ ਮਲਚਾ ਮਹਿਲ ਨਿਊਜ਼ 'ਚ ਰਿਹਾ। ਕਿੱਥੇ ਬਣਿਆ ਹੈ ਮਲਚਾ ਮਹਿਲ? ਤਾਂ ਸਾਥੀਓ ਨਵੀਂ ਦਿੱਲੀ, ਨਿਊ ਦਿੱਲੀ ਦੇ ਵਿੱਚ ਮਲਚਾ ਮਹਿਲ ਆ, ਜਿਹਨੂੰ ਹੁਣ ਸਰਕਾਰ ਫੋਕਸ ਕਰ ਜਿਵੇਂ ਲਾਲ ਕਿਲ੍ਹਾ ਬਣਿਆ ਹੋਇਆ ਉਵੇਂ ਇਹਨੂੰ ਵਧੀਆ ਬਣਾ ਕੇ ਇਹਦੀ ਪ੍ਰੀਜ਼ਰਵੇਸ਼ਨ ਦਾ ਕੀ ਕੰਮ ਕਰ ਰਹੀ ਹੈ? ਕਨਜ਼ਰਵੇਸ਼ਨ ਦਾ ਕੰਮ ਕਰ ਰਹੀ ਹੈ ਮਲਚਾ। ਅੱਗੇ ਚੱਲ ਸਕਦੇ ਇੱਕ ਨਾ ਸੈਟੇਲਾਈਟ ਭੇਜਿਆ ਗਿਆ ਸੀਗਾ, ਬਹੁਤ ਹੀ ਵਧੀਆ ਕੁਐਸਚਨ। ਨਾਮ ਹੈਗਾ ਉਹਦਾ ਪ੍ਰੀਜ਼ਰਵੈਂਸ ਨਾਮ ਆ। ਕੁਐਸਚਨ ਪਤਾ ਹੀ ਹੋਊ ਪ੍ਰੀਜ਼ਰਵੈਂਸ ਕੀ ਹੈਗਾ? ਤਾਂ ਸਾਥੀਓ ਇੱਕ ਸੈਟੇਲਾਈਟ ਆ ਜੋ ਨਾਸਾ ਵਾਲਿਆਂ ਨੇ ਭੇਜਿਆ ਸੀਗਾ ਮੰਗਲ ਗ੍ਰਹਿ 'ਤੇ। ਤਾਂ ਮੰਗਲ ਗ੍ਰਹਿ 'ਤੇ ਨਾਸਾ ਦੁਆਰਾ ਭੇਜਿਆ ਗਿਆ ਸੈਟੇਲਾਈਟ ਆ ਪ੍ਰੀਜ਼ਰਵੈਂਸ। ਇਹ 2-3 ਸਾਲਾਂ ਬਾਅਦ 2-3 ਸਾਲ ਪਹਿਲਾਂ ਭੇਜਿਆ ਗਿਆ ਸੀਗਾ, ਪਰੰਤੂ ਇਹ ਹੁਣ ਕਿੱਥੇ ਪਹੁੰਚਿਆਗਾ? ਪ੍ਰੀਜ਼ਰਵੈਂਸ ਕਿੱਥੇ ਪਹੁੰਚਿਆਗਾ? ਮੰਗਲ ਗ੍ਰਹਿ 'ਤੇ ਪਹੁੰਚਿਆ। ਤਾਂ ਮੰਗਲ ਗ੍ਰਹਿ ਧਰਤੀ 'ਤੇ ਕੀ ਕੀਤਾਗਾ? ਉਤਰਿਆ। ਹਾਲਾਂਕਿ ਉੱਤਰ ਵੀ 2-3 ਮਹੀਨੇ ਪਹਿਲਾਂ ਗਿਆ ਸੀਗਾ, ਪਰੰਤੂ ਇਹ ਕੰਮ ਰੀਸੈਂਟ 'ਚ ਕਰਨਾ ਸਟਾਰਟ ਕੀਤਾ। ਸਮਝੇ ਗੱਲ ਨੂੰ? ਐ ਨਹੀਂ ਵੀ ਜਾਊਗਾ ਨਾਲ ਦਾ ਕੰਮ ਕਰਨਾ ਸਟਾਰਟ ਕਰੂ, ਪਰ ਮਿੱਟੀ ਚੱਕਣੀ, ਮਿੱਟੀ ਚੱਕ ਕੇ ਸੈਂਪਲ ਵਗੈਰਾ ਦੇਣੇ, ਉਹ ਸਾਰਾ ਕੰਮ ਇਹਨੇ ਹੁਣ ਸਟਾਰਟ ਕੀਤਾ ਪ੍ਰੀਜ਼ਰਵੈਂਸ। ਅਤੇ ਨਾਲ ਇਹਨੇ ਮੰਗਲ ਗ੍ਰਹਿ ਤੋਂ ਪਹਿਲੀਆਂ ਤਸਵੀਰਾਂ ਭੇਜੀਆਂ ਨੇ, ਜਿਹਦੇ ਕਰਕੇ ਨਿਊਜ਼ 'ਚ ਰਿਹਾ ਕਿਹਦੀਆਂ? ਸੂਰਜ ਗ੍ਰਹਿਣ ਦੀਆਂ। ਸੂਰਜ ਗ੍ਰਹਿਣ ਦੀਆਂ ਫੋਟੋਆਂ ਮੰਗਲ ਗ੍ਰਹਿ ਤੋਂ ਕਿਵੇਂ ਲੱਗਦਾ ਸੂਰਜ ਗ੍ਰਹਿਣ? ਦੈਟ ਇਜ਼ ਕਿ ਉਹਦੀਆਂ ਫੋਟੋਆਂ ਪਹਿਲੀਆਂ ਕਿਹਨੇ ਭੇਜੀਆਂ ਨੇ? ਪ੍ਰੀਜ਼ਰਵੈਂਸ ਨੇ ਭੇਜੀਆਂ ਨੇ। ਜਿਹਨੂੰ ਧਰਤੀ ਨੂੰ ਭੇਜੀਆਂ। ਤਾਂ ਇਹ ਜਿਹੇ ਕੁਐਸਚਨ ਪੇਪਰ 'ਚ ਆ ਜਾਂਦੇ ਨੇ। ਆਹ ਕੁਐਸਚਨ ਬਹੁਤ ਵਾਰੀ ਆਇਆ ਕਿ ਪ੍ਰੀਜ਼ਰਵੈਂਸ, ਕਿਉਂਕਿ 2-2 ਸਾਲ ਤੋਂ ਨਿਊਜ਼ ਚੱਲਦਾ ਰਿਹਾ। ਪਹਿਲਾਂ ਇਹ ਗਿਆ ਉਦੋਂ ਨਿਊਜ਼ 'ਚ ਰਿਹਾ, ਫਿਰ ਹੁਣੇ ਪਹੁੰਚਿਆ ਉਦੋਂ ਨਿਊਜ਼ 'ਚ ਰਿਹਾ, ਫਿਰ ਦੈਟ ਇਜ਼ ਕਿ ਇਹਨੇ ਕੰਮ ਕਰਨਾ ਸਟਾਰਟ ਕੀਤਾ। ਇਹਨੇ ਪਹਿਲੀ ਮਿੱਟੀ ਵੀ ਭੇਜੀ ਆ, ਮਿੱਟੀ ਦੇ ਸੈਂਪਲ ਭੇਜੇ ਨੇ, ਜਿਹਨੇ ਕਿਹਾ ਜਿਹੜੀ ਮੰਗਲ ਦੀ ਮਿੱਟੀ ਆ ਉਹ 'ਚ ਵੱਡੀ ਮਾਤਰਾ 'ਚ ਕੀ ਆ? ਲੋਹਾ। ਤਾਂ ਇਹਨੇ ਕਾਫੀ ਕੁਝ ਉੱਤੇ ਐਕਸਪੈਰੀਮੈਂਟ ਕਰਕੇ ਸਾਨੂੰ ਕੀ ਜਾਣਕਾਰੀ ਦਿੱਤੀਆਂ ਨੇ ਮੰਗਲ ਗ੍ਰਹਿ ਦੀਆਂ। ਹੁਣ ਇਹਨੇ ਫੋਟੋਆਂ ਭੇਜੀਆਂ ਨੇ ਜਿਹਦੇ ਵਿੱਚ ਦੱਸਿਆ ਕਿ ਸੂਰਜ ਗ੍ਰਹਿਣ ਦੈਟ ਇਜ਼ ਕਿ ਕਿਵੇਂ ਲੱਗਦਾ। ਸੂਰਜ ਗ੍ਰਹਿਣ ਦੀਆਂ ਫੋਟੋਆਂ ਮੰਗਲ ਧਰਤੀ ਤੋਂ ਕਿਵੇਂ ਲੱਗਦੀਆਂ ਨੇ ਉਹਦੀਆਂ ਫੋਟੋਆਂ ਕਿਹਨੇ ਭੇਜੀਆਂ ਨੇ? ਪ੍ਰੀਜ਼ਰਵੈਂਸ ਨੇ ਭੇਜੀਆਂ ਨੇ। 2 ਕੁਐਸਚਨ ਬਣਦੇ ਨੇ। ਕੀ ਹੈਗਾ ਮੰਗਲ ਗ੍ਰਹਿ 'ਤੇ ਜਾਣ ਵਾਲਾ ਸੈਟੇਲਾਈਟ? ਇੱਕ ਕੁਐਸਚਨ ਕਿਹੜੇ ਦੇਸ਼ ਦਾ ਹੈਗਾ? ਭਾਰਤ ਦਾ ਨਹੀਂ ਹੈਗਾ, ਅਮਰੀਕਾ ਦੀ ਏਜੰਸੀ ਨਾਸਾ ਉਹਦੇ ਦੁਆਰਾ ਭੇਜਿਆ ਗਿਆ। ਇਹ ਧਿਆਨ ਰੱਖੋ। ਅੱਜ ਦਾ ਲਾਸਟ ਕਰੰਟ ਅਫੇਅਰ ਸਾਥੀਓ ਕੀ ਰੀਸੈਂਟ ਨਾ ਨੈਸ਼ਨਲ ਕਮਿਸ਼ਨ ਆਫ SC ਸ਼ਡਿਊਲਡ ਕਾਸਟ, ਇਹਦੀ ਫੁੱਲ ਫਾਰਮ ਹੈਗੀ ਹੈ ਨੈਸ਼ਨਲ ਕਮਿਸ਼ਨ ਆਫ ਸ਼ਡਿਊਲਡ ਕਾਸਟ। ਇਹਦੇ ਨਵੇਂ ਚੇਅਰਮੈਨ ਬਣਾਏ ਗਏ ਨੇ। ਕੁਐਸਚਨ ਹੈ ਕਿ NSSC ਸ਼ਡਿਊਲਡ ਕਾਸਟ ਦੇ ਨਵੇਂ ਚੇਅਰਮੈਨ ਭਾਰਤ ਦੇ ਕਿਹਨੂੰ ਬਣਾਇਆ ਗਿਆ ਸਾਥੀਓ? ਇਹਨਾਂ ਦਾ ਨਾਮ ਹੈਗਾ ਵਿਜੇ ਸਾਂਪਲਾ ਜੀ। ਮਾਣ ਵਾਲੀ ਗੱਲ ਆ ਕਿ ਵਿਜੇ ਸਾਂਪਲਾ ਜੀ ਪੰਜਾਬ ਤੋਂ ਬਿਲੋਂਗ ਕਰਦੇ ਨੇ। ਪੰਜਾਬ ਦੇ ਬੰਦੇ ਨੂੰ ਭਾਰਤ ਦੇ SC ਕਮਿਸ਼ਨ ਦਾ ਕੀ ਬਣਾਇਆ ਗਿਆ? ਪ੍ਰਧਾਨ ਬਣਾਇਆ ਗਿਆ। ਅਤੇ ਇਹਦਾ ਕੰਮ ਕੀ ਹੁੰਦਾ? SC ਕਮਿਸ਼ਨ ਦੇ ਪ੍ਰਧਾਨ ਦਾ ਕੰਮ ਹੋਈ ਹੈ ਕਿ SCਆਂ ਦਾ ਵਿਕਾਸ ਕਰਨਾ। ਕਿਸੇ ਨੂੰ ਕੋਈ ਪ੍ਰੋਬਲਮ ਹੋ ਰਹੀ ਆ, ਕਿਸੇ ਨੂੰ ਕੋਈ ਜਾਤੀ ਸੂਚਕ ਗਾਲੀ ਦਿੱਤੀ ਜਾ ਰਹੀ ਆ, ਤਾਂ ਉਹਨੂੰ ਉਹਦੀ ਕਰਨੀ ਰੋਕਥਾਮ ਕਰਨੀ। NSC ਕਮਿਸ਼ਨ ਦੇ ਪ੍ਰਧਾਨ ਕੌਣ? ਸਾਂਪਲਾ। ਆ ਪੜ੍ਹਨਾ ਵਿਜੇ ਸਾਂਪਲਾ। ਇਹ ਹੁਸ਼ਿਆਰਪੁਰ ਤੋਂ ਬਿਲੋਂਗ ਕਰਦੇ ਨੇ। ਇਹਨਾਂ ਨੂੰ ਕੀ ਬਣਾਇਆ ਗਿਆ? ਨੈਸ਼ਨਲ ਕਮਿਸ਼ਨ ਦਾ ਕੀ ਬਣਾਇਆ ਗਿਆ? ਚੇਅਰਮੈਨ ਬਣਾਇਆ ਗਿਆ ਵਿਜੇ ਸਾਂਪਲਾ ਜੀ। ਕਿਹਨੇ? NSSC ਕਮਿਸ਼ਨ ਦੇ ਕਿਹਨੇ ਨਵੇਂ ਚੇਅਰਮੈਨ ਬਣਾਏ ਗਏ? ਪੰਜਾਬ ਤੋਂ। ਤਾਂ ਸਾਥੀਓ ਇਹਨੂੰ ਯਾਦ ਰੱਖਣਾ। ਅੱਜ ਵਾਸਤੇ ਇੰਨੀ ਕਰੰਟ ਅਫੇਅਰ।